ਜ਼ਮਾਨੀ ਪੀਵੇ ਪੀਵਨ ਹਾਰਾ। ਗੁੜ ਕਰ ਗਿਆਨ ਧਿਆਨ ਕਰ ਬਹੂਆ। ਬਹੂਆ ਦਾ ਜਿਹੜਾ ਫਲ ਹੁੰਦਾ ਨਾ, ਜਿਵੇਂ ਖਜੂਰਾਂ ਹੁੰਦੀਆਂ ਨੇ, ਇਹ ਜਿਹਾ ਹੁੰਦਾ, ਉਹਨੂੰ ਗੁੜ ਕਹਿੰਦੇ ਨੇ। ਜਿੱਧਰ ਬਹੂਆ ਪੈਦਾ ਹੁੰਦਾ ਉਸ ਨੂੰ ਗੁੜ ਕਹਿੰਦੇ ਨੇ, ਮਿੱਠਾ ਹੁੰਦਾ। ਗੁੜ ਕਰ ਗਿਆਨ, ਗਿਆਨ ਦਾ ਗੁੜ। ਫਿਰ ਦੂਆ ਤਰੀਕਾ, ਇਹ ਵੀ ਸ਼ਰਾਬ ਕੱਢਣ ਦਾ ਹੀ ਤਰੀਕਾ ਹੈ। ਗੁੜ ਕਰ ਗਿਆਨ ਧਿਆਨ ਕਰ ਮਹੂਆ। ਇੱਥੇ ਮਹੂਆ ਪੇੜ ਦਾ ਨਾਮ ਹੈ। ਅਸਲ 'ਚ ਮਹੂਏ ਦਾ ਪੇੜ ਹੁੰਦਾ, ਇੱਕ ਪੇੜ ਦਾ ਮਹੂਏ ਦਾ ਪੇੜ ਹੈ, ਇੱਕ ਉਸ ਨੂੰ ਲੱਗਿਆ ਹੋਇਆ ਫਲ ਹੈ। ਜਿਵੇਂ ਅੰਬ ਇੱਕ ਫਲ ਹੈ, ਇੱਕ ਅੰਬ ਪੇੜ ਹੈ। ਮਹੂਆ ਉਹਨੂੰ ਕਹਿ ਦਿੰਦੇ ਨੇ। ਖਜੂਰ ਜਾਣੀ ਫਲ ਨੂੰ ਵੀ ਕਹਿ ਦਿੰਦੇ ਨੇ, ਅੰਬ ਫਲ ਨੂੰ ਵੀ ਕਹਿ ਦਿੰਦੇ ਨੇ। ਅਸਲ 'ਚ ਅੰਬ ਪੇੜ ਹੁੰਦਾ, ਖਜੂਰ ਪੇੜ ਦਾ ਨਾਮ ਹੈ, ਮਹੂਆ ਵੀ ਪੇੜ ਦਾ ਨਾਮ ਹੈ। ਮਹੂਏ ਦਾ ਜਿਹੜਾ ਫਾਲਾ ਗੁੜ ਹੈ, ਉਹਦੇ ਤੋਂ ਦਾ ਗਿਆਨ ਹੈ। ਗਿਆਨ ਨੂੰ ਸਮਝ ਲਓ ਗੁੜ। ਗੁੜ ਕਰ ਗਿਆਨ ਧਿਆਨ ਕਾਹਦਾ ਕਰਨਾ? ਧਿਆਨ ਉਹਦਾ ਕਰਨਾ ਜਿੱਥੋਂ ਗਿਆਨ ਪੈਦਾ ਹੋਇਆ, ਜਿੱਥੋਂ ਮਹੂਆ ਪੈਦਾ ਹੋਇਆ। ਉਹ ਕੀ ਆ? ਉਹ ਪੇੜ ਹੈ, ਬਿਰਛ ਹੈ। ਬਿਰਛੇ ਹੇਠ ਸਭ ਜਨਤਾ ਇਕੱਠੇ, ਇੱਕ ਬਿਠੇ ਇੱਕ ਬੋਲਣ ਤੱਤੇ। ਬਿਰਛ ਹੈ ਜਦੋਂ ਇਹ ਸ਼ਬਦ ਹੈ, ਜਿਹੜਾ ਸ਼ਬਦ ਹੁਕਮ ਹੈ, ਇਹਨੂੰ ਬਿਰਛ ਕਹਿੰਦੇ ਨੇ, ਕਿਉਂਕਿ ਇਹਨੂੰ ਫਲ ਲੱਗਦੇ ਨੇ। ਫਲ ਬਿਰਛ ਨੂੰ ਲੱਗਦਾ ਹੁੰਦਾ। ਧਿਆਨ ਕਰ ਮਹੂਆ, ਜਿੱਥੋਂ ਫਲ ਆਇਆ ਧਿਆਨ ਉਹਦਾ ਕਰ। ਉਹਨਾਂ ਨੇ ਕਿਹਾ ਵੇਦ ਬੜਾ ਕਿ ਜਹਾਂ ਤੇ ਆਇਆ, ਗਿਆਨ ਬੜਾ ਕਿ ਜਿੱਥੋਂ ਗਿਆਨ ਆਇਆ ਉਹ ਬੜਾ। ਭਾਵੇਂ ਗਿਆਨ ਨੂੰ ਗੁਰੂ ਕਿਹਾ ਹੋਇਆ, ਪਰ ਗਿਆਨ ਗੁਰੂ ਜੜ ਹੈ, ਚੇਤਨ ਨਹੀਂ ਹੈ। ਚੇਤਨ ਕੋਲੋਂ ਆਇਆ। ਚੇਤਨ ਵੇਦ ਚੇਤਨ ਕੋਲੋਂ ਆਏ ਨੇ, ਭੇਜਿਆ ਚੇਤਨ ਨੇ। ਵੇਦ ਬੜਾ ਜਹਾਂ ਤੇ ਆਇਆ, ਜਿੱਥੋਂ ਆਇਆ ਉਹ ਚੇਤਨ ਹੈ, ਬੜਾ ਉਹ ਹੈ, ਜੜ ਨਹੀਂ ਬੜਾ ਹੁੰਦਾ। ਸਾਰੀ ਸ੍ਰਿਸ਼ਟੀ ਜੀ ਨੇ ਪੈਦਾ ਕੀਤੀ, ਉਹ ਬੜਾ, ਉਹ ਚੇਤਨ ਹੈ। ਸ੍ਰਿਸ਼ਟੀ ਬੜੀ ਨਹੀਂ ਹੈ, ਚੇਤਨ ਬੜਾ। ਜਿੱਥੋਂ ਆਇਆ ਗਿਆਨ, ਨਾਨਕ ਨੇ ਤਾਂ ਬੋਲਿਆ ਨਾ, ਉਹ ਤਾਂ ਕਿਹਾ ਜੈਸੀ ਮੈਂ ਆਵੇ ਖਸਮ ਕੀ ਬਾਣੀ। ਅਸਲ 'ਚ ਉਹ ਖਸਮ ਕੀ ਜਿਹੜੀ ਬਾਣੀ ਹੈ, ਉਹ ਤਾਂ ਹੈਗਾ ਪੇੜ। ਆਇਆ ਤਾਂ ਖਸਮ ਕੀ ਬਾਣੀ ਚੋਂ। ਤੈਸੜਾ ਕਰੀ ਗਿਆਨ ਵੇ ਲਾ ਲੋ। ਗਿਆਨ ਕੀਤਾ ਵਿਅਕਤੀ ਨੇ। ਵਿਅਕਤੀ ਵੀ ਚੇਤਨ ਹੈ, ਦੇਖੋ ਵਿਅਕਤੀ ਵੀ ਚੇਤਨ ਹੈ, ਗਿਆਨ ਕਰਾਉਣ ਵਾਲਾ ਵੀ ਚੇਤਨ ਹੈ, ਜਿੱਥੋਂ ਆਇਆ ਉਹ ਵੀ ਚੇਤਨ ਹੈ। ਜਿਹੜਾ ਗੁਰਬਾਣੀ ਦੇ ਵਿੱਚ ਗਿਆਨ ਹੈ, ਉਹ ਜੜ ਹੈ, ਚੇਤਨ ਨਹੀਂ ਹੈ। ਕਿਉਂਕਿ ਬ੍ਰਹਮ ਗਿਆਨੀ ਦਾ ਭੋਜਨ ਗਿਆਨ। ਚੇਤਨ ਜੇ ਹੁੰਦਾ ਤਾਂ ਆਪ ਬੋਲਦਾ। ਜੇ ਚੇਤਨ ਹੁੰਦਾ ਜਾਂ ਅੱਖਰ ਆਪ ਬੋਲਦੇ, ਅੱਖਰ ਤਾਂ ਬੋਲਦੇ ਨਹੀਂ। ਅੱਖਰ ਨਹੀਂ ਆਪ ਬੋਲਦੇ ਨਾ, ਅੱਖਰ ਆਪਣੇ ਅਰਥ ਆਪ ਦੱਸਦੇ ਨੇ। ਉਹ ਗੱਲ ਅਲੱਗ ਹੈ ਕਿ ਬਾਣੀ ਰਚਣ ਵਾਲਿਆਂ ਨੇ ਗੁਰਬਾਣੀ ਦੇ ਅੱਖਰਾਂ ਦੀ ਵਿਆਖਿਆ ਦੇ ਵਿੱਚ ਕਰ ਦਿੱਤੀ। ਉਹ ਸਾਡੇ ਵਾਸਤੇ, ਤਾਂ ਕਿ ਸਾਨੂੰ ਪਤਾ ਲੱਗੇ ਡਿਕਸ਼ਨਰੀਆਂ ਦੇ ਵਿੱਚ ਸਾਰੀ ਭਾਸ਼ਾ 'ਚ ਹੋਰ ਅਰਥ ਨੇ, ਇੱਥੇ ਹੋਰ ਅਰਥ ਨੇ। ਉਹ ਸਾਨੂੰ ਦੱਸ ਦਿੱਤਾ ਵੀ ਇਹਨਾਂ ਅਰਥਾਂ ਦੇ ਵਿੱਚ ਇਹਨਾਂ ਨੂੰ ਸਮਝਿਓ, ਦੂਜੇ ਅਰਥਾਂ ਦੇ ਵਿੱਚ ਨਹੀਂ ਸਮਝਿਆ ਜਾ ਸਕਦਾ। ਜਿਵੇਂ ਅਸਵਾਰ ਲਫ਼ਜ਼ ਹੈ, ਅਸਵਾਰ ਲਫ਼ਜ਼ ਦਾ ਅਰਥ ਘੋੜੇ ਤੇ ਚੜ੍ਹਨ ਵਾਲਾ ਨਹੀਂ ਹੁੰਦਾ। ਬਿਨ ਘੋੜੀ ਘੋੜਾ ਕੈਸਾ ਅਸਵਾਰ, ਅਸਵਾਰ ਕੈਸਾ ਘੋੜੇ ਤੇ ਬਿਨ। ਹੁਣ ਅਸਵਾਰ ਅਸੀਂ ਵਰਤਦੇ ਹਾਂ ਸਵਾਰੀ ਕਰਨ ਵਾਲੇ ਨੂੰ, ਰਾਈਡਰ ਨੂੰ, ਜਿਹੜੇ ਘੋੜੇ ਤੇ ਚੜ੍ਹਦਾ ਨਹੀਂ ਹੈ। ਉਹਦਾ ਨਾਮ ਘੋੜ ਸਵਾਰ ਹੈ। ਘੋੜ ਸਵਾਰ ਹੈ ਉਹਦਾ ਨਾਮ। ਅਸਵਾਰ ਗੱਲਾਂ ਨਹੀਂ ਹੁੰਦਾ। ਵਾਰ ਮਤਲਬ ਹੁੰਦਾ ਬਾਲਾ। ਵਾਰ ਦਾ ਮਤਲਬ ਬਾਲਾ, ਜਿਹਨੂੰ ਬਾਲਾ ਕਹਿੰਦੇ ਨਾ ਅਸੀਂ, ਬਾਲਾ।
ਜ਼ਿਮੀਦਾਰ ਜਿਵੇਂ ਕਹਿੰਦੇ ਆ ਅਸਵਾਰ ਆ ਘੋੜੇ ਵਾਲਾ, ਜੇ ਘੋੜਾ ਹੀ ਨਹੀਂ ਘੋੜੇ ਵਾਲਾ ਕਿਵੇਂ ਕਹਾਂਗੇ ਉਹਨੂੰ? ਜਿਹਦੇ ਘਰ ਘੋੜਾ ਹੈ ਹੀ ਨਹੀਂ ਉਹਨੂੰ ਘੋੜੇ ਵਾਲਾ ਕਿਵੇਂ ਕਹਾਂਗੇ? ਜੇ ਅਸਵਾਰ ਦਾ ਅਰਥ ਅਸੀਂ ਘੋੜੇ ਦੀ ਸਵਾਰੀ ਕਰਨ ਵਾਲਾ ਲਾਈਏ ਤਾਂ ਹਾਥੀ ਦੇ ਸਵਾਰ ਨੂੰ ਸਵਾਰ ਕਹਿੰਦੇ ਨੇ। ਫਿਰ ਪੰਕਤੀ ਜਿਹੜੀ ਆ ਉਹਦਾ ਅਰਥ ਨਿਰਾਰਥਕ ਹੋ ਜਾਊਗਾ ਜੇ ਵਿਦਵਾਨ ਵਾਲੇ ਅਰਥ ਲੈ ਲਈਏ। ਇਹ ਨਹੀਂ ਲੈ ਸਕਦੇ ਅਸੀਂ ਆਪਣੀ ਭਾਸ਼ਾ 'ਚ ਅਸਵਾਰ ਹੋਰ ਕਿਸੇ ਨੂੰ ਕਹਿੰਦੇ ਹਾਂ, ਅਸੀਂ ਅਰਥ ਗਲਤ ਕਰ ਲਏ। ਉੱਥੇ ਹੁੰਦਾ ਅਸਵਾਰ ਦਾ ਮਤਲਬ ਘੋੜੇ ਵਾਲਾ, ਜਿਹੜਾ ਘੋੜੇ ਤੇ ਸਵਾਰੀ ਕਰਦਾ ਉਹਨੂੰ ਕਹਿੰਦਾ ਘੋੜ ਸਵਾਰ। ਪਿਆਦਾ ਪੈਦਲ ਚੱਲਣ ਵਾਲਾ, ਘੋੜ ਸਵਾਰ ਘੋੜੇ ਤੇ ਚੜ੍ਹਨ ਵਾਲਾ, ਹਾਥੀ ਦੇ ਸਵਾਰ ਹਾਥੀ ਤੇ ਚੜ੍ਹਨ ਵਾਲਾ। ਰਥਾਂ ਤੇ 3 ਕਿਸਮ ਦੇ ਸਵਾਰ ਹੁੰਦੇ ਸੀ ਲੜਾਈ 'ਚ, ਰਥਾਂ ਤੇ ਚੜ੍ਹਨ ਵਾਲੇ, ਹਾਥੀਆਂ ਤੇ ਚੜ੍ਹ ਕੇ ਜੰਗ ਕਰਨ ਵਾਲੇ ਤੇ ਘੋੜਿਆਂ ਤੇ ਚੜ੍ਹ ਕੇ ਜੰਗ ਕਰਨ ਵਾਲੇ। ਸਵਾਰ ਤਾਂ 3 ਹੀ ਨੇ। ਫਿਰ ਘੋੜ ਸਵਾਰ ਕਹਿੰਦੇ ਨੇ। ਅਸ ਘੋੜੇ ਨੂੰ ਕਹਿੰਦੇ ਨੇ, ਵਾਰ ਵਾਲਾ। ਜੇ ਘੋੜਾ ਹੈ ਤਾਂ ਘੋੜੇ ਵਾਲਾ ਵੱਜੂਗਾ ਉਹਨੂੰ। ਇਹ ਅਰਥ ਨੇ ਉੱਥੇ। ਇਸ ਕਰਕੇ ਇਹ ਜਿਹੜੀ ਗੁਰਬਾਣੀ ਦੇ ਵਿੱਚ ਅਰਥ ਲਏ ਹੋਏ ਨੇ, ਇਹ ਮੂਲ ਜਦੋਂ ਲਫ਼ਜ਼ ਘੜਿਆ ਜੀ ਨੇ ਉਦੋਂ ਇਹਦੇ ਅਰਥ ਕੀ ਸੀ, ਬਾਅਦ ਦੇ ਵਿੱਚ ਕੀ ਪੈ ਗਏ ਸਾਡੀ ਆਪਣੀ ਭਾਸ਼ਾ 'ਚ ਵਰਤੋਂ 'ਚ, ਉਹ ਪਿੱਛੇ ਵਾਲੇ ਅਰਥ ਨਹੀਂ ਲੈਣੇ। ਇਹ ਆਦ ਬਾਣੀ ਹੈ, ਇਹਦੇ ਆਦ ਅਰਥ ਲੈਣੇ ਨੇ, ਕਿਉਂਕਿ ਆਦ ਬਾਣੀ ਹੈ, ਅਰਥ ਵੀ ਆਦ ਵਾਲੇ ਹੀ ਲੈਣੇ ਨੇ। ਬਚਾਉਣ ਵਾਲੇ ਅਰਥ ਜਾਂ ਹੋਣ ਵਾਲੇ ਅਰਥ ਨਹੀਂ ਲਏ ਜਾ ਸਕਦੇ। ਲਫ਼ਜ਼ਾਂ ਦੇ ਅਰਥ ਬਦਲਦੇ ਰਹਿੰਦੇ ਨੇ। ਜਿਹੜੇ ਕਿੰਨੇ ਅਰਥ ਇੱਕ ਪੰਕਤੀ ਦਾ ਕਰਦੇ ਨੇ ਉਹਨਾਂ ਨੂੰ ਇਸੇ ਗੱਲ ਦੀ ਸਮਝ ਨਹੀਂ ਹੈ। ਸੱਚ ਇੱਕ ਹੁੰਦਾ, ਇੱਕੋ ਅਰਥ ਹੋਣਗੇ ਗੁਰਬਾਣੀ ਦੇ। ਸੱਚ ਬਹੁਤੇ ਨਹੀਂ ਹੁੰਦੇ। ਉਹ ਜਿਹਦਾ ਸਚਾਈ ਰੁੜ ਗਈ ਉਹਨਾਂ ਤੋਂ ਸੱਚ ਰੁੜ ਗਿਆ ਗੁਰਬਾਣੀ ਦਾ। ਆਪਣੀ ਨਾਲ ਤਾਂ ਉਹਨੇ ਵਿਦਵਾਨ ਸੀ ਨਾ, ਮੂਰਖ। ਵਿਦਵਾਨ ਮੂਰਖ ਹੁੰਦੇ ਨੇ। ਕਲਾਕਾਰੀ ਕੀਤੀ, ਕਲਾਕਾਰੀ ਦਿਖਾਈ, ਸੱਚ ਰੋਲ ਕੇ ਰੱਖਤਾ, ਸੱਚ ਖਤਮ ਹੀ ਕਰਤਾ ਗੁਰਬਾਣੀ। ਸੱਚ ਜਦ ਇੱਕ ਹੈ, ਤੁਸੀਂ 20 ਅਰਥ ਕਰਤੇ, ਸੱਚਾ ਤਾਂ ਇੱਕੋ ਹੀ ਹੈ। ਜਿਹੜੇ 19 ਝੂਠੇ ਨੇ ਉਹ ਭੱਬਲ ਭੂਸੇ 'ਚ ਪਾ ਦੇਣਗੇ ਦੁਨੀਆਂ ਨੂੰ। ਠੀਕ ਅਰਥ ਫਿਰ ਕਿਹੜਾ ਹੋਇਆ? ਕਿਹਨੂੰ ਠੀਕ ਸਮਝੂ ਸੰਗਤ, ਕਿਹਨੂੰ ਗਲਤ ਸਮਝੂ? ਉਹਨਾਂ ਨੇ ਕਿਹਾ ਠੀਕ ਅਰਥ ਤੇ ਅਸੀਂ ਕੀ ਲੈਣਾ, ਠੀਕ ਤੇ ਔਰ ਬੇਠੀਕ ਤੇ ਅਸੀਂ ਕੀ ਲੈਣਾ? ਅਸੀਂ ਤਾਂ ਆਪਣੀ ਕਲਾਕਾਰੀ ਦਿਖਾਤੀ। ਆ ਕੁਛ ਹੁੰਦਾ ਆਇਆ ਪਿੱਛੇ, ਇਹ ਨਹੀਂ ਠੀਕ ਹੈਗਾ। ਸੱਚ ਇੱਕ ਹੈ, ਇੱਕ ਦਾ ਹੀ ਬੱਲਾ ਫੜਾਇਆ ਸਾਨੂੰ। ਇੱਕ ਸੱਚ ਹੁੰਦਾ। ਝੂਠ ਦੇ ਰੂਪ ਬਥੇਰੇ ਨੇ। ਝੂਠ ਦੇ ਰੂਪ ਜਿੰਨਾ ਮਰਜ਼ੀ ਕੱਢ ਲਓ ਤੁਸੀਂ, ਝੂਠੇ ਰੂਪ ਜਿੰਨਾ ਮਰਜ਼ੀ ਬਣਾ ਲਓ, ਤੇ ਸੱਚ ਇੱਕੋ ਹੀ ਹੁੰਦਾ। ਹਾਂਜੀ। ਗੁੜ ਕਰ ਗਿਆਨ ਧਿਆਨ ਕਰ ਮੂਹਾ। ਗੁੜ ਕਰ ਗਿਆਨ, ਉਹ ਲਾਹਣ ਬਣਾਉਣਾ ਨਾ, ਗੁੜ ਪਾਉਣਾ ਪਊ ਨਾ ਵਿੱਚ। ਉਹ ਗਿਆਨ ਦਾ ਲਾਹਣ ਬਣਾਉਣਾ। ਆ ਗੁਰਬਾਣੀ ਲਾਹਣ ਹੈ ਕਿ ਗਿਆਨ ਇਹਦੇ ਵਿੱਚ। ਧਿਆਨ ਕਰ ਮੂਹਾ, ਧਿਆਨ ਕਿਹਦੇ ਨਾਲ ਜੋੜਿਆ? ਸ਼ਬਦ ਨਾਲ, ਤੁਰਕੀ ਬਾਣੀ ਨਾਲ। ਸੁਰਤ ਸ਼ਬਦ ਭਵ ਸਾਗਰ ਤਰੀਏ। ਇਹ ਤੁਰਕੀ ਬਾਣੀ ਹੈ, ਸ਼ਬਦ ਹੈ, ਉਹਦਾ ਧਿਆਨ ਧਰ ਕੇ ਉਹਦੇ ਨਾਲ ਜੁੜ ਕੇ ਧਿਆਨ ਕਰ ਮੂਹਾ। ਭਉ ਪਾਠੀ ਧਿਆਨ ਕਿਹਦੇ ਨਾਲ ਜੋੜਨਾ? ਧਿਆਨ ਪਿੱਛੇ ਜੋੜਨਾ ਜਿੱਥੇ ਸ਼ਬਦ ਆਇਆ, ਜਿੱਥੋਂ ਬਾਣੀ ਆਈ ਹੈ। ਧਿਆਨ ਉੱਥੇ ਕਿ ਪਹੁੰਚਣਾ ਸੀ, ਉੱਥੇ ਜਿੱਥੋਂ ਬਾਣੀ ਆਈ ਹੈ। ਟਾਰਗੇਟ ਸਾਡਾ ਉਹ ਹੈ, ਗੁਰਬਾਣੀ ਟਾਰਗੇਟ ਨਹੀਂ। ਜਿਹੜੇ ਹੁਣ ਗੁਰੂ ਗ੍ਰੰਥ ਨੂੰ ਟਾਰਗੇਟ ਬਣਾ ਕੇ ਇਹਦੇ ਦਰਸ਼ਨ ਕਰ ਲੈਂਦੇ ਨੇ, ਉਹ ਮਾਇਆ 'ਚ ਰਹਿਣਗੇ, ਨਰਕ 'ਚ ਰਹਿਣਗੇ। ਉਹ ਨਹੀਂ ਜਾ ਸਕਦੇ, ਕਿਉਂਕਿ ਮੋਗਾ ਛੱਡਤਾ ਉਹਨਾਂ ਨੇ। ਗੁੜ ਖਾਣ ਲੱਗੇ, ਪੇੜ ਛੱਡਤਾ। ਪੇੜ ਵਿੱਚ ਹੈ ਚੇਤਨ। ਜਿਹੜਾ ਦਰਖਤ ਹੁੰਦਾ ਉਹਦੇ ਵਿੱਚ ਚੇਤਨ ਹੁੰਦਾ, ਉਹਦੇ ਫਲ ਵਿੱਚ ਚੇਤਨ ਨਹੀਂ ਹੁੰਦਾ। ਦਰਖਤ ਫਲ ਉਹਨਾਂ ਚਿਰ ਦਿੰਦਾ ਜਿੰਨਾ ਚਿਰ ਚੇਤਨ ਵਿੱਚ ਬੈਠਾ ਹੈ। ਦਰਖਤ ਵਿੱਚ ਆਤਮਾ ਬੈਠੀ ਹੈ, ਨਹੀਂ ਤਾਂ ਦਰਖਤ ਨੇ ਸੁੱਕ ਜਾਣਾ। ਜਦੋਂ ਦਰਖਤ ਮਰ ਗਿਆ ਸੁੱਕ ਜੂਗਾ ਜੇ ਆਤਮਾ ਨਹੀਂ ਰਹੀ। ਜਿੰਨਾ ਚਿਰ ਦਰਖਤ ਹਰਾ ਹੈ ਉਹਨਾਂ ਚਿਰ ਹਰੀ ਵਿੱਚ ਬੈਠਾ ਉਹਦੇ
ਹਰ ਵਿੱਚ ਬੈਠਾ ਹੈ, ਹਰ ਵਿੱਚ ਬੈਠਾ ਤਾਂ ਹਰਾ ਦਰਖਤ। ਦਰਖਤ ਦਾ ਮਨ ਤਾਂ ਹਰਾ ਉਹਨਾਂ ਚਿਰ ਹੀ ਹੈ, ਉਹਨਾਂ ਜਿਹੜੇ ਦਰਖਤ ਵੱਧਦਾ, ਉਹਨਾਂ ਜਿਹੜੇ ਫੁੱਲ ਲੱਗਦਾ, ਉਹਨਾਂ ਜਿਹੜੇ ਪੱਤੇ ਨਵੇਂ ਫੁੱਟਦੇ ਨੇ, ਉਹਨਾਂ ਜਿਹੜੇ ਫਲ ਲੱਗਦਾ। ਜਿੰਨਾ ਚਿਰ ਆਤਮਾ ਵਿੱਚ ਬੈਠੀ ਹੈ, ਚੇਤਨ ਹੈ। ਧਿਆਨ ਕਰ ਮੂਹਾ ਭਉ ਪਾਠੀ ਮਨ ਧਾਰਾ। ਭਉ ਪਾਠੀ ਮਨ ਧਾਰਾ। ਭਉ ਜਿਹੜਾ ਹੈ, ਪ੍ਰੇਮ ਜਿਹੜਾ ਹੈ, ਭੁੱਖ ਜਿਹੜੀ ਹੈ, ਭੁੱਖ ਔਰ ਪ੍ਰੇਮ ਕੋਈ ਗੱਲ ਹੁੰਦੀ ਹੈ। ਭਉ ਦੀ ਪਾਠੀ ਹੈ, ਭੁੱਖ ਤੇਰੀ ਪਾਠੀ ਹੈ। ਭੁੱਖ ਅਗਨੇ ਹੁੰਦੀ ਹੈ। ਭੁੱਖ ਕੀ ਹੈ? ਭੁੱਖ ਭਸਮ ਕਰ ਦਿੰਦੀ ਹੈ ਖਾਧੇ ਪੀਤੇ ਨੂੰ। ਜੇ ਭੁੱਖ ਵੇਲੇ ਕੁਝ ਨਾ ਖਾਈਏਗਾ ਨੇ ਅੰਦਰ ਗਰਮੀ ਪੈ ਗਈ, ਗਰਮੀ ਹੁੰਦੀ ਹੈ ਨਾ ਭੁੱਖ। ਜੇ ਭੁੱਖ ਵੇਲੇ ਕੁਝ ਨਾ ਖਾਈਏ ਜਾਣ ਬੁੱਝ ਕੇ, ਜਾਂ ਉਸ ਵੇਲੇ ਸਾਡੇ ਕੋਲ ਕੋਈ ਸਾਧਨ ਨਾ ਹੋਵੇ ਖਾਣ ਦਾ, ਤਾਂ ਅੰਦਰ ਗਰਮੀ ਪੈ ਜਾਂਦੀ। ਭੁੱਖ ਆਪਣੇ ਆਪ 'ਚ ਪਾਠੀ ਹੈ। ਭਉ ਪਾਠੀ ਮਨ ਧਾਰਾ ਯਾਨੀ ਪੀਣ ਦੀ ਇੱਛਾ ਹੋਵੇ, ਭੁੱਖ ਹੋਵੇ, ਨਾਮ ਦੀ ਇੱਛਾ ਹੋਵੇ, ਜੇ ਗੁਣ ਗਿਆਨ ਕੀਤਾ ਹੋਵੇ, ਧਿਆਨ ਮੂਹੇ ਦਾ ਕੀਤਾ ਹੋਵੇ, ਭੁੱਖ ਨਾਮ ਦੀ ਹੋਵੇ, ਫਿਰ ਧਾਰਾ ਚੂ ਪੈਂਦੀ ਹੈ, ਫਿਰ ਧਾਰ ਮਿਲ ਜਾਂਦੀ ਹੈ। ਸੰਤ ਰਹਿ ਲਿਵ। ਅਸਲ 'ਚ ਜਿਹੜਾ ਉਤਲੇ ਤਿੰਨ ਲਫ਼ਜ਼ ਨੇ, ਗੁਣ ਕਰ ਗਿਆਨ, ਧਿਆਨ ਕਰ ਮੂਹਾ, ਭਉ ਪਾਠੀ, ਇਹ ਗੁਰਮੁਖ ਦਾ ਨਕਸ਼ਾ ਹੈ, ਗੁਰਮੁਖ ਹੈ। ਇਹ ਗੁਰਮੁਖ ਦਾ ਨਕਸ਼ਾ ਹੈ, ਇਹ ਗੁਰਸਿੱਖ ਦਾ ਨਕਸ਼ਾ ਹੈ। ਇਹ ਇਹੋ ਜਿਹਾ ਗੁਰਸਿੱਖ ਜਦ ਹੁੰਦਾ ਤਾਂ ਉਹਦੇ ਅੰਦਰ ਧਾਰਾ, ਫਿਰ ਮਹਿੰਗਾ ਵਰਸ ਜਾਂਦਾ ਉਹਦੇ ਤੇ। ਇਹ ਗੁਰਸਿੱਖ ਦੀ ਅਵਸਥਾ ਦੱਸੀ ਹੈ। ਇਹ ਸੰਤ ਦੀ ਵੀ ਇਹੀ ਅਵਸਥਾ। ਸੰਤ ਰਹਿਣ ਲੋਕ ਧਾਰ ਕੇ ਹੈ ਨਾ, ਗੁਰਸਿੱਖ ਸੰਤ ਹੈ। ਇਹ ਉਹਦੀ ਅਵਸਥਾ ਜਦ ਇੱਥੇ ਪਹੁੰਚਦੀ ਹੈ, ਫੇਰ ਧਾਰਾ ਚੁੱਲਦੀ ਹੈ, ਫੇਰ ਨਾਮ ਮਿਲਦਾ ਹੈ। ਉਦੋਂ ਪਹਿਲਾਂ ਨਹੀਂ ਮਿਲਦਾ। ਭੁੱਖ ਕਾਹਦੀ ਹੋਵੇ? ਸਿਰਫ ਨਾਮ ਦੀ। ਧਿਆਨ ਕਿਹਦਾ ਹੋਵੇ? ਤੁਰਕੀ ਬਾਣੀ ਦਾ। ਇਹਦਾ ਮਤਲਬ ਮਾਇਆ ਦਾ ਧਿਆਨ ਹੈ ਨਹੀਂ, ਫਿਰ ਬਿਲਕੁਲ ਮਾਇਆ ਦਾ ਧਿਆਨ ਹੀ ਨਹੀਂ ਹੈ। ਗਿਆਨ ਕਾਹਦਾ? ਉਹ ਗੁਰਬਾਣੀ ਦਾ। ਗੁਰਬਾਣੀ ਦੇ ਗਿਆਨ ਨਾਲ ਮੂਹੇ ਦਾ ਧਿਆਨ ਲਾਉਣਾ, ਜੋਗੀਆਂ ਬਾਣੀ ਲਾ ਲੈਣਾ ਆਕਾਸ਼ 'ਚ ਧਿਆਨ। ਆਹ ਮਤਲਬ ਹੈ ਗਿਆਨ ਨਾਲ ਧਿਆਨ ਜੋੜਨਾ। ਜਿਹਦਾ ਗਿਆਨ ਗੁਰਬਾਣੀ ਦੱਸਿਆ ਉਹਦੇ ਧਿਆਨ ਜੋੜਨਾ, ਨਾ ਕਿ ਜੋਗੀਆਂ ਉਹੀ ਆਕਾਸ਼ ਜੋੜ ਲੈਣਾ ਧਿਆਨ। ਉਹ ਫਰਜੀ ਧਿਆਨ ਹੈ, ਫਰਜੀ। ਗੁੜ ਕਰ ਗਿਆਨ, ਧਿਆਨ ਕਰ। ਧਿਆਨ ਜੋਗੀ ਵੀ ਜੋੜਦੇ ਨੇ, ਪਰ ਇਹ ਗਿਆਨ ਧਿਆਨ ਇਸ ਨੂੰ ਕਿਹਾ ਜੋ ਸੰਭਾਸ਼ਣ ਹੈ। ਗੁਰਬਾਣੀ ਦੇ ਗਿਆਨ ਨਾਲ ਜਿੱਥੇ ਗੁਰਬਾਣੀ ਜੋੜ ਨੂੰ ਕਹਿੰਦੀ, ਉੱਥੇ ਐਂ ਜੋੜਨਾ। ਧਿਆਨ ਕਰ ਮੂਹਾ, ਭਉ ਪਾਠੀ, ਭੁੱਖ ਕਾਹਦੀ ਹੈ? ਨਾਮ ਦੀ। ਮਨ ਧਾਰਾ। ਤ੍ਰਿਸ਼ਨਾ ਦੀ ਭੁੱਖ ਮਿਟੀ ਹੋਈ ਹੈ, ਉਸ ਵੇਲੇ ਨਾਮ ਦੀ ਭੁੱਖ ਹੈਗੀ ਹੈ। ਤ੍ਰਿਸ਼ਨਾ ਤਾਂ ਸੰਤੋਖ ਨਾਲ ਪਹਿਲਾਂ ਹੀ ਬੁਝ ਗਈ। ਇਹ ਅਵਸਥਾ ਬਿਰਲੇ ਦੀ ਬਣਦੀ ਹੈ। ਇਹ ਅਵਸਥਾ ਨਹੀਂ ਬਣਦੀ ਹਰੇਕ ਦੀ, ਕਿਉਂਕਿ ਤ੍ਰਿਸ਼ਨਾ ਬਿਰਲੇ ਦੀ ਬੁਝਦੀ ਹੈ। ਤ੍ਰਿਸ਼ਨਾ ਬੁਝ ਕੇ ਅਵਸਥਾ ਬਣਦੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਰਹੇ। ਤ੍ਰਿਸ਼ਨਾ ਬੁਝੀ ਦੇ ਬਾਅਦ ਅਵਸਥਾ ਬਣਦੀ ਹੈ। ਜਿਹਦੀ ਅਵਸਥਾ ਬਣ ਜਾਂਦੀ ਹੈ, ਉਹਦੇ ਧਾਰਾ ਚੁ ਪੈਂਦੀ ਹੈ, ਉਹਦੇ ਵਰਸ ਜਾਂਦਾ। ਭਉ ਪਾਠੀ ਮਨ ਧਾਰਾ। ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀ ਬਨਹਾਰਾ। ਸੁਖਮਨ ਨਾਰੀ ਜਿਹੜੀ ਬੁੱਧੀ ਹੈ, ਬੁੱਧੀ ਸੁਖਮਨ ਨਾਰੀ ਆ। ਨਾਰੀ ਦਾ ਮਤਲਬ ਇਸਤਰੀ। ਇਹ ਮਨ ਦਾ ਪਰਮਾਨੈਂਟ ਸੁਖ ਚਾਹੁੰਦੀ ਹੈ। ਅਸਲ ਸੁਖ ਕਹਿੰਦੀ ਆ ਜਿਹੜੇ ਸੰਸਾਰੀ ਸੁਖ ਨੇ ਨਾ, ਇਹ ਨਹੀਂ ਚਾਹੁੰਦੀ। ਇਹਨੂੰ ਐਸਾ ਸੁਖ ਦੇਣਾ ਜਿਹੜਾ ਇਹਨੂੰ ਦੁੱਖ ਮੁੜ ਕੇ ਹੋਵੇ ਹੀ ਨਾ। ਸੁਖਮਨ ਨਾਰੀ ਸਹਿਜ ਸਮਾਨੀ। ਸਹਿਜ ਸਮਾਨੀ ਉਹ ਵੀ ਟਿਕੀ ਹੋਈ ਹੈ, ਮਾਇਆ ਚ ਨਹੀਂ ਭਜਦੀ। ਹੁਣ ਸਹਿਜ ਵਿੱਚ ਟਿਕੀ ਹੋਈ ਆ ਵੀ ਇੱਥੋਂ ਮਿਲੂਗਾ, ਭਰੋਸਾ ਹੈ ਉਹਨੂੰ। ਸਹਿਜ ਸਮਾਨੀ ਵਾਲਾ ਭਰੋਸਾ ਵੀ ਜ਼ਰੂਰ ਦਊਗਾ। ਉਹ ਭਰੋਸੇ ਬਿਨਾਂ ਖੜਦੀ ਨਹੀਂ ਹੈ ਸੁਰਤ। ਭਰੋਸੇ ਬਿਨਾਂ ਮਨ ਨਹੀਂ ਖੜਦਾ। ਜੇ ਭਰੋਸਾ ਨਹੀਂ ਤਾਂ ਮਨ ਨਹੀਂ ਖੜਦਾ ਹੈ।
ਮਨ ਉਸੇ ਦਾ ਖੜਦਾ ਜਿਹਨੂੰ ਭਰੋਸਾ ਹੋਵੇ। ਇਹਨਾਂ ਨੇ ਸ਼ਰਧਾ ਵਾਲੀ ਸਿੱਖੀ ਪੜ੍ਹਾਤੀ, ਸ਼ਰਧਾ ਵਾਲੇ ਨੂੰ ਭਰੋਸਾ ਹੁੰਦਾ ਹੀ ਨਹੀਂ। ਤਾਂ ਹੀ ਤਾਂ ਕੋਈ ਬੜੀਆ ਤੇ ਚਲੇਗਾ, ਕੋਈ ਕਿਤੇ ਚਲੇਗਾ, ਕੋਈ ਭਗਤ ਨਾਲ ਚਲੇ। ਸ਼ਰਧਾ ਨਾ, ਸ਼ਰਧਾ ਬਦਲਣ ਵਾਲੀ ਚੀਜ਼ ਹੈ। ਸ਼ਰਧਾ ਦਾ ਲਾਲਚ ਦਾ ਦੂਆ ਨਾ, ਇੱਥੋਂ ਨਹੀਂ ਪੂਰੀ ਹੋਈ ਸੁੱਖ ਦੂ, ਜਿੱਥੋਂ ਪੂਰੀ ਹੁੰਦਾ ਉੱਥੇ ਚਲਾ ਜਾਊਗਾ। ਸ਼ਰਧਾ ਵਾਲੇ ਲੋਕ ਬੇਤਵਾਰੇ ਨੇ, ਲੋਭੀ ਨੇ। ਲੋਭੀ ਦਾ ਵਿਸ਼ਵਾਸ ਨਹੀਂ ਕਰੀਦਾ ਹੁੰਦਾ, ਲੋਭੀ ਦੇ ਅੰਦਰ ਵਿਸ਼ਵਾਸ ਹੁੰਦਾ ਨਹੀਂ, ਲੋਭੀ ਕਿਸੇ ਤੇ ਵਿਸ਼ਵਾਸ ਕਰਦਾ ਨਹੀਂ। ਇਸ ਕਰਕੇ ਸੱਚਖੰਡ ਲੋਭੀ ਤੇ ਵਿਸ਼ਵਾਸ ਕਰਦਾ ਨਹੀਂ। ਲੋਭੀ ਦਾ ਵਸਾ ਨਾ ਕੀਜਾ ਜੇਕਰ ਭਾਰ ਵਸਾਏ। ਲੋਭੀ ਦਾ ਵਸਾ ਨਹੀਂ ਕਰਨਾ ਚਾਹੀਦਾ। ਜਿਹੜਾ ਅੱਗੇ ਮਾਇਆ ਦੀ ਡਿਮਾਂਡ ਕਰਦਾ, ਮਾਇਆ ਦੀ ਉਹ ਗੱਲ ਕਰਦਾ, ਮਾਇਆ ਦੀ ਅਰਦਾਸ ਕਰਾਉਂਦਾ, ਇਹ ਮੰਨ ਲਓ ਸਿੱਖ ਬਣ ਨਹੀਂ ਸਕਦਾ। ਸਿੱਖੀ ਨਾਲ ਉਹਨੂੰ ਉਹਦਾ ਲੈਣ ਦੇਣ ਨਹੀਂ, ਸਿੱਖੀ ਨਾਲ ਕੋਈ, ਉਹ ਤਾਂ ਲੋਭੀ ਹੈ। ਹਾਂਜੀ, ਸੁਖਮਨ ਨਾੜੀ ਸਹਿਜ ਸਮਾਧੀ। ਬੁੱਧੀ ਵੀ ਸਹਿਜ ਅਵਸਥਾ ਜੇ ਟਿਕੀ ਹੋਈ ਅਵਸਥਾ ਜੇ ਸਮਾਈ ਹੋਈ ਹੈ। ਬੁੱਧੀ ਵੱਖਰੀ ਨਹੀਂ ਹੈ। ਹੁਣ ਜੇ ਦੇਰ ਹੋ ਰਹੀ ਹੈ, ਕੁਛ ਬੁੱਧੀ ਹੋਰ ਸੋਚੇ, ਕੋਈ ਯਤਨ ਕਰੇ, ਨਹੀਂ ਕੁਛ ਨਹੀਂ। ਹਾਂ, ਸਹਿਜ ਸਮਾਧੀ ਪੀਵੇ ਪੀਵਣ ਹਾਰਾ, ਪੀਵੇ ਪੀਵਣਾ, ਫੇਰ ਪੀਵਣ ਹਾਰਾ ਪੀਂਦਾ। ਉਹ ਤੋਂ ਪਹਿਲਾਂ ਜੇ ਬੁੱਧੀ ਸਹਿਜ ਸਮਾਧੀ ਨਹੀਂ ਹੈ, ਹਿਲਦੀ ਹੈ, ਡੋਲਦੀ ਹੈ, ਫਿਰ ਪੀਵਣ ਹਾਰੇ ਨੂੰ ਨਹੀਂ ਨਾ ਮਿਲ ਸਕਦਾ। ਇੱਥੇ ਆ ਕੇ ਜੇ ਬੁੱਧੀ ਟਿਕੀ ਹੋ ਰਹੇ, ਚਾਹੇ ਦੇਰ ਕਿੰਨੀ ਹੋ ਜਾਵੇ, ਇਹ ਤਾਂ ਕਹਿ ਸਕਦੀ ਹੈ, ਇੱਥੇ ਬੋਲ ਸਕਦੀ ਹੈ। ਇੱਕ ਬੂੰਦ ਜਲ ਕਾਰਲੇ ਚਾਤਰਕ ਦੁੱਖ ਪਾਵਾ, ਇਹ ਤਾਂ ਬੋਲ ਸਕਦੀ ਹੈ। ਪ੍ਰਾਣ ਦਾ ਸਾਗਰ ਮਿਲੇ ਫਨ ਕਾਮ ਨਾ ਆਵੇ, ਇਹ ਤਾਂ ਕਹਿ ਸਕਦੀ ਹੈ। ਪਰ ਧਿਆਨ ਤਾਂ ਉਹਦਾ ਹੀ ਹੈ ਨਾ, ਇੱਥੇ ਵੀ ਭਰੋਸਾ ਤਾਂ ਉਹਦਾ ਤੇ ਹੀ ਹੈ ਨਾ। ਇੱਕ ਬੂੰਦ ਜੇ ਤੂੰ ਦੇ ਦੇਵੇਂ, ਇੱਕ ਬੂੰਦ ਨਾਲ ਮੇਰੇ ਦਾ ਸਰ ਜਾਣਾ, ਇੱਕ ਬੂੰਦ ਨਾਲ ਜਿਉਂਦਾ ਹੋ ਜਾਣਾ, ਇਹਨੇ ਮਰੇ ਨੇ। ਜਲ ਕਾਰਲੇ ਚਾਤਰਕ ਦੁੱਖ ਪਾਵਾ, ਬਬੀ ਜਿਹੜਾ ਮੇਰਾ ਮਨ ਦੁੱਖ ਪਾਉਂਦਾ, ਮਰਿਆ ਵਾਲਾ ਮਨ ਹੈ ਨਾ, ਜਿਉਂਦਾ ਹੋਣਾ ਇਹਨੇ। ਇੱਕ ਬੂੰਦ ਨਾਲ ਜਿਉਂਦਾ ਹੋ ਜਾਣਾ। ਤਾਂ ਹੀ ਕਹੇ ਇੱਕ ਬੂੰਦ ਭਰ ਤਨ ਮਨ ਦੇ ਬੂ ਜੇ ਮਨ ਦੇ ਕਲਾਲੀ ਰੇ, ਪਹਿਲੇ ਸ਼ਬਦ ਚ ਹੀ ਆਇਆ ਹੈ। ਹਾਂਜੀ, ਉਦੋਂ ਮੇਰਾ ਮਨ ਮਤਵਾਰਾ, ਉਦੋਂ ਆ ਜੋਗੀਆਂ ਦਾ ਜਿਹੜਾ ਜ਼ਿਆਦਾ ਖਾ ਕੇ ਨਸ਼ੇ ਨਾਲ ਗੁੰਨ ਗੁੰਨ ਹੋ ਕੇ ਬੈਠਾ ਰਹਿੰਦਾ। ਅਕਲ ਨੂੰ ਸੁਣ ਕਰਕੇ ਬਹਿ ਜਾਂਦੇ ਨੇ। ਅਕਲ ਕੰਮ ਨਾ ਕਰੇ, ਬਸ ਇਹਨਾਂ ਦਾ ਮਤਲਬ ਅਕਲ ਜਾਂ ਕੰਮ ਕਰਦੇ ਅੜ ਜਾਂਦੀ ਹੈ, ਸੁਰਤ ਜਿਹੜੀ ਹੈ ਸਿੱਖ ਜਾਂਦੀ ਹੈ। ਉਹਨੂੰ ਉਦੋਂ ਕਹਿੰਦੇ ਨੇ। ਉਹ ਮੱਤ ਮਾਰਨੀ ਨਹੀਂ, ਮੱਤ ਤਾਂ ਪ੍ਰਗਟ ਕਰਨੀ ਹੈ, ਮੱਤ ਨਹੀਂ ਮਾਰਨੀ ਹੈ। ਅਕਲੀ ਸਾਹਿਬ ਸੇਵੀਏ, ਅਕਲ ਤੋਂ ਕੰਮ ਲੈਣਾ। ਉਹ ਕਹਿੰਦੇ ਨੇ ਅਕਲ ਨੂੰ ਬੇਅਕਲ ਕਰ ਦੇਣਾ, ਅਕਲ ਨੂੰ ਨਿਲ ਕਰ ਦੇਣਾ। ਜੋਗੀ ਕਹਿੰਦੇ ਨੇ ਅਕਲ ਨੂੰ ਨਿਲ ਕਰ ਦੋ, ਅਕਲ ਨੂੰ ਨਿਲ ਨਹੀਂ ਕਰਨਾ। ਅਕਲੀ ਪੜ ਕੇ ਬੂਝੀ ਅਕਲੀ ਕੀਜੇ ਦਾਨ, ਨਾਨਕ ਆਖੇ ਰਾਹ। ਹੋਰ ਗੱਲਾਂ। ਜੋਗੀ ਸ਼ੈਤਾਨ ਕਿਉਂ ਬਣ ਗਏ, ਨਾਟਕ ਚਟਕ ਕਿਉਂ ਕਰਨ ਲੱਗੇ? ਮਿਲਿਆ ਕੁਛ ਨਹੀਂ। ਕੀ ਕਰਦੇ? ਇਹ ਤਾਂ ਕਹਿੰਦੇ ਸਾਨੂੰ ਮਿਲਿਆ ਨਹੀਂ, ਫਿਰ ਤਾਂ ਉਹ ਕਿਸੇ ਨੇ ਪੁੱਛਣਾ ਨਹੀਂ ਸੀ। ਜਦੋਂ ਕੁਛ ਮਿਲਦਾ ਨਹੀਂ ਧਰਮ ਚੋਂ, ਮਾਂ ਬੜੇ ਬੜੇ ਝੂਠ ਬੋਲਣੇ ਪੈਂਦੇ ਨੇ। ਜਿਨ੍ਹਾਂ ਲੋਕਾਂ ਨੂੰ ਕੱਖ ਨਹੀਂ ਮਿਲਿਆ, ਉਹਨਾਂ ਨੇ ਬੜੇ ਬੜੇ ਝੂਠ ਬੋਲੇ ਨੇ। ਕੋਈ ਤਾਂ ਕਹਿੰਦਾ ਮੈਨੂੰ ਨਾਨਕ ਦੇ ਦਰਸ਼ਨ ਹੋ ਗਏ, ਕੋਈ ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋ ਗਏ, ਕੋਈ ਕਹਿੰਦਾ ਜੀ ਉਹ ਤਾਂ ਛੱਤ ਨਾਲ ਲੱਗ ਜਾਂਦਾ ਸੀ, ਵਾਹਿਗੁਰੂ ਵਾਹਿਗੁਰੂ ਕਰਦਾ, ਕੋਈ ਕੁਛ। ਇਹ ਝੂਠ ਹੈ। ਜੈ ਗਿਆਨ ਤਾਂ ਧਰਮ ਹੈ, ਜਿੱਥੇ ਬ੍ਰਹਮ ਗਿਆਨ ਆਤਮ ਗਿਆਨ ਹੈ ਉੱਥੇ ਹੀ ਧਰਮ ਹੈ। ਜੇ ਆਤਮ ਗਿਆਨ ਨਹੀਂ ਹੋਇਆ, ਧਰਮ ਚ ਕਾਮਯਾਬ ਨਹੀਂ ਹੋਇਆ, ਫਿਰ ਉਹ ਝੂਠ ਦਾ ਸਹਾਰਾ ਲੈ ਬਿਨਾਂ ਖੜੇ ਨਹੀਂ ਰਹਿ ਸਕਦੀ ਮਤ। ਕਿ ਹੋਰ ਝੂਠ ਬੋਲ ਕੇ ਹੋਰ ਜੋੜਨੇ ਨੇ ਕਹਾ, ਅਗਲੀ ਪੀੜ੍ਹੀ ਜੋੜਨੀ ਹੈ ਝੂਠ ਬੋਲ ਕੇ, ਜੋੜਨਾ ਨਹੀਂ ਰਹੇ ਨਾਲ ਕਿਸੇ। ਅਗਲੀ ਪੀੜ੍ਹੀ ਜੋ ਜੋੜਨ ਵਾਸਤੇ ਨਾਲ ਝੂਠ ਬੋਲਦੇ ਨੇ। ਜਿਹੜਾ ਕੂੜ ਹੈ, ਕੂੜ ਗਾਹਾਂ ਜੋੜੀ ਜਾਂਦਾ, ਡਬੋਈ ਜਾਂਦਾ। ਕੂੜ ਡੋਬੇ ਪੂਰਾ ਦੇ ਪੂਰ ਝੂਠ ਬੋਲ ਕੇ ਡੋਬੀ ਜਾਂਦੇ ਨੇ। ਆ ਕੁਛ ਕਰ ਰਹੇ ਨੇ ਲੋਕ। ਇਹ ਨਕਸ਼ਾ ਦੱਸਿਆ ਆ। ਕੂੜ ਡੋਬੇ ਪੂਰ ਨਾਨਕ ਬਖਾਣੇ ਬੇਨਤੀ ਤੁਸੀਂ ਬਾਜ
ਸੱਚ ਤੋਂ ਬਿਨਾਂ ਸਭ ਕੂੜੇ ਕੂੜ ਹੈ। ਸੱਚ ਦੀ ਗੱਲ ਕੋਈ ਨਹੀਂ ਦੱਸਦਾ, ਝੂਠ ਬੋਲੀ ਜਾਂਦੇ ਨੇ। ਝੂਠ ਦਾ ਸਾਰਾ ਲੈ ਲਿਆ। ਜਿਨ੍ਹਾਂ ਨੇ ਨਾਨਕ ਦੇ ਦਰਸ਼ਨ ਕੀਤੇ ਨੇ, ਦੋ ਆਦਮੀ ਨੇ, ਦੋਹਾਂ ਨੇ ਫੋਟੋਆਂ ਬਣਾਈਆਂ ਨੇ, ਆਪਸ ਵਿੱਚ ਹੀ ਨਹੀਂ ਮਿਲਦੀਆਂ। ਕਿਉਂ ਬਈ ਆਪਸ ਵਿੱਚ ਹੀ ਫੋਟੋਆਂ ਕਾਹਦੇ ਨਹੀਂ ਮਿਲਦੀਆਂ? ਦਰਸ਼ਨ ਤਾਂ ਇੱਕ ਆਦਮੀ ਦੇ ਹੋਏ ਨੇ ਦੋਹਾਂ ਨੂੰ। ਦੋਹਾਂ ਨੇ ਫੋਟੋਆਂ ਬਣਵਾਈਆਂ ਨੇ, ਉਹ ਕਹਿੰਦਾ ਹੈ ਜਾ, ਉਹ ਕਹਿੰਦਾ ਹੈ ਜਾ, ਦੋਏ ਝੂਠੇ ਨੇ। ਫਿਰ ਗੁਰਮਤਿ ਦਾ ਦਰਸ਼ਨ ਦੀ ਗੱਲ ਨਹੀਂ ਬਣਦੀ। ਗੁਰਮਤਿ ਇਹਦੇ ਖਿਲਾਫ ਹੈ, ਉਹ ਤਾਂ ਮੂਰਤੀ ਪੂਜਾ ਹੋ ਗਈ। ਤੁਸੀਂ ਨਾਨਕ ਤੇ ਕੀ ਲੈਣਾ? ਉਹ ਨਾਨਕ ਸੀਗਾ, ਸਰੀਰ ਜਿਹਦੇ ਦਰਸ਼ਨ ਹੋਏ ਨੇ, ਨਾਨਕ ਦੇ ਦਰਸ਼ਨ ਹੋਏ, ਲੈਣੇ ਨੂੰ ਨਾਨਕ ਬਣ ਗਿਆ। ਜਿਹਨੂੰ ਨਾਨਕ ਦੇ ਦਰਸ਼ਨ ਹੋਏ ਉਹ ਤਾਂ ਆਪੇ ਨਾਨਕ ਬਣ ਗਿਆ। ਜਿਨ੍ਹਾਂ ਨੂੰ ਨਾਨਕ ਦੇ ਦਰਸ਼ਨ ਹੋਏ ਨੇ, ਨਾਨਕੇ ਬਣਦੇ ਚਲੇ ਗਏ ਸਾਰੇ। ਜਿਹਨੂੰ ਹੁਣ ਨਾਨਕ ਦਾ ਦਰਸ਼ਨ ਹੋ ਗਿਆ, ਨਾਨਕ ਬਣ ਜੂਗਾ ਉਹ ਵੀ। ਉਹ ਦੱਸੂਗਾ ਨਾਨਕ ਕੀ ਕਹਿੰਦਾ ਸੀ, ਨਾਨਕ ਨੇ ਕੀ ਕਿਹਾ ਹੋਇਆ, ਉਹ ਅਰਥਾਊਗਾ ਬਾਣੀ ਨੂੰ। ਅੰਗਦ ਨੇ ਨਾਨਕ ਦੀ ਬਾਣੀ ਅਰਥਾਈ, ਗੁਰੂ ਅਮਰਦਾਸ ਨੇ ਨਾਨਕ ਦੀ ਬਾਣੀ ਅਰਥਾਈ, ਗੁਰੂ ਰਾਮਦਾਸ ਨੇ ਨਾਨਕ ਦੀ ਬਾਣੀ ਅਰਥਾਈ। ਨਾਨਕ ਦੀ ਮੈਂ ਕਾਹਦੇ ਕਹਿ ਰਿਹਾ? ਕਿਉਂਕਿ ਅਰਥਾਂ ਨੂੰ ਨਹੀਂ ਅਰਥਾਈਦਾ ਹੁੰਦਾ, ਮੂਲ ਨੂੰ ਅਰਥਾਈਦਾ। ਬਾਣੀ ਨਾਨਕ ਦੀ ਅਰਥਾਈ ਹੈ ਸਾਰਿਆਂ ਨੇ। ਜਿਹੜੇ ਅਰਥਾਤ ਹੈ ਉਹਨੂੰ ਨਹੀਂ ਅਰਥਾਇਆ ਹੈ, ਨਾਨਕ ਦੀ ਬਾਣੀ ਅਰਥਾਈ ਹੈ। ਅਰਥਾਂ ਨੂੰ ਥੋੜ੍ਹੀ ਅਰਥਾਈਦਾ ਹੁੰਦਾ, ਮੂਲ ਚੀਜ਼ ਨੂੰ ਅਰਥਾਈਦਾ। ਟੀਕਾ ਹੁਣ ਗੁਰਬਾਣੀ ਦਾ ਹੀ ਲਿਖਿਆ ਜਾਊਗਾ, ਜਿਹੜਾ ਲਿਖੂਗਾ ਕਿ ਟੀਕੇ ਦਾ ਟੀਕਾ ਲਿਖੂਗਾ, ਉਹਦਾ ਟੀਕਾ ਚੱਲ ਪਹਿਲੇ ਟੀਕੇ ਨਾਲ ਚਾਹੇ ਭਿੰਨ ਹੈ, ਪਰ ਹੈ ਤਾਂ ਮੂਲ ਬਾਣੀ ਦਾ ਟੀਕਾ ਨਾ। ਅਰਥਾਂ ਨੂੰ ਨਹੀਂ ਅਰਥਾਈਦਾ ਹੁੰਦਾ, ਮੂਲ ਚੀਜ਼ ਨੂੰ ਅਰਥਾਈਦਾ। ਨੌਵੇਂ ਪਾਤਸ਼ਾਹ ਤੱਕ, 10ਵੇਂ ਪਾਤਸ਼ਾਹ ਨੇ ਵੀ ਨਾਨਕ ਦੀ ਬਾਣੀ ਅਰਥਾਈ ਹੈ। ਅਸਲ 'ਚ ਇਹ ਭੁਲੇਖਾ ਇਹਨਾਂ ਨੂੰ, ਜਿਹਨਾਂ ਨੂੰ ਸਮਝ ਨਹੀਂ ਆਈ ਉਹਨਾਂ ਨੂੰ ਭੁਲੇਖਾ ਹੈ। 10ਵੇਂ ਪਾਤਸ਼ਾਹ ਕਹਿੰਦੇ ਪਿੰਡ, ਕਹਿੰਦੇ ਸ੍ਰੀ ਨਾਨਕ ਅੰਗਦ ਕਰ ਜਾਨੋ। ਕਹਿੰਦੇ ਅਸੀਂ ਸ੍ਰੀ ਨਾਨਕ ਨੂੰ ਅੰਗਦ ਸਮਝਿਆ। ਦੇਖੋ ਅੰਗਦ ਸ੍ਰੀ ਨਾਨਕ ਦੀ ਸਾਨੂੰ ਫਰਕ ਨਹੀਂ ਹੈ, ਉਹੀ ਹੈ। ਅੰਗਦ ਅਮਰਦਾਸ ਪਹਿਚਾਨੋ, ਅੰਗਦ ਅਮਰਦਾਸ ਹੈ, ਕੋਈ ਨਾ। ਜੇ ਅੰਗਦ ਅਮਰਦਾਸ ਹੈ ਤਾਂ ਅੰਗਦ ਨਾ ਅਮਰਦਾਸ ਨਾਨਕ ਵੀ ਹੈ, ਇੱਕੋ ਹੋ ਗਏ ਤਿੰਨੇ। ਅਮਰਦਾਸ ਰਾਮਦਾਸ ਕਹਾਇਓ, ਉਹ ਰਾਮਦਾਸ ਵੀ ਨਾਨਕੇ ਬਣ ਗਿਆ। ਸਾਧਨ ਲਗਾ ਮੋੜ ਨਹੀਂ ਪਾਇਓ। ਗੁਰਮੁਖਾਂ ਨੇ ਤਾਂ ਸਮਝ ਲਿਆ, ਇਹ ਦੇਖ ਲਿਆ ਕੀ ਗੱਲ ਹੈ ਮੈਂ ਕਹੀ, ਮੂਰਖਾਂ ਨੂੰ ਨਹੀਂ ਪਤਾ ਲੱਗਿਆ, ਨਾ ਪਤਾ ਲੱਗਿਆ ਨਾ ਲੱਗਣਾ। ਸਾਧਨ ਲਗਾ ਮੋੜ ਨਹੀਂ ਪਾਇਆ, ਮੂਰਖਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ। ਜਿਹੜੇ ਅੱਜ ਬਚਿੱਤਰ ਨਾਟਕ ਨੂੰ ਕਹਿੰਦੇ ਨੇ 10 ਪਾਤਸ਼ਾਹ ਦੀ ਬਾਣੀ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗੂ ਜਿਹੜੇ ਮੂਰਖ ਨੇ? ਸਿੱਧੀ ਹਿਸਾਬ ਹੈ ਵੀ ਮੂਰਖ ਨੇ, ਉਹ ਮੋੜ ਨੇ। ਸਾਧਨ ਲਗਾ ਮੋੜ ਨਹੀਂ ਪਾਇਓ। ਪਿੰਨ ਪਿੰਨ ਸਭ ਨੂੰ ਕਰ ਜਾਣਾ, ਸਾਰਿਆਂ ਨੇ ਚਾਰਾਂ ਨੂੰ ਪਿੰਨ ਪਿੰਨ ਕਰਕੇ ਜਾਣਿਆ। ਜਿਹੜੇ ਪਿੰਨ ਪਿੰਨ ਕਰਕੇ ਜਾਣਦੇ ਨੇ ਉਹ ਮੂਰਤੀ ਦੇ ਦਰਸ਼ਨ ਕਰਦੇ ਨੇ। ਉਹਨਾਂ ਵਾਸਤੇ ਨਾਨਕ ਹੋਰ ਹੈ, ਅੰਗਦ ਹੋਰ ਹੈ, ਅਮਰਦਾਸ ਹੋਰ ਹੈ, ਰਾਮਦਾਸ ਹੋਰ ਹੈ। ਜਿਹੜੇ ਬਾਹਰਲੇ ਸਰੀਰ ਦੇ ਦਰਸ਼ਨ ਦੀ, ਉਹ ਮੂਰਖ ਨੇ ਸਾਰੇ। ਯਾਨੀ ਇਹ ਬਚਿੱਤਰ ਨਾਟਕ ਦੀਆਂ ਜਿਹੜੀਆਂ ਲਾਈਨਾਂ ਨੇ ਇਹ ਦੱਸ ਰਹੀਆਂ ਨੇ ਵੀ ਉਹ ਮੂਰਖ ਨੇ, ਪਿੰਨ ਪਿੰਨ ਕਰਕੇ ਜਿਹੜੇ ਜਾਣਦੇ ਨੇ। ਜਿਹੜੇ ਨਾਨਕ ਨੂੰ ਸਰੀਰ ਕਰਕੇ ਜਾਣਦੇ ਨੇ, ਲੈਣਾ ਦਾ ਵੀ ਨਾਨਕ ਬਣ ਨਹੀਂ ਸਕਦਾ। ਸਰੀਰ ਉਹਦਾ ਹੋਰ ਆ, ਫੋਟੋ ਉਹਦੀ ਹੋਰ ਆ, ਉਹਦੀ ਹੋਰ ਹੈ। ਅਮਰਦਾਸ ਕਿਵੇਂ ਬਣ ਜੂਗਾ ਨਾਨਕ? ਉਹਦੀ ਫੋਟੋ ਹੋਰ ਆ, ਉਹਦੀ ਹੋਰ ਹੈ। ਸਾਧਨ ਲਗਾ ਮੂੜ ਨਹੀਂ ਪਾਇਓ। ਮੂਰਖਾਂ ਨੂੰ ਨਹੀਂ ਪਤਾ ਲੱਗ ਸਕਦਾ ਇਸ ਗੱਲ ਦਾ। ਜਿਨ ਜਾਣਿਆ, ਇਹ ਵੀ ਸ਼ਰਤਾਂ ਨਾਲ, ਜਿਹਨੇ ਜਾਣ ਲਿਆ ਇਸ ਕਰਕੇ, ਜਿਵੇਂ ਅਸੀਂ ਦੱਸਿਆ ਇੱਕ ਰੂਪ 'ਚ ਤੇਰੇ ਸਿੱਧ ਪਾਈ, ਉਹਨਾਂ ਨੂੰ ਸਿੱਧੀ ਪ੍ਰਾਪਤ ਹੋਊ, ਉਹਨਾਂ ਨੂੰ ਸਮਝ ਆਊਗਾ। ਅੱਗੇ ਕਿਹਨੂੰ ਸਿੱਧੀ ਪ੍ਰਾਪਤ ਹੋਈ? ਅੱਗੇ ਸਿੱਧੀ ਪ੍ਰਾਪਤ ਹੋਈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਨੂੰ। ਉਹ ਬੜੇ ਭਾਈ ਨੂੰ ਤਾਂ ਨਹੀਂ ਹੋਈ, ਪਿੰਨ ਪਿੰਨ ਕਰਕੇ ਜਾਣਿਆ ਸੀ ਉਹਨੇ। ਬੜੇ ਭਾਈ ਨੂੰ ਸਿੱਧੀ ਕਿਉਂ ਨਹੀਂ ਪ੍ਰਾਪਤ ਹੋਈ? ਸਮਝ ਕਿਉਂ ਨਹੀਂ ਆਈ? ਪਿੰਨ ਪਿੰਨ ਕਰ ਜਾਣਿਆ ਸੀ। ਅਰਜਨ ਦੇਵ ਨੇ ਪਿੰਨ ਪਿੰਨ ਕਰਕੇ ਨਹੀਂ ਜਾਣਿਆ, ਇੱਕ ਜਾਣਿਆ। ਇਸ ਕਰਕੇ ਅਰਜਨ ਦਾ ਨਾਨਕ ਬਣ ਗਿਆ, ਦੂਆ ਕੋਈ ਨਹੀਂ ਬਣ ਸਕਿਆ। ਅਰਜਨ ਨਾਨਕ ਬਣਿਆ ਨਾ,
ਦੂਜਿਆਂ ਨੇ ਭਿੰਨ ਭਿੰਨ ਕਰਕੇ ਜਾਣਿਆ ਸੀ। ਗੱਲ ਇਹ ਕਹਿ ਗਏ, ਉਹ ਕਹਿ ਵੀ ਗਏ, ਕਿਹਾ ਵੀ ਕੁਛ ਨਹੀਂ, ਕਿਉਂਕਿ ਰਾਮਦਾਸ ਤੇ ਚੁੱਪ ਕਰ ਗਏ ਸੀ ਨਾ। ਜਾ ਕੇ ਰੌਲਾ ਕਿੱਥੇ ਜਾ ਕੇ ਪਿਆ ਗੱਦੀ ਦਾ? ਗੁਰੂ ਅਰਜਨ ਦੇਵ ਤੇ ਰੌਲਾ ਪਿਆ ਨਾ। ਰਾਮਦਾਸ ਨਾਲ ਜੇ ਗੱਲ ਸੀ, ਸਕੇ ਭਾਈਆਂ ਦੀ ਨਹੀਂ ਸੀ। ਰਾਮਦਾਸ ਨਾਲ ਗੁਰਿਆਈ ਦਾ ਝਗੜਾ ਸਕੇ ਭਾਈਆਂ ਦਾ ਨਹੀਂ ਹੈ, ਉਹਦਾ ਗੁਰੂ ਅਮਰਦਾਸ ਦੇ ਮੁੰਡਿਆਂ ਦਾ ਇਤਰਾਜ਼ ਸੀ। ਉਹ ਗੱਲ ਹੋਰ ਹੈ। ਇੱਥੇ ਸਗਾ ਭਾਈ ਹੈ ਬੜਾ, ਉਹ ਖਿਲਾਫ ਹੈ। ਔਰ ਇਹਨਾਂ ਦਾ ਆਪਣਾ ਬਜ਼ੁਰਗ ਹੈ, ਖਾਨਦਾਨ, ਦਸਮ ਪਾਤਸ਼ਾਹ ਦਾ ਆਪਣਾ ਹੀ ਖਾਨਦਾਨ ਹੈ, ਸੋਢੀ ਨੇ। ਉਹ ਵੀ ਨਹੀਂ ਬਖਸ਼ਿਆ ਨਹੀਂ ਹੈ ਉਹਨਾਂ ਨੇ। ਸਮਝਦਾਰਾਂ ਦਾ ਪਤਾ ਕੀ ਕਹਿ ਗਏ, ਇੱਥੇ ਬਖਸ਼ਿਆ ਨਹੀਂ। ਉੱਥੇ ਇੱਕ ਤਾਂ ਤੀਰ ਮੱਲੀਏ ਸਾਰੇ ਕੱਟਤੇ, ਇਹ ਕੱਟਤੇ ਸਾਰੇ, ਇੱਧਰ ਨੂੰ ਜਾਓ। ਇਹ ਸਾਰੇ ਮੂਰਖ ਨੇ, ਜਿਨ੍ਹਾਂ ਨੇ ਪਿੰਡ ਪਿੰਡ ਕਰਕੇ ਜਾਣਿਆ, ਮਹਾਮੂਲ ਨੇ। ਸਾਧਨ ਲਖਾ ਮੂਲ ਨਹੀਂ ਪਾਇਆ। ਜਿਹੜੇ ਦਿੱਲੀ ਨਾਲ ਲਓ ਜੀ, ਬੜੇ ਭਾਈ ਦਾ ਹੱਕ ਹੁੰਦਾ ਹੀ ਹੈ। ਉਹ ਕੌਣ ਸੀ? ਉਹ ਮੂਲ ਸੀ। ਜਿਹੜੇ ਸਾਧ ਸੀ, ਇਹਦੇ ਸਾਧਾਂ ਦੀ ਗੱਲ ਸੀ ਨਾ। ਸਾਧਨ ਲਖਾ ਪੰਜਵੇਂ ਪਾਤਸ਼ਾਹ ਨਾਨਕ ਬਣ ਗਏ ਨਾ। ਉਹ ਕਿਉਂ ਨਹੀਂ ਬਣਿਆ ਨਾਨਕ? ਉਹ ਕਿਉਂ ਨਹੀਂ ਕਹਾ ਸਕਿਆ ਨਾਨਕ? ਉਹ ਪਿੰਡ ਪਿੰਡ ਕਰਕੇ ਜਾਣਦਾ ਸੀ। ਬੜੇ ਡੂੰਘੇ ਭੇਦ ਨੇ ਗੱਲਾਂ ਦੇ, ਬਹੁਤ ਜ਼ਿਆਦਾ ਗਹਿਰੇ। ਇਹ ਕੀ ਜਾਣ ਮੂਰਖ ਵੀ ਗੱਲ ਕੀ ਹੈ। ਹਾਂਜੀ, ਉਦੋਂ ਮੇਰਾ ਮਨ ਮਤਵਾਰਾ, ਉਨ ਮਦ ਚੜਾ ਮਦਨ ਰਸ ਚਾਖਿਆ, ਸਿਰ ਭਵਨ ਪਿਆ ਉਜਿਆਰਾ। ਉਦੋਂ ਮੇਰਾ ਮਨ ਮਤਵਾਰਾ, ਉਦੋਂ ਨੂੰ ਕਹਿ ਰਿਹਾ ਨਾ ਕਬੀਰ, ਕਹਿੰਦਾ ਮੇਰਾ ਮਨ ਮਤਵਾਰਾ ਹੋਇਆ ਹੈ। ਮੈਂ ਐਸਾ ਨਸ਼ਾ ਪੀਤਾ ਹੈ, ਐਸੀ ਸ਼ਰਾਬ ਪੀਤੀ ਹੈ। ਇਹਦੀ ਵਿਆਖਿਆ ਕੀਤੀ ਹੋਈ ਹੈ ਅੱਗੇ ਜਾ ਕੇ। ਕਹਿੰਦੇ ਸੱਚ ਸਰਾ ਗੁੜ ਬਹਾਰਾ। ਸੱਚ ਵੀ ਸ਼ਰਾਬ ਹੈ, ਸਰਾ ਸ਼ਰਾਬ ਨੂੰ ਕਹਿੰਦੇ ਨੇ। ਸ਼ਰਾਬ ਬਣਿਆ ਨਾ, ਸ਼ਰਾ ਲਿਖਿਆ ਹੈ। ਸੱਚ ਸ਼ਰਾ ਗੁੜ ਬਹਾਰਾ, ਗੁੜ ਨਹੀਂ ਪਰ ਪੈਂਦਾ। ਸੱਚ ਵੀ ਨਸ਼ਾ, ਪਰ ਇਹ ਗੁੜ ਨਹੀਂ ਪੈਂਦਾ। ਗੁੜ ਕਰ ਗਿਆਨ ਪੈਂਦਾ, ਇਹ ਚ ਗੁੜ ਨਹੀਂ ਪੈਂਦਾ। ਲਾਹਣ ਇਹਦਾ ਵੀ ਬਣਦਾ, ਪਰ ਗਿਆਨ ਦੇ ਗੁੜ ਦਾ ਬਣਦਾ ਇਹਦਾ ਲਾਹਣ। ਨਾਮ ਪੈਂਦਾ ਚ ਗੁਰਬਾਣੀ ਹਰ ਨਾਮ ਸਮਾਇਆ। ਹਾਂਜੀ, ਉਨਮਦ ਚੜਾ ਮਦਨ ਰਸ ਚਾਖਿਆ। ਉਨਮਦ ਚੜਾ, ਮੈਨੂੰ ਵੀ ਉਨਮਦ ਚੜ ਗਿਆ। ਮਦਨ ਰਸ ਚਾਖਿਆ, ਤੇਰੇ ਭਵਨ ਪਿਆ ਉਜਿਆਰਾ। ਉਨਮਦ ਕੀ ਹੁੰਦਾ? ਉਨਮਦ ਹੁੰਦਾ ਕਿਸੇ ਦੀ ਪਰਵਾਹ। ਉਹ ਕਹਿੰਦੇ ਨੇ ਨਾ, ਜਿਹੜਾ ਕਿਸੇ ਦੀ ਪਰਵਾਹ ਨਾ ਕਰੇ। ਸ਼ਰਾਬੀ ਫਿਰ ਪਰਵਾਹ ਕਰਦਾ ਕਿਸੇ ਦੀ? ਜਾਂ ਬੋਲਦਾ ਥਾਣੇਦਾਰ ਦੀ ਨਹੀਂ ਕਰਦਾ, ਚਾਹੇ ਛਿੱਤਰ ਪੈ ਜਾਣ ਚੋ। ਕਹਿੰਦੇ ਉਹ ਉਨਮਦ ਚੜ ਗਿਆ ਮੈਨੂੰ, ਮੈਂ ਨਹੀਂ ਕਿਸੇ ਨੂੰ ਕੋਈ ਸਮਝਦਾ। ਹੁਣ ਮੇਰੇ ਵਾਸਤੇ ਰਾਜਾ ਵੀ ਕਮਾਲ ਹੈ, ਕਹਿ ਰਿਹਾ ਨਾ ਕਬੀਰ। ਸੋ ਜਾਣੇ ਅੰਦਰ ਕੋ ਰਮਕ, ਇੰਦਰ ਨੂੰ ਵੀ ਕਮਾਲ ਸਮਝਦਾ ਉਹ। ਤੇ ਉਨਮਦ ਹੈ ਨਾ, ਨਸ਼ੇ 'ਚ ਬੋਲਦਾ ਨਾ। ਫਿਰ ਇਹ ਭੜਕ ਗਿਆ ਮੈਂ ਨਾਲ, ਉਨਮਦ ਚੜਾ। ਹਾਂ, ਮਦਨ ਰਸ ਚਾਖਿਆ। ਮਦਨ ਰਸ, ਸਾਰੇ ਨਸ਼ਿਆਂ ਦਾ ਨਸ਼ਾ ਹੈ ਮਦਨ। ਜਿਹਨੇ ਨਸ਼ੇ ਨੇ ਸਾਰਿਆਂ ਦਾ ਸਾਰਾ ਤੇਜ ਹੈ, ਉਦੋਂ ਸਾਰਿਆਂ ਨੂੰ ਇਹਦਾ ਨਸ਼ਾ। ਇਹ ਉਤਰਦਾ ਹੀ ਨਹੀਂ ਦਿਨ ਰਾਤ। ਉਹ ਤਾਂ ਕਿਸੇ ਵੇਲੇ ਲੱਥ ਜਾਂਦਾ, ਘੱਟ ਵੱਧ ਹੋ ਜਾਂਦਾ, ਘੱਟ ਵੱਧ ਹੁੰਦਾ ਹੀ ਨਹੀਂ ਹੈ। ਇੱਕ ਵਾਰ ਪੀਤਾ ਹੋਇਆ ਹੀ ਬਸ ਬਹੁਤ ਹੈ। ਉਤਰਦਾ ਹੀ ਨਹੀਂ ਹੈ, ਘਟਦਾ ਹੀ ਨਹੀਂ। ਵਧੀ ਭਾਵੇਂ ਜਾਵੇ, ਘਟਦਾ ਹੈ ਹੀ ਨਹੀਂ। ਉਨਮਦ ਚੜਾ ਮਦਨ ਰਸ ਚਾਖਿਆ। ਅਜੇ ਚਾਖਿਆ ਜਾਂ ਪੀਤਾ ਨਹੀਂ, ਸਵਾਦ ਲਿਆ, ਟੇਸਟ ਲਿਆ, ਉਹਦਾ ਜੀਵ ਨੂੰ ਲਾਇਆ। ਤੇਰੇ ਭਵਨ ਪਿਆ। ਮਿਲਿਆ ਕਿੰਨਾ ਦੀ? ਮਿਲਿਆ ਤਾਂ ਇੱਕ ਕਿਣਕਾ ਸੀ। ਕਿਣਕਾ ਚਖਿਆ ਹੀ ਹੈ ਨਾ। ਮਦਨ ਰਸ ਚਾਖਿਆ, ਤੇਰੇ ਭਵਨ ਪਿਆ ਉਜਿਆਰਾ। ਤੇਰੇ ਭਵਨ ਪਿਆ। ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ। ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ। ਫਿਰ ਭਵਨ ਪਿਆ ਉਜਿਆਰਾ। ਤਿੰਨਾਂ ਲੋਕਾਂ ਦਾ ਚਾਨਣ ਹੋ ਗਿਆ ਮੈਨੂੰ। ਉਜਿਆਰਾ ਚਾਨਣ, ਤਿੰਨੇ ਲੋਕ ਦਿੰਦੇ ਨੇ ਇਸ ਵਕਤ ਮੈਨੂੰ।
ਤੇ ਇਹ ਹੈ ਬ੍ਰਹਮ ਗਿਆਨੀ का मन प्रकाश है जैसे तारू पर ਤਿੰਨੇ ਲੋਕ ਹੋ ਗਏ ਨਾ। ਇਹਨਾਂ ਗੱਲਾਂ ਦੀ ਵਿਆਖਿਆ ਅੱਗੇ ਕੀਤੀ ਹੋਈ, ਇਸੇ ਗੱਲ ਦੀ ਵਿਆਖਿਆ ਕੀਤੀ ਹੈ ਨਾ, ਉਹ ਪੰਜਬ ਭਾਸ਼ਾ ਨੇ ਕਰਤੀ ਜਾ ਕੇ ਕੀਤੀ ਇਸੇ ਦੀ ਵਿਆਖਿਆ। ਹਾਂਜੀ, ਦੁਏ ਪਰ ਜੋਰ ਰਸਾਈ ਭਾਠੀ ਪਿਓ ਮਹਾਰਸ ਭਾਰੀ ਕਾਮ ਕ੍ਰੋਧ ਦੁਏ ਲਿਏ ਜਲੇਤੇ ਜਲੇਤਾ ਛੂਟ ਗਈ ਸੰਸਾਰੀ। ਛੂਟ ਗਈ ਸੰਸਾਰੀ, ਦੂਈ ਗੱਲ ਕਹੀ ਹੈ। ਦੁਏ ਪਰ ਜੋਰ ਰਸਾਈ ਭਾਠੀ, ਉਹ ਦੋ ਪੁੜ ਹੁੰਦੇ ਨੇ ਉਹਦੇ, ਆ ਜਿਹੜੇ ਅੱਗੇ ਚੁੱਲ੍ਹੇ ਬਣਾਉਂਦੇ ਹੁੰਦੇ ਸੀ ਮਿੱਟੀ ਦੇ, ਉਹ ਅੱਡੋ ਅੱਡੀ ਪੱਥਰ ਲੈਂਦੇ ਸੀ, ਅੱਡੋ ਅੱਡੀ ਚੌਰਸ ਜਿਹੇ ਬਣਾ ਕੇ ਨਾ, ਫਿਰ ਐਂ ਇਕੱਠੇ ਕਰਕੇ ਫਿਰ ਜੋੜ ਲੈਣੇ, ਉਹ ਤੀਜਾ ਪਿੱਛੇ ਲਾ ਕੇ ਅੱਡੋ ਅੱਡੀ 3 ਪੱਥਰ ਲੈਣੇ ਨੇ, ਇੱਕ ਤੀਜਾ ਪਿੱਛੇ ਲਾ ਕੇ ਉਹਨੂੰ ਮਿੱਟੀ ਨਾਲ ਕਨੈਕਸ਼ਨ ਦੇ ਦੇਣਾ। ਦੋਏ ਪੁਰ ਜੋਰ ਰਸਾਈ ਭਾਠੀ, ਦੋ ਪਾਸੇ ਜਿਵੇਂ ਆਪਾਂ ਇੱਟਾਂ ਰੱਖ ਲੈਂਦੇ ਹਾਂ, ਉੱਤੇ ਕੋਈ ਚੀਜ਼ ਰੱਖ ਲਈ, ਇਹ ਚਿੱਤਰ ਮਨ ਦੋਏ ਜੋੜ ਲੈ, ਇਹ ਗੱਲ ਹੋ ਭੱਠੀ ਸੀ ਰਸਾਲੀ ਰਸਾਈ। ਦੇਖੋ ਰਸਾਈ ਭਾਠੀ, ਜਲਾਈ ਭਾਠੀ ਨਹੀਂ ਲਿਖਿਆ ਹੋਇਆ, ਰਸਾਈ ਭਾਠੀ ਲਿਖਿਆ। ਜਾਂ ਚਿੱਤਰ ਮਨ ਜੋੜੇ, ਵਿੱਚੋਂ ਰਸ ਨਿਕਲਿਆ, ਦੋਹਾਂ ਚੋਂ ਰਸ ਪੈਦਾ ਹੋਇਆ। ਜਦ ਵਿਚਾਰਿਆ, ਉਹ ਜਿਹੜਾ ਕਬੀਰ ਕੋਲ ਉੱਥੇ ਗ੍ਰੰਥ ਜਿਹੜੇ ਪੜ੍ਹੇ, ਉਹਨਾਂ ਨੂੰ ਜਦ ਵਿਚਾਰਿਆ, ਉਹ ਗੱਲ ਕਰ ਰਿਹਾ ਕਬੀਰ ਉਸ ਵਿੱਚ। ਜਾਂ ਇੱਕ ਮਨ ਚਿੱਤ ਹੋ ਕੇ ਉਹ ਲਿਖਤਾਂ ਮੈਂ ਵਿਚਾਰੀਆਂ, ਚਿੱਤਰ ਮਨ ਇਕੱਠੇ ਹੋ ਕੇ ਜਦ ਦੋਹਾਂ ਨੇ ਵਿਚਾਰਿਆ, ਵਿੱਚੋਂ ਰਸ ਨਿਕਲਿਆ, ਸਮਝ ਆ ਗਈ। ਰਸਾਈ ਭਾਠੀ ਪਿਓ ਮਹਾਰਸ ਭਾਰੀ, ਹਿਰਦੇ ਜਿਹੜੀ ਮੇਰੇ ਭੁੱਖ ਸੀ, ਉਹ ਚ ਰਸ ਆ ਗਿਆ। ਪਿਓ ਮਹਾਰਸ ਭਾਰੀ ਭਾਰੀ, ਬਸ ਮਹਾਰਸੀ ਬਹੁਤ ਜ਼ਿਆਦਾ ਮਹਾਰਸੀ ਲੱਗ ਗਿਆ ਫਿਰ ਪੀਣ। ਪਿਓ ਮਹਾਰਸ ਭਾਰੀ ਭਾਰੀ, ਕਾਮ ਕ੍ਰੋਧ ਦੁਏ ਕੀਏ ਜਲੇਤਾ ਛੂਟ ਗਈ ਸੰਸਾਰੀ। ਕਾਮ ਔਰ ਕ੍ਰੋਧ ਦੀਆਂ ਦੋਹਾਂ ਦੀਆਂ ਲੱਕੜਾਂ ਬਣਾ ਕੇ ਜਾਲ ਤੇ, ਦੋ ਲੱਕੜ, ਇੱਕ ਲੱਕੜ ਨਹੀਂ ਜਲਦੀ ਹੁੰਦੀ, ਲੱਕੜਾਂ ਦੋਵੇਂ ਜਲਦੀਆਂ ਹੁੰਦੀਆਂ। ਘੱਟੋ ਘੱਟ 2 ਲੱਕੜਾਂ ਹੋਣ, ਉਹਨਾਂ ਦੇ ਨਾਲ ਰੱਖੀ ਹੈ, ਇਹਨੂੰ ਜਲ ਜਾਂਦੀ ਹੈ, ਇਹਨੂੰ ਜਲ ਜਾਂਦੀ ਹੈ। ਕਾਮਨਾ ਔਰ ਕ੍ਰੋਧ ਦੋਏ ਜਲੇਤੇ, ਕ੍ਰੋਧ ਦੇ ਨਾਲ ਕਾਮਨਾ ਜਾਲਤੀ, ਕ੍ਰੋਧ ਅੱਗ ਹੁੰਦੀ ਹੈ ਨਾ, ਕ੍ਰੋਧ ਦੇ ਨੇੜੇ ਲਿਆ ਕੇ ਕਾਮਨਾ ਦੋਏ ਪੜਾਤੇ। ਕੀ ਹੈ ਜਲੇਤਾ, ਦੋਏ ਜਲ ਗਏ। ਕਾਮ ਕ੍ਰੋਧ ਦੁਏ ਕੀਏ ਜਲੇਤਾ, ਦੋਏ ਹੈ, ਦੂਏ ਕਾਮ ਕ੍ਰੋਧ ਦੁਏ ਕੀਏ ਜਲੇਤਾ। ਦੂਏ ਦਾ ਮਤਲਬ ਦੋਨੋਂ, ਦੂਏ ਦਾ ਅਰਥ ਹੈ ਦੋਨੋਂ ਜਲਣ ਲਾਤੇ ਉੱਥੇ ਭੱਠੀ ਦੇ ਥੱਲੇ। ਹਾਂ, ਛੂਟ ਗਈ ਸੰਸਾਰੀ, ਬਸ ਸੰਸਾਰੀ ਛੁੱਟ ਗਈ। ਕਾਮ ਕਰੋ ਇੱਥੇ ਰੱਖਦੇ ਤੇ ਨਾ, ਸੰਸਾਰ 'ਚ ਜੋੜ ਕੇ ਛੂਟ ਗਈ ਸੰਸਾਰੀ। ਹਾਂ, ਪ੍ਰਗਟ ਪ੍ਰਕਾਸ਼ ਗਿਆਨ ਗੁਰ ਗੰਮਤ ਸਤਿਗੁਰ ਤੇ ਸੁਧ ਪਾਈ ਦਾਸ ਕਬੀਰ ਤਾਸ ਮਦ ਮਾਤਾ ਉਚਕ ਨ ਕਬਹੂ ਜਾਈ। ਹਾਂ, ਉਚਕ ਨ ਕਬਹੂ ਜਾਈ। ਹਾਂ, ਪ੍ਰਗਟ ਪ੍ਰਕਾਸ਼ ਪ੍ਰਗਟ ਹੋਇਆ ਹਿਰਦੇ 'ਚ, ਗਿਆਨ ਦਾ ਪ੍ਰਕਾਸ਼ ਹੋ ਗਿਆ, ਗਿਆਨ ਦੀ ਰੋਸ਼ਨੀ ਹੋ ਗਈ, ਸੂਰਜ ਚੜਿਆ ਆਇਆ ਹਿਰਦੇ 'ਚ। ਗਿਆਨ ਗੁਰ ਗੰਮਤ, ਜਿਉਂ ਮੈਨੂੰ ਗਿਆਨ ਮਿਲਦਾ ਚਲਿਆ ਗਿਆ ਨਾ, ਉੱਥੋਂ ਗ੍ਰੰਥਾਂ 'ਚੋਂ ਮੇਰੇ ਅੰਦਰ ਚਾਨਣ ਹੁੰਦਾ ਚਲਾ ਗਿਆ। ਗੁਰਬਾਣੀ ਵੀ ਚਾਨਣ ਕਰਦੀ ਹੈ, ਗੁਰਬਾਣੀ ਇਸ ਜਗ में ਚਾਨਣ, ਪਰ ਸਮਝ ਆਏ ਤੇ ਕਰਦੀ ਹੈ, ਨਹੀਂ ਤਾਂ ਲਾਈਟ ਜਲਾ ਕੇ ਪੜ੍ਹਨੀ ਪੈਂਦੀ ਹੈ। ਜੇ ਗੁਰਬਾਣੀ ਜਗ में ਚਾਨਣ ਬਾਹਰਲਾ ਮੰਨੋ ਤੁਸੀਂ ਜਿਹਨੂੰ ਗੁਰੂ ਮੰਨ ਕੇ, ਫਿਰ ਰੋਸ਼ਨੀ ਕਦੇ ਲਾਉਂਦੇ ਉੱਥੇ, ਬਿਨਾਂ ਰੋਸ਼ਨੀ ਤੇ ਪੜ੍ਹ ਲਿਆ ਕਰੋ। ਫਿਰ ਤਾਂ ਲਾਈਟ ਦੀ ਲੋੜ ਹੈ ਨਹੀਂ, ਬਿਜਲੀ ਦੀ, ਫਿਰ ਬਿਜਲੀ ਦੀ ਕੀ ਲੋੜ ਹੈ, ਇਹਦੇ ਨਾਲ ਕੰਮ ਲੈ ਲਓ। ਮੂਰਖ ਜਿਹੜੇ ਹੁੰਦੇ ਨੇ ਧਰਮ ਦਾ ਨਾਸ਼ ਕਰ ਦਿੰਦੇ ਹੁੰਦੇ ਨੇ। ਇਹ ਸੱਚ ਧਰਮ ਦਾ ਨਾਸ਼ ਜਦ ਹੁੰਦਾ ਜਾਂ ਮੂਰਖਾਂ ਦੇ ਹੱਥ 'ਚ ਆ ਜਾਏ, ਇਹ ਮੂਰਖਾਂ ਦੇ ਹੱਥ 'ਚ ਆਇਆ ਹੈ। ਵਿਦਵਾਨ ਮੂਰਖ ਹੁੰਦੇ ਨੇ ਨਾ, ਕੋਈ ਸੌਖੀ ਗੱਲ ਹੈ ਕਹਿ ਕੇ ਸਾਰਾ ਛਡਾ ਲਿਆ। ਆਹ ਬ੍ਰਹਮ ਗਿਆਨੀ ਬਣ ਕੇ ਲੋਕਾਂ ਨੂੰ ਬੇਵਕੂਫ ਬਣਾਤਾ। ਜੇ ਜੋ ਗੁਰਬਾਣੀ ਚਾਨਣ ਹੈ ਜਿਵੇਂ ਉਹ ਕਹਿੰਦੇ ਨੇ, ਫਿਰ ਇਹਨੂੰ ਪੜ੍ਹਨ ਵਾਸਤੇ ਲਾਈਟ ਦੀ ਕਿਉਂ ਲੋੜ ਪੈਂਦੀ ਹੈ? ਇਹ ਦੋ ਆਦਮੀ ਦੂਜੇ ਧਰਮ ਦਾ ਸਵਾਲ ਕਰਦੇ ਵਿੱਚ ਜਵਾਬ ਹੈ ਕੁਛ? ਪੰਡਤ ਨਾਲ ਵੀ ਥੱਲੇ ਚਲੇ ਗਏ,
ਸਵਾਲ ਹੋ ਜਾਂਦਾ, ਫਿਰ ਚੁੱਪ ਕਰਕੇ ਭੱਜ ਜਾਂਦੇ ਨੇ। ਜੋ ਕੁਝ ਧਰਮ ਦੇ ਨਾਂ ਤੇ ਹੋ ਰਿਹਾ ਤਰਕ ਉਹ ਤੇ ਹੋਊਗਾ ਹੀ ਹੋਊਗਾ। ਅਸੀਂ ਤਰਕ ਕੀਤੇ ਨੇ, ਗੁਰੂ ਨਾਨਕ ਨੇ ਤਰਕ ਕੀਤੇ ਨੇ, ਭਗਤਾਂ ਨੇ ਤਰਕ ਕੀਤੇ ਨੇ, ਲੋਕਾਂ ਨੂੰ ਤਰਕ ਕਰਨ ਦਾ ਹੱਕ ਹੈ। ਜੋ ਕੁਛ ਅਸੀਂ ਕਹਿੰਦੇ ਧਰਮ ਤੇ ਤਰਕ ਕਰਨ ਦਾ ਹੱਕ ਹੈ। ਉਸ ਆਦਮੀ ਨੇ ਧਰਮ ਧਾਰਨ ਕਰਨਾ ਹੋਵੇ ਪਹਿਲਾਂ ਤਰਕ ਕਰੂਗਾ, ਦੇਖੂਗਾ ਟੈਸਟ ਕਰਕੇ ਵੀ ਤੁਸੀਂ ਠੀਕ ਕਹਿੰਦੇ ਹੋ। ਤੁਸੀਂ ਤਰਕ ਤੇ ਭਜਦੇ ਕਿਉਂ? ਝੂਠੇ ਹੋ। ਝੂਠੇ ਸਾਰੇ ਤਰਕ ਤੋਂ ਭਜਦੇ ਨੇ। ਅੱਗੇ ਜਾਂ ਤਾਂ ਜਾਣ ਬੁੱਝ ਕੇ ਝੂਠ ਬੋਲਦੇ ਨੇ, ਇਹਨੂੰ ਡੋਬਣੇ ਧਰਮ ਨੂੰ, ਜਾਂ ਫਿਰ ਚੋਰ ਹਰਾਮਖੋਰ ਨੇ ਧਰਮ ਦਾ ਗਿਆਨ ਲਿਆ ਨਹੀਂ, ਧਰਮ ਨੂੰ ਧੰਦਾ ਬਣਾਉਣਾ। ਜੇ ਸਹੀ ਗਿਆਨ ਦਾ ਪ੍ਰਚਾਰ ਕਰਨ ਧੰਦਾ ਬਣਦਾ ਨਹੀਂ, ਫਿਰ ਬਣਾਇਆ ਨਹੀਂ ਜਾ ਸਕਦਾ। ਸਹੀ ਪ੍ਰਚਾਰ ਕਰੀਏ ਧੰਦਾ ਹੀ ਨਹੀਂ ਬਣਾਇਆ ਜਾ ਸਕਦਾ। ਇਹ ਐਸਾ ਧਰਮ ਹੈ, ਤੁਸੀਂ ਇਹਨੂੰ ਧੰਦਾ ਬਣਾ ਹੀ ਨਹੀਂ ਸਕਦੇ ਜੇ ਸਹੀ ਪ੍ਰਚਾਰ ਕਰੋਗੇ। ਸਹੀ ਪ੍ਰਚਾਰ ਉਹ ਤਾਂ ਨਹੀਂ ਕਰਦੇ, ਫਿਰ ਧੰਦਾ ਨਹੀਂ ਬਣਦਾ। ਉਹਨਾਂ ਦਾ ਮਨੋਰਥ ਨਹੀਂ ਪੂਰਾ ਹੁੰਦਾ, ਉਹਨਾਂ ਦਾ ਲੋਭ ਨਹੀਂ ਪੂਰਾ ਹੁੰਦਾ। ਉਹਨਾਂ ਦੀ ਮਜਬੂਰੀ ਹੈ, ਜਾਣਦੇ ਹੋਏ ਵੀ ਠੀਕ ਹੈ, ਫਿਰ ਵੀ ਨਹੀਂ ਉਹਨਾਂ ਠੀਕ ਪ੍ਰਚਾਰ ਕਰਨਾ। ਲੋਭ ਵਸ ਨਹੀਂ। ਇਹ ਕਹਿੰਦਾ ਲੋਭੀ ਦਾ ਬਸਾਨਾ ਕੀਜੇ, ਉਹ ਲੋਭੀ ਨੇ। ਕਿਉਂ ਲੱਗਦਾ ਵੀ ਉਂਗਲੀ ਉਹਨਾਂ ਵੱਲ ਨੂੰ ਉੱਠਦੀ ਹੈ, ਫਿਰ ਗੁਰਬਾਣੀ ਉਹਨਾਂ ਵੱਲ ਨੂੰ ਉਂਗਲੀ ਉਠਾਉਂਦੀ ਹੈ ਵੀ ਆਹ ਬੰਦਾ ਜਿਹੜਾ ਹੈਗਾ ਇਹ ਮੁਲਜ਼ਮ ਹੈ, ਇਹ ਧਾਰਮਿਕ ਨਹੀਂ ਹੈ, ਇਹ ਕਪਟੀ ਹੈ, ਤਾਂ ਬਚ ਕੇ ਰਹੋ। ਉਹ ਤਾਂ ਨਹੀਂ ਪ੍ਰਚਾਰ ਕਰਦੇ, ਉਹ ਹੀ ਨੰਗੇ ਹੁੰਦੇ ਨੇ ਆਪ ਉਸ ਰੋਸ਼ਨੀ 'ਚ। ਉਹਨਾਂ ਦਾ ਅੰਦਰਲਾ ਕਪਟ ਨੰਗਾ ਹੁੰਦਾ। ਇਹ ਵੀ ਇੱਕ ਵਜ੍ਹਾ ਹੈ ਇਹਦਾ ਸਹੀ ਨਾ ਪ੍ਰਚਾਰ ਕਰਨ ਦਾ। ਇਸ ਕਾਰਨ ਵੀ ਸਹੀ ਪ੍ਰਚਾਰ ਨਹੀਂ ਕਰਨਾ ਉਹਨਾਂ ਲੋਕਾਂ ਨੇ ਜਿਹੜਾ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ। ਵਿਰੋਧ ਵੀ ਨਹੀਂ ਕਰ ਸਕਣਾ ਹੁਣ ਉਹਨਾਂ ਨੇ। ਪੰਡਤ ਨੇ ਧਰਮ ਪ੍ਰਚਾਰਿਆ ਨਹੀਂ, ਚਾਹੇ ਪਤਾ ਲੱਗ ਗਿਆ ਸੀ। ਕਿਉਂ ਨਹੀਂ ਪ੍ਰਚਾਰਿਆ? ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਪਤਾ ਨਹੀਂ ਸੀ, ਪਤਾ ਸੀ, ਪਰ ਉਹਦਾ ਧੰਦਾ ਸੀਗਾ, ਧੰਦਾ ਬੰਦ ਹੁੰਦਾ ਸੀ। ਜੋਗੀ ਦਾ ਹੰਕਾਰ ਮੂਹਰੇ ਆਇਆ। ਦੇਖੋ, ਜੋਗੀ ਦਾ ਧੰਦਾ ਨਹੀਂ ਹੈ ਧਰਮ, ਜੋਗੀ ਦਾ ਹੰਕਾਰ ਮੂਹਰੇ ਆਇਆ। ਦੋ ਕਿਸਮ ਦਾ ਹੁੰਦਾ ਹੰਕਾਰ। ਦੁਨੀਆ 'ਚ ਉਹਦੀ ਜਿਹੜੀ ਪ੍ਰਤਿਸ਼ਠਾ ਝੂਠੀ ਹੋਈ ਸੀ ਉਹ ਹੋ ਜਾਂਦੀ ਸੀ, ਉਹ ਹੰਕਾਰ ਹੈ। ਜਿਹੜੀ ਝੂਠੀ ਪ੍ਰਤਿਸ਼ਠਾ ਹੋਈ ਸੀ, ਉਹਦੀ ਮਾਨਤਾ ਹੋਈ ਸੀ ਝੂਠੀ, ਉਹ ਨਹੀਂ ਸੀ ਰਹਿੰਦੀ। ਉਹਦਾ ਤਾਂ ਉਹ ਅੜ ਗਿਆ। ਦੁਨੀਆ ਗਿਆ ਵਡਿਆਈਆਂ, ਤਾਂ ਲਿਖਿਆ ਜੋਗੀਆਂ ਵਾਸਤੇ ਲਿਖੀ ਹੋਈ ਹੈ ਇਹ ਗੱਲ। ਜੋਗੀਆਂ ਦਾ ਇੱਜ਼ਤ ਮਿੱਟੀ 'ਚ ਮਿਲਦੀ ਸੀ, ਜਿਹੜੀ ਬੱਲੇ ਬੱਲੇ ਸੀ ਹੋ ਜਾਂਦੀ ਸੀ। ਪੰਡਤ ਲੋਭੀ ਸੀ। ਦੋ ਮਜਬੂਰੀਆਂ ਅੱਡੋ ਅੱਡ ਦੋਹਾਂ ਦੀਆਂ। ਅੱਜ ਸੰਤਾਂ ਦੀਆਂ ਦੋਹੇ ਮਜਬੂਰੀਆਂ ਨੇ, ਪ੍ਰਤਿਸ਼ਠਾ ਵੀ ਲੋਭ ਵੀ। ਇਹਨਾਂ 'ਚ ਦੋਹੇ ਗੁਣ ਨੇ। ਪੰਡਤ ਔਰ ਜੋਗੀਆਂ ਦੋਹੇ ਗੁਣ ਨੇ। ਕਿਉਂ? ਸੰਤ ਨੇ ਇਹ, ਉਹ ਪੰਡਤ ਨੇ, ਪੰਡਤ ਵੀ ਨੇ ਸੰਤ ਵੀ ਨੇ, ਬਾਹਰ ਵੀ ਫੇਰਦੇ ਨੇ, ਸਮਾਧੀ ਵੀ ਲਾਉਂਦੇ ਨੇ। ਇਹਨਾਂ 'ਚ ਦੋਹੇ ਗੁਣ ਨੇ। ਇਹ ਦੋਹੇ ਗੁਣ ਨੇ ਇਹਨਾਂ 'ਚ। ਇਹ ਕਦੇ ਵੀ ਨਹੀਂ ਇਹਦਾ ਪ੍ਰਚਾਰ ਕਰਨਗੇ, ਕਿਉਂਕਿ ਪ੍ਰਚਾਰ ਕਰਨਾ, ਇਹਦਾ ਪ੍ਰਚਾਰ ਕਰਨਾ ਮੌਤ ਹੈ। ਪਹਿਲਾਂ ਮਰਨ ਕਬੂਲ। ਮੌਤ ਕੌਣ ਲਵੇ? ਫੇਰਾ ਰੋਟੀ ਕਾਲਣਾ ਗਲਾ ਕਟਾਵੇ, ਗਲਾ ਕੌਣ ਕਟਾਵੇ? ਸੰਤਾਂ ਉਹਨਾਂ ਜਿਹਨਾਂ ਮਰ ਜਾ ਕੋਈ ਸੁਰੂ ਨੂੰ ਮੈਂ ਚਲਿਆ ਜਾਵਾਂ, ਇਹ ਤਾਂ ਉਹ ਨੇ। ਸਿਆਸਤਦਾਨ ਵੀ ਉਹ ਹੁੰਦੇ ਨੇ। ਦੁਨੀਆ ਨੂੰ ਲੜਵਾ ਦੀ ਕੁਰਸੀ ਅਸੀਂ ਲੈ ਲਈਏ। ਮਰਨ ਨੂੰ ਕੋਈ ਤੇ ਰਾਜ ਕਰਨ ਨੂੰ ਕੋਈ। ਸੰਤ ਔਰ ਸਿਆਸਤਦਾਨ ਕੋਈ ਗੱਲ ਹੁੰਦੀ ਹੈ। ਮਰ ਜਾ ਕੋਈ, ਸੁਰਗ ਨੂੰ ਮੈਂ ਚਲੇ ਜਾਵਾਂ, ਸੰਤ ਕਹਿੰਦੇ ਨੇ, ਇਹ ਸਿਆਸਤਦਾਨ ਕਹਿੰਦੇ ਨੇ। ਇਹਨਾਂ ਦਾ ਸੁਰ ਕੀ ਹੈ? ਕੁਰਸੀ। ਸੰਤਾਂ ਦਾ ਸੁਰ ਕੀ ਹੈ? ਪੈਸੇ, ਐਸ਼ੋ ਇਸ਼ਰਤ। ਇਹੀ ਸੁਰਗ ਹੈ ਇਹਨਾਂ ਦਾ, ਹੋਰ ਕੁਛ ਨਹੀਂ ਹੈ। ਸੁਰਗ ਦਾ ਬਾਕੀ ਮੰਗਣਾ, ਮਰ ਜਾ, ਹੋਰ ਕੋਈ। ਹਾਂਜੀ। ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਤ। ਗਿਆਨ ਗੁਰ ਗੰਮਤ, ਜੋ ਗੁਰਮਤ ਦਾ ਗਿਆਨ ਹਿਰਦੇ 'ਚ ਗਿਆ, ਪ੍ਰਗਾਸ ਹੋ ਗਿਆ, ਚਾਨਣ ਹੋ ਗਿਆ। ਜਾਨੀ ਸਾਰੇ ਚਾਨਣ ਹੋ ਗਿਆ। ਜਿਵੇਂ ਸ਼ਰਾਬ ਪੀਂਦੀ ਸਾਰੇ ਨਸ਼ਾ ਸ਼ੁਰੂ ਹੋ ਜਾਂਦਾ ਨਾ ਮਨ ਦੇ ਵਿੱਚ, ਸਰੀਰ ਵਿੱਚ,
ਆ ਇੱਕਦਮ ਨਸ਼ਾ ਹੁੰਦਾ, ਰੈਪਿਡ ਫੌਰਨ ਐਕਸ਼ਨ ਸ਼ੁਰੂ। ਜਦ ਇਹ ਐਸਾ ਗਿਆਨ ਹੈ ਜਾਂ ਸ਼ਰਾਬ ਵਾਂਗੂ ਨਸ਼ਾ ਹੁੰਦਾ ਸ਼ੁਰੂ, ਐ ਮਤਲਬ ਹੈ ਇਹਦਾ। ਜੇ ਕੋਈ ਅਸਲੀ ਸ਼ਰਾਬ ਹੋਵੇ ਪੂਰੀ ਡਿਗਰੀ ਦੀ, ਜਿਵੇਂ ਉਹਦਾ ਅਸਰ ਹੁੰਦਾ ਨਾ ਇੱਕਦਮ, ਐ ਇਹਦਾ ਅਸਰ ਸ਼ੁਰੂ ਹੋ ਜਾਂਦਾ। ਹਲਕ ਤੋਂ ਥੱਲੇ ਜਾਂਦੀ ਸਾਰੇ, ਜੇ ਕੋ ਖਾਵੇ ਜੇ ਕੋ ਪਹੁੰਚਾ ਤਸਕਾ ਹੋਏ ਉਧਾਰ ਜਦ ਹੀ ਹੋਣ ਲੱਗ ਜਾਂਦਾ। ਇਹ ਨਹੀਂ ਹੈਗਾ ਵੀ ਮਹੀਨੇ ਨੂੰ ਅਸਰ ਹੋਊਗਾ ਹੁਣ ਇਹਦਾ, ਇਹਦਾ ਮਿੰਟਾਂ ਸਕਿੰਟਾਂ 'ਚ ਬਦਲ ਦਿੰਦਾ। ਫਿਰ ਉਹ ਨਸ਼ਾ ਹੁੰਦਾ ਹੀ ਚਲਿਆ ਜਾਂਦਾ, ਚੜ੍ਹਦਾ ਹੀ ਚਲਿਆ ਜਾਂਦਾ। ਅਸਰ ਕਿਉਂ ਨਹੀਂ ਹੋਇਆ ਸਿੱਖਾਂ ਦੇ? ਅਸਰ ਤਾਂ ਉਦੋਂ ਹੋਊਗਾ ਜਦੋਂ ਆਹ ਪ੍ਰੋਸੀਜਰ, ਆਹ ਚੀਜ਼ ਮਿਲ ਜੂਗੀ। ਗੁੜ ਕਰ ਗਿਆਨ ਧਿਆਨ ਕਰ ਮੂੰਹ ਕਰ ਲੈਣਗੇ, ਕੋਈ ਦੇ ਦੂਗਾ। ਤਾਂ ਹੀ ਕਹਿੰਦਾ ਇੱਕ ਬੂੰਦ ਪਰ ਤਨ ਮਨ ਦੇ ਮੂੰਹ ਇਹ ਮਨ ਦੇ ਕਲਾਲੀ ਰੇ, ਐਸੀ ਸ਼ਰਾਬ ਦੇਵੇ ਇੱਕ ਬੂੰਦ ਦੇ ਦੇਵੇ, ਇੱਕ ਬੂੰਦ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਉਹ ਦਊਗਾ ਕੋਈ, ਉਹ ਦਊ ਜਿਹਨੂੰ ਗੁਰੂ ਅਮਰਦਾਸ ਕਹਿੰਦੇ ਨੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ, ਫੇਰ ਬੂੰਦ ਮਿਲਣੀ ਹੈ, ਪਹਿਲਾਂ ਬੂੰਦ ਨਹੀਂ ਮਿਲਣੀ। ਗੁਰੂ ਅਮਰਦਾਸ ਨੂੰ ਬੂੰਦ ਕਿਵੇਂ ਮਿਲ ਗਈ, ਦੂਜਿਆਂ ਨੂੰ ਕਿਉਂ ਨਹੀਂ ਮਿਲੀ? ਉਹ ਆਪਣੀ ਉਹ ਦੱਸਦੇ ਨੇ ਗੱਲ, ਕਹਿੰਦੇ ਐ ਮਿਲਦੀ ਹੁੰਦੀ ਆ, ਪਾਈ ਐ ਮੈਂ ਪਾਈ ਐ, ਐ ਪ੍ਰਾਪਤ ਹੋਈ ਐ, ਨਹੀਂ ਪ੍ਰਾਪਤ ਹੁੰਦੀ। ਗੱਲੀ ਕਿਹਨਾਂ ਨੇ ਪਾਇਆ? ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਹਨਾਂ ਨੇ ਪਾਇਆ? ਗੱਲਾਂ ਕਰਦੇ ਨੇ ਗੁਰੂ ਘਰ ਦੀਆਂ ਜਾ ਕੇ, ਵਡਿਆਈ ਕਰਦੇ ਨੇ ਗੁਰੂ ਅਮਰਦਾਸ ਦੀ ਜਾ ਕੇ, ਗੁਰੂ ਅੰਗਦ ਦੇਵ ਦੀ ਜਾ ਕੇ, ਵਡਿਆਈ ਕਰਦੇ ਨੇ ਗੁਰੂ ਨਾਨਕ ਦੀ ਜਾ ਕੇ। ਉੱਥੋਂ ਨਹੀਂ ਕੋਈ ਮਿਲਦਾ ਹੁੰਦਾ, ਇਹਨਾਂ ਵਡਿਆਈ ਚ ਕੁਛ ਨਹੀਂ ਮਿਲਦਾ। ਵਡਿਆਈ ਕਰੋ ਜਿਹਦੀ ਨਾਨਕ ਨੇ ਕੀਤੀ ਉਹਦੀ, ਉੱਥੋਂ ਮਿਲੂਗਾ ਕੁਛ। ਉਸ ਉਂਗਲੀ ਦੀ ਵਡਿਆਈ ਨਾ ਕਰੋ ਜਿਹੜੀ ਸੂਰਜ ਵੱਲ ਨੂੰ ਇਸ਼ਾਰਾ ਕਰਦੀ ਹੈ, ਉਹ ਵਡਿਆਈ ਸੂਰਜ ਦੀ ਕਰੋ ਨਾ। ਸੂਰਜ ਦਾ ਦਰਸ਼ਨ ਕਰੋ, ਇਹ ਤਾਂ ਉਂਗਲੀ ਫੜ ਲਈ ਤੁਸੀਂ, ਉਂਗਲੀ ਦੱਸਦੀ ਉਹ ਦੇਖੋ ਸੂਰਜ, ਉਂਗਲੀ ਦੇਖ ਕੇ ਸੂਰਜ ਛੱਡਤਾ, ਉਂਗਲੀ ਨਾਲ ਜੁੜ ਕੇ ਉਂਗਲੀ ਦੀ ਵਡਿਆਈ ਕਰ ਰਹੇ ਨੇ ਹੁਣ। ਤੇ ਉਂਗਲੀ ਦੀ ਵਡਿਆਈ ਨਾਲ ਤਾਂ ਕੁਛ ਨਹੀਂ ਮਿਲਣਾ, ਸੂਰਜ ਦਾ ਦਰਸ਼ਨ ਹੀ ਹੋਣਾ। ਜਿਹਨੇ ਉਂਗਲੀ ਫੜ ਲਈ ਸੂਰਜ ਵੱਲ ਜਾ ਨਹੀਂ ਸਕਦਾ, ਚਾ ਕੇ ਨਹੀਂ ਸਕਦਾ। ਇਹ ਤਾਂ ਉਂਗਲੀ ਤੇ ਖੜ ਗਏ। ਗੁਰੂ ਨਾਨਕ ਦਾ ਉਂਗਲੀ ਹੈ ਜਿਹੜੀ ਸੂਰਜ ਦਾ ਦਰਸ਼ਨ ਕਰਾ ਰਹੀ ਹੈ, ਕਬੀਰ ਤਾਂ ਉਂਗਲੀ ਹੈ ਜਿਹੜੀ ਸੂਰਜ ਦਾ ਦਰਸ਼ਨ ਕਰਾ ਰਹੀ ਹੈ। ਉਹ ਤੁਸੀਂ ਤਾਂ ਉਂਗਲੀ ਨਾਲ ਜੁੜ ਗਏ। ਗੁਰਬਾਣੀ ਉਹ ਉਂਗਲੀ ਹੈ, ਸੰਕੇਤ ਹੈ ਜਿਹੜਾ ਸੂਰਜ ਵੱਲ ਇਸ਼ਾਰਾ ਕਰ ਰਿਹਾ ਹੈ। ਤੁਸੀਂ ਤਾਂ ਇੱਥੇ ਖੜ ਗਏ। ਫਿਰ ਗੁਰੂ ਨਾਨਕ ਨਾਲ ਜੁੜੇ, ਫਿਰ ਆਪਣੇ ਆਪਣੇ ਸੰਤਾਂ ਨੇ ਗੁਰੂ ਨਾਲ ਜੁੜ ਗਏ, ਥੱਲੇ ਆਉਂਦੇ ਚਲੇ ਗਏ। ਫਿਰ ਕਿਉਂ ਜੋੜੇ ਤੇ ਇਹਨਾਂ ਗੁਰੂ ਨਾਨਕ ਨਾਲ? ਇਹ ਸੰਤਾਂ ਨੇ ਇਹ ਧਰਮ ਨਸ਼ਟ ਕਰਨਾ, ਇਹਦਾ ਪ੍ਰਚਾਰ ਖਤਮ ਕਰਨਾ ਸੀ। ਪੰਡਤ ਨੇ ਔਰ ਸੰਤਾਂ ਨੇ ਮਿਲ ਕੇ ਕੀਤਾ ਵੀ ਜੇ ਇਹ ਹਾਲਤ ਰਹੀ ਸਾਡੀ ਪਿੱਛੇ ਨਹੀਂ ਹੋਣੀ ਮੁੜ ਕੇ। ਜਿਹੜਾ ਦੂਜੇ ਧਰਮ ਸਾਰੇ ਹੀ ਖਤਮ ਹੋ ਜਾਣਗੇ, ਸਾਰੀਆਂ ਮੱਤਾਂ ਹੀ ਖਿਲਾਫ ਨੇ ਇਹਦੇ। ਬਾਕੀ ਕੋਈ ਮੱਤ ਦੁਨੀਆ 'ਚ ਨਹੀਂ ਰਹਿ ਸਕਦੀ ਜੇ ਗੁਰਮਤਿ ਪ੍ਰਗਟ ਹੋ ਜਾਵੇ, ਕਿਉਂਕਿ ਸਗਲ ਮਤਾਂਤ ਕੇਵਲ ਹਰ ਨਾਮ। ਇੱਕ ਨਾਮ ਹੈ ਜਿਹੜਾ ਸਾਰੀਆਂ ਮੱਤਾਂ ਦਾ ਅੰਤ ਕਰ ਸਕਦਾ ਹੈ। ਕੇਵਲ ਨਾਮ ਹੈ ਜਿਹੜੀਆਂ ਸਾਰੀਆਂ ਮੱਤਾਂ ਦਾ ਸਾਰੇ ਦੀਵੇ ਫਿੱਕੇ ਪੈ ਜਾਣਗੇ। ਦੇਖੋ ਜਿਵੇਂ ਤਾਰੇ ਨੇ ਆਕਾਸ਼ 'ਚ ਰਾਤ ਨੂੰ ਹੁੰਦੇ ਨੇ ਨਾ, ਉਹਨਾਂ ਦੀ ਵੀ ਰੋਸ਼ਨੀ ਹੈ। ਇੱਕ ਚੰਦਰਮਾ, ਉਹਦੀ ਵੀ ਰੋਸ਼ਨੀ ਹੈ। ਚੰਦਰਮਾ ਨੂੰ ਤਾਂ ਆਪਾਂ ਉਹ ਮੱਤ ਮੰਨ ਲਈਏ ਜਿਹੜੀ ਮੱਤ ਵੱਡੀ ਹੋਵੇ, ਜ਼ਿਆਦਾ ਰੋਸ਼ਨੀ ਕਰਦੀ ਹੋਵੇ। ਤਾਰਿਆਂ ਨੂੰ ਉਹ ਛੋਟੀਆਂ ਛੋਟੀਆਂ ਮੱਤਾਂ ਸੰਤ ਮੰਨ ਲਈਏ। ਇਹ ਮੰਨਦੇ ਵੀ ਰਹੇ ਨੇ, ਰਿਸ਼ੀ ਮੁਨੀ ਤਾਰਿਆਂ ਨੂੰ ਮੰਨਦੇ ਸੀ। ਇਹ ਨਖੱਤਰ ਚੇਲੇ ਹੁੰਦੇ ਨੇ ਮੱਤਾਂ ਨੂੰ ਮੰਨਣ ਵਾਲੇ। ਜਾਂ ਸੂਰਜ ਨਿਕਲਦਾ ਫਿਰ ਕਿੱਥੇ ਜਾਂਦੇ ਨੇ? ਤਾਰੇ ਵੀ ਗਏ, ਚੰਦਰਮਾ ਵੀ ਗਏ, ਸਾਰੀਆਂ ਹੀ ਮੱਤਾਂ ਚਲੀਆਂ ਗਈਆਂ। ਸਾਰੀਆਂ ਮੱਤਾਂ ਦੀ ਰੋਸ਼ਨੀ ਖਤਮ ਹੋ ਗਈ, ਇਕੱਲੇ ਸੂਰਜ ਦੀ ਰਹਿ ਜਾਂਦੀ। ਜਦੋਂ ਰਾਮ ਦਾ ਸੂਰਜ ਚੜ੍ਹਦਾ ਸਾਰੀਆਂ ਮੱਤਾਂ ਬੇਅਸਰ ਹੋ ਜਾਂਦੀਆਂ ਨੇ ਆਦਮੀ ਤੋਂ। ਆਦਮੀ ਤੇ ਕੋਈ ਅਸਰ ਨਹੀਂ ਰਹਿੰਦਾ ਕਿਸੇ ਮੱਤ ਦਾ।
ਕਿਸੇ ਦੀ ਦਿਨ ਚ ਤਾਰੇ ਰਹਿੰਦੇ ਨੇ, ਜਾਂਦੇ ਨਹੀਂ ਕਿਤੇ, ਛੁਪਦੇ ਨਹੀਂ। ਹੁਣ ਤਾਰੇ ਹੁੰਦੇ ਨੇ ਪਰ ਹਨੇਰਾ ਨਹੀਂ ਹੁੰਦਾ। ਜੇ ਹਨੇਰਾ ਹੋਵੇ ਤਾਂ ਹੀ ਤਾਰਿਆਂ ਦੀ ਲੋੜ ਹੈ, ਜੇ ਹਨੇਰਾ ਹੀ ਨਹੀਂ ਹੈ। ਤਾਰੇ ਵੀ ਜਿੰਨਾ ਕੁ ਹਨੇਰਾ ਦੂਰ ਹੁੰਦਾ ਕਰਦੇ ਨੇ, ਹਨੇਰਾ ਦੂਰ ਕਰਨ ਵਾਸਤੇ ਹੀ ਨੇ, ਪਰ ਸਾਰਾ ਹਨੇਰਾ ਤਾਰਿਆਂ ਤੋਂ ਦੂਰ ਨਹੀਂ ਹੁੰਦਾ। ਸੂਰਜ ਵਰਗਾ ਨਹੀਂ ਦੂਰ, ਚੰਦਰਮਾ ਤੋਂ ਵੀ ਨਹੀਂ ਹੁੰਦਾ। ਇਹ 14 ਕਲਾ 16 ਕਲਾ ਜਿਹੜੇ ਅਵਤਾਰ ਨੇ ਇਹਦੇ, ਉਹ ਚੰਦਰਮੇ ਦੀ ਰੋਸ਼ਨੀ ਵਾਲੇ ਹੀ ਨੇ। ਬੜੇ 14 ਕਲਾ 16 ਕਲਾ ਲਿਖੇ ਨੇ ਨਾ, ਚੰਦਰਮੇ ਨਾਲ ਸੰਬੰਧਿਤ ਨੇ, ਹੋਰ ਕੀ ਦੇ ਨਾਲ ਸੰਬੰਧਿਤ ਨੇ। ਮੱਸਿਆ ਤੋਂ ਗਿਣਿਆ ਤਾਂ 16 ਬਣਦੇ ਨੇ, 15 ਰਲਾ ਕੇ। ਮੱਸਿਆ ਤੋਂ ਸਟਾਰਟ ਹੋਈ, ਆਪੇ ਸਿੱਤਾਂ ਜਿਹੜੀਆਂ ਲਿਖੀਆਂ ਨੇ ਗੌੜੀ ਰਾਗ ਦੀ ਕਬੀਰ ਨੇ 16 ਹੀ ਲਿਖੀਆਂ ਨੇ। ਮੱਸਿਆ ਤੋਂ ਸ਼ੁਰੂ ਕੀਤਾ, ਪੁੰਨਿਆ ਸੀ ਲੈ ਗਿਆ, 16 ਬਣ ਗਈਆਂ। ਇਹਨਾਂ ਨੇ ਕ੍ਰਿਸ਼ਨ ਨਾਲ 16 ਕਲਾਂ ਜੋੜੀਆਂ ਨੇ, ਰਾਮਚੰਦਰ ਨਾਲ 14 ਜੋੜੀਆਂ ਨੇ। ਰਾਮਚੰਦਰ ਨਾਲ 14 ਤਾਂ ਜੋੜੀਆਂ ਨੇ, 2 ਕਲਾਂ ਤਾਂ ਘਟਾਤੀਆਂ। ਉਹ ਸੀਤਾ ਦੇ ਆਖੇ ਮਿਰਗ ਪਿੱਛੇ ਭੱਜ ਲਿਆ, ਯਾਨੀ ਔਰਤ ਤੋਂ ਪ੍ਰਭਾਵਿਤ ਹੋ ਗਿਆ। 2 ਕਲਾਂ ਘਟਾਤੀਆਂ ਉਹਨਾਂ ਨੇ ਉਹਦੀ। ਜੋੜਾ ਕਾ ਕਹਿਆ ਪੁਰਖ ਕਮਾਮ ਦੇ, ਉਹ ਦਵਾ ਲਾਤੀ ਗੁਰਬਾਣੀ ਵਾਲੀ ਉਹਨਾਂ ਨੇ। ਵੇਦ ਵਿੱਚ ਇਹ ਗੱਲ ਲਿਖੀ ਹੋਈ, ਗੁਰਬਾਣੀ ਵੇਦ ਚੋਂ ਹੀ ਆਈ ਹੋਈ ਆ। ਰਿਸ਼ੀਆਂ ਮੁੰਡਿਆਂ ਨੇ 2 ਕਲਾਂ ਕਿਉਂ ਘਟਾਈਆਂ? ਉਹ ਕਹਿੰਦੇ ਸੀਤਾ ਦੀ ਮਗਰ ਲੱਗ ਕੇ ਨੇ ਗਲਤੀ ਕੀਤੀ। ਇਹ ਆਦਮੀ ਸੀ, ਆਦਮੀ ਤੀਵੀਆਂ ਦੀ ਮਗਰ ਲੱਗਦੇ ਹੁੰਦੇ ਨੇ। ਇੱਕ ਜਨਾਨੀ ਹੈ ਉਹਦੇ, ਇੱਕ ਵਿਆਹ ਹੈ ਸਿਰਫ ਰਾਮਚੰਦਰ ਦਾ, ਉਹ ਉਹਦੇ ਮਗਰ ਲੱਗ ਗਿਆ। ਕ੍ਰਿਸ਼ਨ ਦੇ ਕਿੰਨਾ ਦਿਖਾਏ ਨੇ, ਕਿਸੇ ਦੀ ਨਹੀਂ ਮੰਨਦਾ ਕ੍ਰਿਸ਼ਨ, ਆਪਣੀ ਮਰਜ਼ੀ ਕਰਦਾ, ਕਿਸੇ ਦੀ ਨਹੀਂ ਮੰਨਦਾ। ਇਸ ਕਰਕੇ ਉਹਦੀਆਂ 16 ਕਲਾਂ ਨੇ। ਇਹ ਕੀ ਜਾਣ ਮੂਰਖ, ਇਹ ਕੀ ਗੱਲ ਹੈ? ਉਹਨਾਂ ਨੂੰ ਪਤਾ, ਪੰਡਤਾਂ ਨੂੰ ਪਤਾ ਇਸ ਗੱਲ ਦਾ ਕਿਉਂ ਘਟਾਏ ਨੇ। ਜਿਨ੍ਹਾਂ ਨੇ ਘਟਾਏ ਨੇ 2 ਕਲਾਂ ਘਟਾਈਆਂ, ਗਿਆਨਵਾਨ ਸੀ, ਉਹਨਾਂ ਨੂੰ ਪਤਾ ਸੀ। ਸਿੱਖਾਂ ਨੇ ਪੁੱਛਿਆ ਕੀ ਗੱਲ ਹੈ, ਤਾਂ ਇਹਨਾਂ ਨੂੰ ਕੀ ਪਤਾ। ਧਰਮ ਦਾ ਇੱਕ ਇਤਿਹਾਸ ਹੈ ਪਿੱਛੇ, ਉਸ ਇਤਿਹਾਸ ਨਾਲ ਜੇ ਅਸੀਂ ਜੁੜ ਕੇ ਪੜ੍ਹਦੇ ਨਹੀਂ, ਸਾਨੂੰ ਕੱਖ ਵੀ ਨਹੀਂ ਪਤਾ ਲੱਗਣਾ ਗੁਰਬਾਣੀ ਦਾ। ਅੱਧ ਜੋ ਇਤਿਹਾਸ ਨਹੀਂ ਪੜ੍ਹ ਕੇ ਸਮਝ ਆਉਂਦਾ, ਇਤਿਹਾਸ ਮੁੱਢੋਂ ਪੜ੍ਹਨਾ ਪੈਂਦਾ। ਅੱਧ ਵਿੱਚੋਂ ਕੀ ਪਤਾ ਲੱਗੂਗਾ ਇਤਿਹਾਸ ਦਾ? ਜੇ ਅੱਜ ਜੋ ਇਤਿਹਾਸ ਪੜ੍ਹੀਏ, ਇਤਿਹਾਸ ਦੀ ਭੁੱਖ ਪੈਦਾ ਹੁੰਦੀ ਹੈ, ਪਿੱਛੇ ਕੀ ਸੀ ਬਈ। ਵਿਸ਼ਨੂੰ ਤੋਂ ਇਹਨਾਂ ਨੇ ਇਤਿਹਾਸ ਲਿਖਤਾ, ਸ੍ਰਿਸ਼ਟੀ ਪੈਦਾ ਹੋਈ ਹੈ। ਗੁਰਬਾਣੀ ਨੇ ਵਿਸ਼ਨੂੰ ਤੋਂ ਪਹਿਲਾਂ ਕੀ ਸੀ? ਸਿਆਣੇ ਕਹਿੰਦੇ ਵਿਸ਼ਨੂੰ ਕਿੱਥੋਂ ਆਇਆ ਬਈ, ਸ਼ੇਸ਼ਨਾਗ ਕਿੱਥੋਂ ਆਇਆ, ਖੀਰ ਸਾਗਰ ਕਿੱਥੋਂ ਆਇਆ? ਦੇਖੋ ਨਾ, ਭੁੱਖ ਪੈਦਾ ਹੋਈ ਨਾ ਪਿੱਛੇ ਦੀ, ਇਤਿਹਾਸ ਦੀ ਪਿੱਛੇ ਦੀ। ਉਹਦਾ ਜਵਾਬ ਦਿੱਤਾ। ਫਿਰ ਇਹ ਸਵਾਲ ਸੀਗੇ, ਕਹਿੰਦੇ ਸਾਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤੇਰੇ ਪਵਨ ਸਾਜਿਆ ਘਟ ਘਟ ਜੋ ਸਮੋਏ। ਇਹ ਗੁਰਮਾਤਾ ਨੇ ਜਵਾਬ ਦਿੱਤਾ, ਉੱਥੋਂ ਚੱਕਿਆ ਇਤਿਹਾਸ ਗੁਰਬਾਣੀ ਨੇ। ਤਾਂ ਭੁੱਖ ਪੂਰੀ ਹੋਈ, ਇੱਥੇ ਭੁੱਖ ਰਹਿ ਗਈ ਸੀ ਇਤਿਹਾਸ ਦੀ। ਗੁਰੂ ਨਾਨਕ ਤੋਂ ਅਸੀਂ ਕਿਵੇਂ ਚੱਕ ਲਾਂਗੇ ਗੁਰਬਾਣੀ ਦੇ ਇਤਿਹਾਸ ਨੂੰ? ਪਿੱਛੇ ਚੱਕਣਾ ਪਊਗਾ। ਪਹਿਲਾਂ ਕਬੀਰ ਨੂੰ ਗਿਆਨ ਹੋਇਆ, ਗੁਰਬਾਣੀ ਸ਼ਬਦ ਹੈ। ਜਿੰਨਾ ਝੂਠ ਸਾਰਾ ਬੋਲਿਆ ਮਿਸ਼ਨਰੀ ਵਾਲਿਆਂ ਨੇ ਬੋਲਿਆ, ਮਾਤਾ ਗੁਜਰੀ ਤਾਂ ਗੁਜਰ ਕੌਰ ਬਣਾਤਾ, ਤੁਹਾਡਾ ਬਣਾਇਆ ਬਣ ਜਾਊਗਾ। ਕੀ ਲੋੜ ਹੈ ਤੁਹਾਨੂੰ ਇਹ ਕੰਮ ਕਰਨ ਦੀ? ਯਾਨੀ ਸੱਚ ਧਰਮ ਨੂੰ ਝੂਠ ਬਣਾਇਆ ਇਹਨਾਂ ਲੋਕਾਂ ਨੇ। ਸੱਚ ਧਰਮ ਨੂੰ ਝੂਠ ਬਣਾਈਦਾ ਹੁੰਦਾ। ਭਾਈ ਨੰਦ ਲਾਲ ਸਿੰਘ ਲੋ, ਨਾਲ ਲਾਲ ਨਾਲ ਸਿੰਘ ਮਿਲ ਜੂ। ਭਾਈ ਨੰਦ ਸਿੰਘ ਹੁੰਦਾ, ਜੇ ਤੁਸੀਂ ਸਿੰਘ ਬਣਾਉਂਦਾ ਲਾਲ ਨਾਲ ਆਉਂਦੇ ਨਾਲ, ਕਿ ਮੂਰਖ ਨਾ ਪਤਾ ਨਹੀਂ ਨਾ ਹੈ। ਉਹ ਨੰਦ ਲਾਲ ਕਾਹਦੇ ਲਾਉਂਦੇ, ਜਾਂ ਨੰਦ ਲਾਲ ਲਾ ਤਾਂ ਫਿਰ ਸਿੰਘ ਨਹੀਂ ਲੱਗਦਾ ਹੈ। ਭਾਈ ਨੰਦ ਸਿੰਘ ਹੁੰਦਾ, ਨੰਦ ਸਿੰਘ ਨੇ ਸਾਡੇ ਹੈਗੇ ਸਿੱਖਾਂ ਨੰਦ ਸਿੰਘ, ਉਹ ਕਲੇ ਨੰਦ ਸਿੰਘ ਹੀ ਉਹ। ਇਹ ਲਾਲ ਲਾਲ ਲੱਗ ਗਿਆ, ਸਿੰਘ ਦੀ ਜਗ੍ਹਾ ਹੀ ਲਾਲ ਲੱਗਿਆ ਹੋਇਆ। ਸਿੰਘ ਦੀ ਜਗ੍ਹਾ ਹੀ ਲੱਗਿਆ ਹੋਇਆ ਲਾਲ। ਲਾਲ ਹਟਾਓਗੇ ਤਾਂ ਸਿੰਘ ਲੱਗੂਗਾ। ਦਇਆ ਰਾਮ ਹੈ, ਦਇਆ ਰਾਮ ਹੈ ਨਾ, ਰਾਮ ਹਟਾ ਕੇ ਸਿੰਘ ਲਾਇਆ ਹੋਇਆ। ਇੰਨੀ ਅਕਲ ਵੀ ਨਹੀਂ ਸੀ, ਇੰਨੀ ਅਕਲ ਕਿੱਥੋਂ ਆਉਣੀ ਸੀ ਇਹਨਾਂ ਨੂੰ? ਅਕਲ ਕਿੱਥੋਂ ਆਉਂਦੀ ਮਿਸ਼ਨਰੀ ਵਾਲਿਆਂ ਨੂੰ? ਨਕਲ ਕਰਨ ਵਾਸਤੇ ਵੀ ਅਕਲ ਦੀ ਲੋੜ ਹੈ।
ਅਕਲ ਤਾਂ ਢੇਲੇ ਦੀ ਨਹੀਂ ਹੈ ਇਹਨਾਂ ਕੋ, ਗੱਲਾਂ ਕਰਨ ਲੱਗੇ ਰਾਸ ਬਦਲਦੀਆਂ। ਹੁਣ ਉਹ ਛਿੱਤਰ ਖਾ ਕੇ ਬੈਠਣਗੇ, ਮੁੜ ਕੇ ਕਹਿੰਦੇ ਪੁੱਛਦਾ ਨਹੀਂ, ਬੋਲਣ ਜੋਗੇ ਹੀ ਨਹੀਂ ਰਹੇ ਕੱਖ ਵੀ, ਪੱਲੇ ਵੀ ਕੁਛ ਨਹੀਂ ਹੈ। ਭੁਲੇਖਾ ਹੋਇਆ ਵੀ ਪਤਾ ਨਹੀਂ ਸਾਡੇ ਕੋਲੇ ਕੋਈ, ਉਹਨਾਂ ਦੇਖ ਲੈ ਨਾਲ ਵਾਲੇ ਵੀ ਲੋਕ ਤਾਂ ਗੁਰਬਾਣੀ ਪੜ੍ਹਦੇ ਹੀ ਨਹੀਂ, ਅਸੀਂ ਤਾਂ ਪੜ੍ਹਦੇ ਹਾਂ 24 ਸ਼ਬਦ, ਅਸੀਂ ਤਾਂ ਪੜ੍ਹ ਲਏ 24 ਸ਼ਬਦ ਪੜ੍ਹ ਲਏ, 24 ਸ਼ਬਦ ਪੜ੍ਹਾ ਕੇ ਵੀ ਅਸੀਂ ਬਸ ਜੋ ਅਸੀਂ ਕਹਾਂਗੇ ਉਹੀ ਸਿੱਖ ਮੰਨੀ ਜਾਣਗੇ। ਹਾਂਜੀ। ਪ੍ਰਗਟ ਪ੍ਰਕਾਸ਼ ਗਿਆਨ ਗੁਰ ਗੰਮਤ ਸਤਿਗੁਰ ਤੇ ਸੁਧ ਪਾਈ। ਪ੍ਰਗਟ ਪ੍ਰਕਾਸ਼ ਗਿਆਨ ਗੁਰ ਗੰਮਤ, ਜਦੋਂ ਗੁਰਬਾਣ ਇਹਦਾ ਗਿਆਨ ਜਿਹੜਾ ਸੀ ਅੰਦਰ ਗਿਆ, ਅੰਦਰ ਮੁੱਖ ਗਿਆਨੀ ਨਹੀਂ, ਮੂੰਹ ਚ ਨਹੀਂ ਗਿਆ, ਅੰਦਰ ਚਲਾ ਗਿਆ ਹਿਰਦੇ ਚ। ਜਦ ਗੁਰਬਾਣੀ ਨੂੰ ਮੰਨਿਆ, ਜਾਂ ਗੁਰਮਤਿ ਦੀ ਗੱਲ ਹਜ਼ਮ ਆਈ, ਪੱਥੇ ਅੱਖਾਂ ਖੁੱਲ ਗਈਆਂ, ਚਾਨਣ ਹੋ ਗਿਆ, ਅੰਦਰਲੀ ਅੱਖ ਖੁੱਲ ਗਈ, ਫਿਰ ਅੰਦਰਲੀ ਅੱਖ ਖੁੱਲ ਗਈ, ਚਾਨਣ ਹੋ ਗਿਆ। ਅੰਦਰਲੀ ਅੱਖ 3 ਲੋਕ ਦੇਖ ਸਕਦੀ ਹੈ, ਆਹ ਅੱਖ ਤਾਂ ਬਸ ਥੋੜਾ ਜਿਹਾ ਏਰੀਆ ਦੇਖ ਸਕਦੀ ਹੈ ਮਾਇਆ ਚ। ਅੰਦਰਲੀ ਜਦ ਅੱਖ ਖੁੱਲਦੀ ਹੈ 3 ਲੋਕ ਦੇਖ ਸਕਦੀ ਹੈ। ਰਾਮ ਰਮਤ ਮਰਤ ਪ੍ਰਗਟੀ ਆਈ, ਪ੍ਰਗਟ ਆਈ। ਉਹ ਜਦ ਮਤ ਜਾਗੀ ਹੈ ਨਾ, ਗਿਆਨ ਮਤ ਉਪਜਿਆ ਸਹਿਜ, ਗਿਆਨ ਮਤ ਜਾਗੀ। ਉਹ ਗਿਆਨ ਮਤ ਸੁੱਤੀ ਪਈ ਸੀ ਨਾ, ਜਦ ਗਿਆਨ ਅੰਦਰ ਗਿਆ, ਜੇ ਕੋਈ ਸੁੱਤਾ ਪਿਆ ਹੋਵੇ ਨਾ, ਚਮਚੇ ਨਾਲ ਉਹਦੇ ਮੂੰਹ 'ਚ ਕੁਝ ਪਾ ਦਿਓ, ਚਾਹੇ ਪਾਣੀ ਪਾ ਦਿਓ, ਜਦੋਂ ਉਹ ਖੁੱਲ ਜੂਗੀ ਉਹਦੀ, ਉਹਦਾ ਮੂੰਹ ਜੇ ਖੁੱਲਾ ਹੋਇਆ ਅੱਡ ਕੇ ਆ, ਕਿਸੇ ਤਰੀਕੇ ਨਾਲ ਉਹਦੇ ਅੰਦਰ ਕੋਈ ਚੀਜ਼ ਮਿਹਦੇ 'ਚ ਘੱਲ ਦੋ, ਜਦੋਂ ਖੁੱਲ ਜੂ ਉਹਦੀ। ਜੇ ਸੁੱਤਾ ਪਿਆ ਮੈਂ, ਜੇ ਵੇਲ ਹੋ ਜਾ ਫਿਰ ਤਾਂ ਨਹੀਂ ਖੁੱਲ ਸਕਦੀ, ਸੁੱਤਾ ਪਿਆ ਤੇ ਜਾਗ ਪਊਗਾ। ਜਦ ਕੋ ਗਿਆਨ ਗਿਆ ਨਾ ਅੰਦਰ, ਜਦ ਗਿਆਨ ਮਤ ਜਾਗੀ, ਜਦ ਗਿਆਨ ਮਤ ਜਾਗੀ ਹੈ, ਫਿਰ ਆ ਕੁਛ ਹੋਇਆ ਹੋਇਆ। ਇਸੇ ਚੀਜ਼ ਦਾ ਉੱਥੇ ਵਿਆਖਿਆ ਕੀਤੀ ਹੋਈ ਹੈ, ਉਪਜਿਆ ਸਹਿਜ, ਜਦ ਮਨ ਟਿਕ ਗਿਆ ਗਿਆਨ ਮਤ ਜਾਗੇ। 3 ਲੋਕ ਦਾ ਉਹ ਅੱਖ ਖੁੱਲ ਗਈ, ਤੀਜੀ ਗਿਆਨ ਮਤ ਜਾਗੀ ਦਾ ਮਤਲਬ, ਜਦ ਸੁੱਤਾ ਪਿਆ ਜਾਗਦਾ ਅੱਖਾਂ ਹੀ ਖੁੱਲਦੀਆਂ ਨੇ, ਸੁੱਤਾ ਪਿਆ ਜਾਗੂ ਅੱਖਾਂ ਖੁੱਲ੍ਹੀਆਂ, ਗਿਆਨ ਮਤ ਜਾਗੀ। ਹਾਂਜੀ। ਪ੍ਰਗਟ ਪ੍ਰਕਾਸ਼ ਗਿਆਨ ਗੁਰ ਗੰਮਤ ਸਤਿਗੁਰ ਤੇ ਸੁਧ ਪਾਈ। ਸਤਿਗੁਰ ਤੇ ਸੁਧ ਪਾਈ, ਦਾਸ ਸੋਝੀ ਕਾਹਦੀ ਹੋਈ, ਜਿਹੜਾ ਸੱਚ ਦਾ ਗਿਆਨ ਮਿਲਿਆ ਉਹਨੇ ਸੋਝੀ ਕਰਤੀ, ਅੰਦਰ ਚਾਨਣ ਕਰਤਾ ਅੰਦਰ। ਹਾਂਜੀ। ਦਾਸ ਕਬੀਰ ਤਾਸ ਮਦ ਮਾਤਾ ਉਚਕ ਨ ਕਬਹੂ ਜਾਈ। ਦਾਸ ਕਬੀਰ ਤਾਸ ਮਦ ਮਾਤਾ, ਉਸ ਮਦ ਦਾ ਮਤਿਆ ਹੋਇਆ, ਉਹ ਮਦ ਪੀਤੀ ਹੈ ਮੇਰੀ। ਜੋਗੀਆਂ ਨੂੰ ਕਹਿੰਦਾ ਮੇਰੀ ਵੀ ਪੀਤੀ ਹੋਈ ਹੈ, ਪਰ ਮੇਰੀ ਆ ਪੀਤੀ ਹੋਈ ਹੈ, ਤੁਹਾਡੀ ਦੂਈ ਪੀਤੀ ਹੋਈ ਹੈ। ਤਾਸ ਮਦ ਮਾਤਾ ਉਚਕ ਨ ਕਬਹੂ ਜਾਈ। ਮੈਂ ਨਹੀਂ ਕਿਤੇ ਵੀ ਉਚਕਦਾ, ਮੈਂ ਨਹੀਂ ਉਖੜਦਾ, ਉਚਕਦਾ ਉਖੜ ਜਾਣਾ, ਮੈਂ ਆਪਣੇ ਟਾਰਗੇਟ ਤੋਂ ਉਖੜਦਾ ਹੀ ਨਹੀਂ। ਮੇਰੀ ਸੁਰਤ ਉੱਥੇ ਹੀ ਗੜੀ ਰਹਿੰਦੀ ਹੈ, ਉਖੜਦੀ ਨਹੀਂ। ਤੁਸੀਂ ਸੁਰਤ ਨੂੰ ਘੇਰ ਕੇ ਲਿਆ, ਮੇਰੀ ਉਖੜਦੀ ਹੋਇਆ ਨਹੀਂ। ਜਿਵੇਂ ਕੋਈ ਬਸਤ ਮਾਇਲੇ ਬਸਤ ਗਡਾਈ, ਜਿਵੇਂ ਆਪਾਂ ਕਿੱਲ ਲਾ ਦਈਏ ਕਿਸੇ ਲੱਕੜ 'ਚ, ਗੱਡ ਦਈਏ ਤੇ ਕਿੱਲ ਫਿਰ ਹਿੱਲ ਜੂਗਾ, ਟਿਕਿਆ ਪਿਆ ਉੱਥੇ ਰਹੂਗਾ। ਐ ਮੇਰੀ ਸੁਰਤ ਗੱਡ ਗਈ ਵਿੱਚ, ਜਿਵੇਂ ਕਿੱਲ ਗੱਡ ਜਾਂਦਾ ਲੱਕੜ 'ਚ, ਸ਼ਬਦ 'ਚ ਐ ਸੁਰਤ ਗੱਡ ਗਈ, ਤਾਂ ਕੋ ਭਿੰਨ ਨਾ ਕਹਿਣਾ ਜਾਈ। ਸ਼ਬਦ ਨਾਲ ਸੁਰਤ ਇਸ ਤਰੀਕੇ ਨਾਲ ਗੱਡ ਗਈ, ਇਸ ਤਰੀਕੇ ਨਾਲ ਵਿੱਚ ਸਮਾ ਗਈ, ਸੁਰਤ ਖਤਮ। ਹੁਣ ਆਪਾਂ 10 ਕਿੱਲ ਲਾਤੇ ਕਿਸੇ ਮੇਜ਼ ਦੇ ਵਿੱਚ, ਫਿਰ ਉਹਦਾ ਨਾਮ ਕੀ ਹੈ? ਮੇਜ਼ ਹੈ ਉਹਦਾ ਨਾਮ, ਉਹਦਾ ਨਾਮ ਤਾਂ ਬਦਲਿਆ ਨਹੀਂ, ਕਿੱਲਾਂ ਵੀ ਖਿਲਾਤੀਆਂ। ਪਹਿਲਾਂ ਵੀ ਮੇਜ਼ ਸੀ, ਫਿਰ ਵੀ ਮੇਜ਼, ਉਹਦਾ ਤਾਂ ਨਾਮ ਨਹੀਂ ਬਦਲਿਆ। ਇਸ ਕਰਕੇ ਜਿੰਨੇ ਮਰਜ਼ੀ ਉੱਥੇ ਭਗਤ ਸਮਾ ਜਾਣ ਜਾ ਕੇ, ਉਹਦਾ ਨਾਮ ਉਹੀ ਰਹੂ ਜਿਹੜਾ ਉਹਦਾ ਪਹਿਲਾਂ। ਉਹਦਾ ਕਲਮ ਹੋਇਆ ਚੱਕੀ ਠੋਕਦੀ, ਉੱਥੇ ਮੇਜ਼ ਤਾਂ ਫਿਰ ਵੀ ਮੇਜ਼ ਹੈ। ਸਮੁੰਦਰ 'ਚ ਜਿੰਨੀ ਮਰਜ਼ੀ ਦਰਿਆ ਜਾਈ ਜਾਣ, ਚਾਹੇ ਉੱਥੋਂ ਪਾਣੀ ਆ ਜਾਵੇ, ਇੱਥੇ ਬਰਸ ਜਾਵੇ, ਚਾਹੇ ਉੱਥੇ ਚਲਿਆ ਜਾਵੇ, ਸਮੁੰਦਰ ਦਾ ਉਹਨੂੰ ਸਮੁੰਦਰ ਹੀ ਰਹਿੰਦਾ। ਅਸੀਂ ਕੀ ਚਾਹੁੰਦੇ ਹਾਂ?
ਵੀ ਸਮੁੰਦਰ ਦਾ ਨਾਂ ਨਾਨਕ ਬਣਾ ਦਈਏ। ਦੂਏ ਕੀ ਚਾਹੁੰਦੇ ਨੇ, ਸਮੁੰਦਰ ਦਾ ਨਾਂ ਨਾਨਕ ਨਹੀਂ ਠੀਕ ਹੈਗਾ, ਰਾਮ ਬਣਾ ਦਈਏ। ਕੋਈ ਕਹਿੰਦਾ ਕ੍ਰਿਸ਼ਨ ਬਣਾ ਦਈਏ। ਇਹ ਗੱਲ ਦੀ ਲੜਾਈ ਹੈ। ਸਮੁੰਦਰ ਵਾਲੇ ਨਹੀਂ ਲੜਾਈ ਹੈ। ਦੇਖੋ ਸੰਸਾਰ 'ਚ ਸਮੁੰਦਰ ਦੇ ਨਾਂ ਬਾਰੇ ਕੋਈ ਲੜਾਈ ਨਹੀਂ। ਜੇ ਸਮੁੰਦਰ ਦੇ ਬਾਰੇ ਕਹੀਏ ਭਾਈ ਇਹਦਾ ਨਾਮ ਗੰਗਾ ਬਣਾ ਦਿਓ ਸਮੁੰਦਰ, ਉਹ ਕਹਿੰਦਾ ਗੰਗਾ ਕਿਵੇਂ ਹੈ, ਹੋਰ ਨਦੀਆਂ ਨਹੀਂ ਮਿਲਦੀਆਂ। ਲੇਕਿਨ ਧਰਮ ਦੇ ਖੇਤਰ 'ਚ ਐਡਾ ਮੂਰਖ ਹੈ ਆਦਮੀ। ਧਰਮ ਦੇ ਖੇਤਰ ਵਾਲੇ ਮੂਰਖ ਨੇ, ਦੁਨਿਆਵੀ ਖੇਤਰ 'ਚ ਮੂਰਖ ਹੈ ਨਹੀਂ ਕੋਈ ਵੀ। ਗੋਦਾਵਰੀ ਹੈ, ਗੋਦਾਵਰੀ ਨੂੰ ਵੱਡੀ ਮੰਨਦੇ ਨੇ, ਪਰ ਸਮੁੰਦਰ 'ਚ ਗਿਰਦੀ ਆ ਉਹ ਨਹੀਂ ਕਹਿੰਦੇ ਵੀ ਗੋਦਾਵਰੀ, ਸਮੁੰਦਰ ਨੂੰ ਗੋਦਾਵਰੀ ਕਹਿਣ ਲੱਗ ਜਾਓ, ਉੱਥੇ ਨਹੀਂ ਕੋਈ ਕਹਿੰਦਾ। ਜਿੰਨਾ ਝੂਠ ਪਖੰਡ ਔਰ ਪਾਰਟੀਬਾਜੀ ਧਰਮ ਦੇ ਖੇਤਰ 'ਚ ਹੈ ਕਿਤੇ ਵੀ ਨਹੀਂ, ਕਿਉਂਕਿ ਬਲੈਕਮੇਲਰ ਸਭ ਤੋਂ ਜ਼ਿਆਦਾ ਇਹ 'ਚ ਨੇ। ਜਿਹਨੂੰ ਕਿਤੇ ਜਗ੍ਹਾ ਨਹੀਂ ਮਿਲਦੀ ਧਾਰਮਿਕ ਹੋ ਜਾਂਦਾ। ਜਿਹੜਾ ਸਾਰੇ ਸ਼ਾਤਰ ਆਦਮੀ ਜੇ ਕਾਮਯਾਬ ਨਹੀਂ ਨਾ ਹੁੰਦਾ ਜੀਵਨ 'ਚ, ਉਹ ਧਾਰਮਿਕ ਬਣ ਜਾਂਦਾ, ਸੰਤ ਬਣ ਜਾਂਦਾ। ਉਹ ਦੇਖਿਆ ਉਹ ਗੁਜਰਾਤ ਦੇ ਵਿੱਚ ਕਿੰਨੇ ਪੈਸੇ ਲੈ ਕੇ ਠੱਗ ਕੇ, ਛਾਤਰ ਸੀ, ਲੈ ਗਿਆ, ਆਪਣੇ ਠਗੇ ਨੇ ਉਹਨੇ। ਇਸ ਕਰਕੇ ਛਾਤਰ ਆਦਮੀ ਧਰਮ 'ਚ ਆ ਕੇ ਪੜਦੇ ਨੇ। ਇੱਥੇ ਕੋਈ ਪੈਰਾ ਨਹੀਂ ਨਾ ਹੈ। ਜਿਹੜੇ ਘਰ ਸੁਣਨੇ ਹੋਣ ਉੱਥੇ ਉਹ ਲੁੱਟੇ ਜਾਂਦੇ ਨੇ। ਸੁਣਨੇ ਘਰ ਨੇ ਇਹ, ਇੱਥੇ ਜਣੇ ਖੜੇ ਨੂੰ ਵੜੀ ਜਾਂਦੇ ਨੇ। ਜਣੇ ਖੜੇ ਨੂੰ ਅੰਮ੍ਰਿਤ ਛਕਾ ਕੇ ਬਾਹਰਨਾ ਘਰ ਲੁੱਟਿਆ ਜਾਂਦਾ ਹੈ, ਬਰਬਾਦ ਹੋ ਜਾਂਦਾ ਹੈ। ਜੇ ਕੱਲ ਨੂੰ ਅਗਲਾ ਛਾਤਰ ਹੋਵੇ ਉਹਦਾ ਬਦਨਾਮ ਕਰ ਦੂਗਾ। ਇਸ ਕਰਕੇ ਅੰਮ੍ਰਿਤ ਨਹੀਂ ਛਕਾਉਂਦਾ ਕਿਸੇ ਨੂੰ, ਬਿਲਕੁਲ ਨਹੀਂ ਛਕਾਉਂਦਾ। 3-3 ਸਾਲ ਉਹ ਕਹਿੰਦੇ, ਬਜ਼ੁਰਗ ਦੱਸਦੇ ਸੀ, ਅੰਮ੍ਰਿਤ ਛਕਾਉਣ ਵਾਸਤੇ 3-3 ਸਾਲ ਟਾਲੇ ਲਾਈ ਜਾਂਦੇ ਸੀ। ਕੋਈ ਨਹੀਂ ਉੱਥੇ ਛਕਾ ਦਾਂਗੇ, ਕੋਈ ਨਹੀਂ ਉਹ ਛਕਾ ਦਾਂਗੇ। ਉਹਨੂੰ ਪੱਕਾ ਕੱਚਾ ਦੇਖ ਲੈਂਦੇ ਸੀ ਵੀ ਇਹ ਕੱਚਾ 3 ਸਾਲ 'ਚ ਭੱਜ ਜਾਊਗਾ। ਇਹ ਨਾ ਹੋਵੇ ਅੰਮ੍ਰਿਤ ਛਕ ਕੇ ਫਿਰ ਪਿੱਛੇ ਨੂੰ ਮੁੜੇ, ਪਿੱਛੇ ਨੂੰ ਤਦ ਕੇ ਮੁੜ ਜੂਗਾ। ਇੱਥੇ ਹੁਣ ਕੀ ਹੈ, ਹੁਣ ਇਹਨਾਂ ਨੇ ਬਜਟ ਦੇਖਣਾ ਵੀ ਇੰਨੇ ਲੱਖ ਰੁਪਈਆ ਅਸੀਂ ਖਰਚ ਕਰਨਾ, ਫਰਜੀ ਵੀ ਛਕਾਉਣੇ ਨੇ। ਜਿਨ੍ਹਾਂ ਦਾ ਪਹਿਲਾਂ ਛਕਿਆ ਉਹਨਾਂ ਦੇ ਵੀ ਦੁਬਾਰਾ ਨਾਂ ਲੈਣਾ। ਉਹ ਤਾਂ ਹੁਣ ਉਹਨਾਂ ਨੇ ਤਾਂ ਕੋਟਾ ਪੂਰਾ ਕਰਕੇ ਰਸੀਦਾਂ ਕੱਟ ਕੇ ਪੈਸੇ ਵਾਜਬ ਕਰਨੇ ਨੇ ਨਾ। ਤੇ ਹੁਣ ਫਿਰ ਪੱਲੇ ਵੀ ਕੀ ਹੈ, ਕਿਸੇ ਦਾ ਛਕਾਉਣ ਵਾਲੇ ਦੇ ਨਾ ਛਕਣ ਵਾਲਿਆਂ ਦੇ ਪੱਲੇ ਤਾਂ ਕਹਿੰਦੇ ਕੁਛ ਨਹੀਂ ਹੈ। ਏਦਾਂ ਨਹੀਂ ਕਰਦੇ ਸੀ ਪਹਿਲਾਂ, ਜੋਗੀਆਂ ਦੇ ਹੁਣ ਨਹੀਂ ਕਰਦੇ। ਜੋਗ ਨਹੀਂ ਦਿੰਦੇ ਕਿਸੇ ਨੂੰ ਛੇਤੀ ਕਿਤੇ, ਉਹ ਨਹੀਂ ਕਰਦੇ ਸੀ ਅੱਗੇ। ਸਮਝਿਆ ਨਹੀਂ? ਗੋਰਖਨਾਥ ਤੇ ਵੀ ਇਤਰਾਜ਼ ਕੀਤਾ ਆਉਂਦਾ, ਜਾਂ ਪੂਰਨ ਭਗਤ ਨੂੰ ਨੇ ਜੋਗ ਦੇ ਦਿੱਤਾ ਛੇਤੀ। ਪਹਿਲਾਂ ਨੇ ਇਤਰਾਜ਼ ਕੀਤਾ, ਕਹਿੰਦੇ ਸਾਨੂੰ 12-12 ਸਾਲ ਹੋ ਗਏ, ਇਹਨੂੰ ਕਿਵੇਂ ਦਿੱਤਾ? ਕਹਿੰਦੇ ਇਹਦੀ ਅਵਸਥਾ ਇਹੋ ਜਿਹੀ ਹੋਇਆ, ਤੁਹਾਡੀ ਅਵਸਥਾ ਉਹ ਜਿਹੀ ਹੈ ਨਹੀਂ ਅਜੇ। ਕਹਿੰਦਾ ਵੀ ਇਹਦੀ ਅਵਸਥਾ ਹੈ, ਉਹ ਪਹਿਲਾਂ ਹੀ ਤਿਆਗ ਹੈ ਇਹਦੇ ਵਿੱਚ, ਜਿਹੜਾ ਇਹਦੇ ਤਿਆਗ ਹੈ ਤੁਹਾਡੇ 'ਚ ਨਹੀਂ ਹੈ। ਅਮਲੀ ਕੋ ਜੈਸੇ ਮਨ ਬਾਲਾ ਤੈਸੇ ਮੇਰੇ ਮਨ ਨਾ ਭਈਆ। ਇਹਦਾ ਜਿਹੜਾ ਤਿਆਗ ਹੈ ਉਹ ਤੁਹਾਡਾ ਜੋ ਬਣਿਆ ਨਹੀਂ ਭਾਈ। ਉੱਥੇ ਵੀ ਨਹੀਂ ਸੀ ਏਦਾਂ। ਜਦੋਂ ਤੋਂ ਇਹ ਕਮਜ਼ੋਰੀ ਆ ਜਾਂਦੀ ਹੈ ਨਾ ਗਿਣਤੀ ਵਧਾਉਣ ਦੀ, ਗਿਣਤੀ ਵਧਾਉਣ ਅਸੀਂ ਰਾਜ ਕਰਨਾ। ਧਰਮ ਦਾ ਰਾਜ ਨਾਲ ਕੀ ਮਤਲਬ? ਜੋਗੀ ਰਾਜ ਤੋਂ ਦੂਰ ਨੇ, ਦੂਰ ਨੇ ਨਾ, ਵਿਸ਼ਨੂੰ ਕਰਦਾ ਰਾਜ ਕਰੀ ਜਾਵੇ। ਸਿੱਖਾਂ ਦੇ ਦਿਮਾਗ ਕਿਵੇਂ ਆ ਗਿਆ ਰਾਜ ਦਾ ਕਨਸੈਪਟ? ਕਾਮਯਾਰੀ ਆ ਬੜੀ ਸਾਰੀ, ਉਹ ਜੋ ਪੰਡਤ ਨੇ ਕਾਮਯਾਰੀ ਪੈਦਾ ਕੀਤੀ ਸੀ ਨਾ, ਉਹ ਸਾਰੀ ਕਾਮਯਾਰੀ ਵਿੱਚ ਵੜਤੀ। ਬੰਦੇ ਬਹਾਦਰ ਨੇ ਬਾਹਰਲੀ ਕਾਮਯਾਰੀ ਸਾਰੀ ਵਿੱਚ, ਉਹ ਕਾਮਯਾਰੀ ਲੈ ਕੇ ਡੁੱਬ ਗਈ। ਕਾਮਯਾਰੀ ਦੀ ਛਾਂਟੀ ਹੁਣ ਹੋ ਜੂਗੀ, ਕਾਮਯਾਰੀ ਪਾਸੇ ਹੋ ਜੂਗੀ। ਕਾਮਯਾਰੀ ਦੀ ਸਾਡੇ ਨਾਲ ਗੱਲ ਰਲਣੀ ਹੋਈ ਹੈ, ਉਹਨਾਂ ਨਾਲ ਲੜਦੀ ਹੋਣੀ ਹੈ, ਅੱਡ ਹੋ ਜੂਗੀ ਕਾਮਯਾਰੀ। ਉਹ ਆਪਣੇ ਰਾਹ ਚੱਲਣਗੇ, ਹੋਰ ਖਾਲਸਾ ਆਪਣੇ ਰਾਹ ਚੱਲੂਗਾ। ਹਾਂਜੀ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਕਹੀ ਵੇ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰਾਖ ਲੀਨੀ ਹਰ ਮੇਰੀ। ਤੂੰ ਮੇਰੇ ਮੇਰ, ਸੁਮੇਰ ਪਰਬਤ ਹੈ ਨਾ,
ਸੁਮੇਰ ਪਰਬਤ ਤੇ ਸ਼ਿਵ ਜੀ ਰਹਿੰਦਾ, ਉਹ ਆ ਪਹਾੜਾਂ ਨੂੰ ਕਹਿੰਦੇ ਨੇ ਸੁਮੇਰ, ਨਾਂ ਰੱਖ ਲੈਣਾ ਬਾਹਰ। ਸਭ ਤੋਂ ਉੱਚੀ ਚੋਟੀ ਨੂੰ ਸੁਮੇਰ ਪਰਬਤ ਕਹਿੰਦੇ ਨੇ। ਸੁਮੇਰ ਜਿਹੜਾ ਪਰਬਤ ਆ ਉਹਦੀ ਚੋਟੀ ਸਭ ਤੋਂ ਉੱਚੀ ਹੈ। ਪਰ ਉੱਥੇ ਤਾਂ ਬਰਫ਼ ਹੁੰਦੀ, ਉੱਥੇ ਤਾਂ ਸ਼ਿਵ ਜੀ ਜਾ ਨਹੀਂ ਸਕਦਾ, ਆਦਮੀ ਉੱਥੇ ਰਹਿ ਨਹੀਂ ਸਕਦਾ। ਇਹ ਥੱਲੇ ਦੀਆਂ ਚੋਟੀਆਂ ਉੱਚੀਆਂ ਹੋਣਗੀਆਂ, ਉਹਦੇ ਤੇ ਜਿਵੇਂ ਨੈਣਾ ਦੇ ਵੀ ਬਣਾ ਲਈ ਇਹਨਾਂ ਨੇ ਉਰੇ ਉੱਚੇ ਤੋਂ। ਤੂੰ ਮੇਰੋ ਮੇਰ ਪਰਬਤ ਹੈ ਸਵਾਮੀ। ਇਹ ਸਵਾਮੀ ਕੌਣ ਹੈ? ਸਵਾਮੀ ਕੌਣ ਹੈ? ਸਵਾਮੀ ਦਾ ਮਾਲਕ। ਬੁੱਧੀ ਦਾ ਜਿਹੜਾ ਮਨ ਦਾ ਮੂਲ ਹੈ, ਜਿਹਦੇ ਮਨ ਪੈਦਾ ਹੋਇਆ, ਉਹੀ ਇਹਦਾ ਸਵਾਮੀ ਹੈ ਬੁੱਧੀ ਦਾ, ਜਿਹਨੂੰ ਅਸੀਂ ਪ੍ਰਾਤਮਾ ਕਹਿੰਦੇ ਹਾਂ। ਪ੍ਰਾਤਮਾ ਜਿਹਨੂੰ ਕਹਿੰਦਾ ਅੱਗੇ ਹੰਸ ਅਕੇਲਾ। ਇਹ ਬਗਲਾ ਜਿਹਦੇ ਵਿੱਚੋਂ ਨਿਕਲਿਆ ਨਾ, ਬਗਲਾ ਹੰਸ ਵਿੱਚੋਂ ਪੈਦਾ ਹੋਇਆ ਹੈ। ਦਰਿਆ ਦੇ ਕੰਢੇ ਬਗਲਾ ਹੀ ਫਿਰਦਾ। ਦਰਿਆ ਕਿਹੜਾ ਜਿਹਦੇ ਕੰਢੇ ਬਗਲਾ ਫਿਰਦਾ? ਭਲਾ ਜਿਹੜੇ ਦਰਿਆ ਦੇ ਕਿਨਾਰੇ ਤੇ ਬਗਲਾ ਕੇਲ ਕਰਦਾ, ਉਹ ਦਰਿਆ ਕਿਹੜਾ ਹੈ? ਉਹ ਦਰਿਆ ਉਹ ਨਹੀਂ ਹੈਗਾ ਆਕਾਸ਼ ਮਿਆਨੇ ਲਹੰਗ ਦਰਿਆ, ਉਹ ਨਹੀਂ ਹੈਗਾ ਉਹ ਦਰਿਆ। ਨਾ, ਉਹ ਤਾਂ ਦਰਿਆ ਜਮਨਾ ਹੈ। ਇਹਦਾ ਜਮਨਾ ਦੇ ਕੰਢੇ ਹੈ। ਉਹ ਕਲਪਨਾ ਦੀ ਨਦੀ ਹੈ, ਇਹਦੇ ਕੰਢੇ ਹੀ ਰਹਿੰਦਾ ਬਗਲਾ। ਤਾਂ ਇਹ ਜਮਦੇ ਮਾਰਗ ਦਾ ਧਾਰਨੀ ਹੈ, ਤਾਂ ਬਾਜ ਪਏ ਨੇ। ਤੇ ਤਾਂ ਹੀ ਕੇਲਾ ਇੱਥੇ ਹੀ ਕਰ ਸਕਦਾ ਹੈ, ਉੱਥੇ ਨਹੀਂ ਕੇਲਾ ਕਰਦਾ ਹੈ। ਕੇਲਾ ਕਰਦਾ ਮਨ ਭਾਉਂਦੀਆਂ, ਕੇਲਾ ਹੁੰਦੀਆਂ ਨੇ ਮਨ ਭਾਉਂਦੀਆਂ। ਜਿੱਥੇ ਹੁਕਮ ਚੱਲਣਾ ਉੱਥੇ ਕੇਲਾ ਕਿੱਥੇ ਵਿਚਾਰੇ ਦੀਆਂ। ਜਰ ਖਰੀਦ ਗੁਲਾਮ ਕੇਲਾ ਕਰਦਾ ਹੁੰਦਾ। ਜਰ ਖਰੀਦ ਗੁਲਾਮ ਨੂੰ ਤਾਂ ਜ਼ਹਿਰ ਵੀ ਦੇ ਦੇਵੇ ਵੀ ਖਾਣੀ ਪੈਂਦੀ ਹੈ। ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀਏ ਉੱਥੇ। ਤਾਂ ਦੇਖ ਪਰਾਈ ਚੋਪੜੀ ਨਾ ਤਾਂ ਸਾਈਂ ਜੀ, ਇਹਨਾਂ ਦੇ ਕਿਵੇਂ ਚੋਪੜੀਆਂ ਖਾਂਦੇ ਨੇ ਸੰਤ। ਇਹ ਕਹਿ ਰਿਹਾ ਫਰੀਦ ਇਹ ਬਦਾਮਾਂ ਦਾ ਦੁੱਧ ਪੀ ਰਹੇ ਨੇ ਨਾ, ਝਾਕੀ ਜੇ ਝਾਕ ਲਿਆ ਪਟਿਆ ਜਾਏਗਾ ਤੂੰ। ਤੇਰੇ ਭਲੇ ਨਹੀਂ ਰਹਿਣਾ ਕੱਖ ਵੀ, ਇਹਨਾਂ ਨੂੰ ਪੀ ਜਾਣ ਦੇ, ਇਹ ਆਪੇ ਹਿਸਾਬ ਦਿੰਦੇ ਰਹਿਣਗੇ ਅੱਗੇ ਜਾ ਕੇ। ਦੇਖ ਪਰਾਈ ਚੌਪੜੀ ਨਾ ਤਰਸਾਈ ਜੀ, ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ। ਐ ਕਹਿ ਰਿਹਾ ਜੈ ਜੀ। ਕਬੀਰ ਕਹਿੰਦਾ ਜੌਗੀ ਭੂਸੀ ਖਾਓ। ਜੌ ਦਾ ਜਿਹੜਾ ਬੂਰਾ ਹੁੰਦਾ ਨਾ, ਛਾਣ ਬੂਰਾ, ਉਹ ਮਿਲ ਜੇ ਉਹੀ ਬਹੁਤ ਹੈ ਮੈਨੂੰ। ਸੰਸਾਰੀ ਸਰੀਰ ਵਾਸਤੇ ਮੈਨੂੰ ਕੋਈ ਲੋੜ ਨਹੀਂ ਹੈ ਚੰਗੇ ਪਦਾਰਥ ਖਾਣ ਦੀ। ਜੇ ਨਹੀਂ ਹੈਗੇ ਕੋਈ ਲੋੜ ਨਹੀਂ, ਜੇ ਹੈਗੇ ਤਿਆਗਣੇ ਵੀ ਨਹੀਂ। ਜਿਹਾ ਕੁਛ ਮਿਲਦਾ ਪਰਮੇਸ਼ਰ ਨੇ ਦਿੱਤਾ ਨਾ, ਚੰਗਾ ਦਿੱਤਾ ਚਾਹੇ ਮਾੜਾ ਦਿੱਤਾ, ਉਹਦੇ ਹੁਕਮ ਨਾਲ ਮਿਲਿਆ। ਮੈਂ ਕੌਣ ਹੁੰਦਾ ਮਨਾ ਕਰਨ ਵਾਲਾ? ਮਨਾ ਕਰਨਾ ਵੀ ਅਪਰਾਧ ਹੈ, ਇੱਛਾ ਰੱਖਣੀ ਵਧੀਆ ਦੀ ਇਹ ਵੀ ਅਪਰਾਧ ਹੈ। ਮਨਾ ਕਰਨਾ ਵੀ ਅਪਰਾਧ ਹੈ, ਮਨਾ ਕਰਨੀ ਵੀ ਤੇਰੀ ਮਰਜ਼ੀ ਹੈ। ਜੇ ਘਟੀਆ ਦੇ ਕੇ ਵਧੀਆ ਮੰਗਾਂਗਾ ਤਾਂ ਵੀ ਤੇਰੀ ਮਰਜ਼ੀ, ਆਪਣੀ ਮਰਜ਼ੀ ਦਾ ਨਹੀਂ ਖਾਣਾ। ਜੋ ਦੇਵੇ ਸੋ ਖਾਈ, ਜੋ ਦੇਵੇ ਸੋ ਖਾਈ ਹੈ, ਤਾਂ ਫਿਰ ਆਪਣੀ ਮਰਜ਼ੀ ਨਹੀਂ ਹੈ। ਚੰਗੇ ਨੂੰ ਮਨਾ ਨਹੀਂ ਕਰ ਸਕਦਾ, ਮਾੜਾ ਦੇਖ ਕੇ ਚੰਗੇ ਦੀ ਇੱਛਾ ਨਹੀਂ ਰੱਖ ਸਕਦਾ। ਗੁਲਾਮ ਜੋ ਹੋਇਆ, ਜੇ ਘਰ ਖੀਰ ਬਣਿਆ ਤਾਂ ਗੁਲਾਮ ਨੂੰ ਵੀ ਖੀਰ ਮਿਲ ਜਾਣੀ ਹੈ। ਘਰ ਹੈ ਨਾ, ਜੇ ਘਰ ਦੇ ਖੀਰ ਦੇ ਦੇਣ ਚੰਗਾ, ਜੇ ਨਾ ਦੇਣ ਨਾ ਸਹੀ। ਵਿਚਾਰ ਗੁਲਾਮ ਨੂੰ ਕੀ ਦੇਣੀ ਹੈ ਖੀਰ? ਛੱਡੋ ਪਰੇ, ਨੌਕਰ ਨੂੰ ਕਾਹਨੂੰ ਦੇਣੀ ਆਪਾਂ ਨੇ? ਨਾ ਤਾਂ ਸਾਈ ਜੀ, ਇਹ ਭਗਤਾਂ ਦੀ ਗੱਲ ਹੈ। ਇਸ਼ਾਰਾ ਉਸ ਵੇਲੇ ਦੇ ਸੰਤਾਂ ਵਾਲਾ ਜਿਹੜੇ ਹੁਣ ਤੁਰੇ ਫਿਰਦੇ ਨੇ, ਸਾਰੇ ਮੁਲਜ਼ਮ ਨੇ ਸੰਤ। ਗੁਰਬਾਣੀ ਦਾ ਹਿਸਾਬ ਹੈ ਇਹ ਜਿਹੀ ਸੀ ਜਿਹਨਾਂ ਨੂੰ ਕਿਹਾ ਹੋਇਆ। ਹੁਣ ਇਹ ਨੇ, ਇਹਨਾਂ ਨੂੰ ਐਡ ਕੱਢ ਦੇਣਾ, ਬਿਲਕੁਲ ਰਸਤਾ ਸਾਫ਼ ਕਰ ਦੇਣਾ। ਜਿਵੇਂ ਕਮਾਲ ਹੈ, ਇੱਕ ਮਾਲੇ ਦੇ ਵਿਚਾਲੇ ਦੀ ਸੜਕ ਹੈ, ਲੈਫਟ ਔਰ ਰਾਈਟ ਸਾਈਡ ਦੋਵੇਂ ਨੇ। ਇਹ ਸਾਰੇ ਲੈਫਟ ਸਾਈਡ ਤੇ ਖੜੇ ਨੇ। ਲੈਫਟ ਸਾਈਡ ਤੇ ਮਨ ਪ੍ਰਧਾਨ ਹੁੰਦਾ, ਰਾਈਟ ਸਾਈਡ ਤੇ ਗੁਰੂ ਪ੍ਰਧਾਨ ਹੁੰਦਾ। ਜਿਹੜੇ ਰਾਈਟ ਸਾਈਡ ਤੇ ਖੜੇ ਨੇ, ਰਾਈਟ ਦਾ ਮਤਲਬ ਹੁੰਦਾ ਠੀਕ ਸਾਈਡ। ਰਾਈਟ ਦਾ ਮਤਲਬ ਹੈ ਠੀਕ ਸਾਈਡ, ਠੀਕ। ਰਾਈਟ ਦਾ ਉਲਟ ਕੀ ਹੁੰਦਾ? ਰੌਂਗ। ਰਾਈਟ ਦਾ ਲੈਫਟ ਦਾ ਮਤਲਬ ਰੌਂਗ ਸਾਈਡ।
ਰਾਈਟ ਦਾ ਮਤਲਬ ਠੀਕ ਸਾਈਡ, ਇਹ ਰੌਂਗ ਸਾਈਡ ਹੈ, ਲੈਫਟ ਸਾਈਡ। ਮਨ ਲੌਂਗ ਹੈ ਨਾ, ਮਨ ਕੀ ਹੈ, ਮਨ ਲੌਂਗ ਹੈ, ਇਸ ਕਰਕੇ ਲੈਫਟ ਸਾਈਡ ਹੈ ਉਹ। ਇਹ ਜਿਹੜੇ ਪੁੱਠਾ ਗੇੜਾ ਦਿੰਦੇ ਸੀ ਨਾ ਕਮਿਊਨਿਸਟ, ਇਹਨਾਂ ਨੂੰ ਖੱਬੂ ਤਾਂ ਹੀ ਕਹਿੰਦੇ ਤੇ, ਨੇਚਰ ਤੋਂ ਉਲਟ ਚੱਲਦੇ ਤੇ। ਖੱਬੂ ਕਹਿੰਦੇ ਸੀ ਇਹਨਾਂ ਨੂੰ, ਰੌਂਗ ਕਹਿੰਦੇ ਸੀ ਇਹਨਾਂ ਨੂੰ ਅਸਲ 'ਚ। ਲੈਫਟਿਸਟ ਦਾ ਮਤਲਬ ਹੈ ਰੌਂਗ। ਅਗਲੇ ਨੇ ਮਿਹਨਤ ਨਾਲ ਅਮੀਰ ਹੋਇਆ, ਤੁਸੀਂ ਕਹਿੰਦੇ ਉਹਨੂੰ ਲੁੱਟ ਕੇ ਆਪਾਂ ਬਰਾਬਰ ਕਰ ਲਈਏ, ਰੌਂਗ ਹੈ ਗੱਲ ਹੈ। ਕੁਦਰਤ ਦੇ ਨਿਯਮ ਤੇ ਵੀ ਖਿਲਾਫ ਹੈ, ਕੁਦਰਤ ਦੇ ਨਿਯਮ ਤੇ ਵੀ ਖਿਲਾਫ ਹੈ ਗੱਲ, ਤਾਂ ਲੈਫਟ ਕਹਿੰਦੇ ਨੇ ਉਹਨਾਂ ਨੂੰ। ਇਹ ਲੈਫਟਿਸਟ ਨੇ ਸਾਰੇ, ਖੱਬੇ ਪੱਖੀ, ਖੱਬੇ ਪੱਖੀ, ਖੱਬੂ ਖੱਬੇ ਪੱਖੀ। ਪਰਮੇਸ਼ਰ ਨੇ ਜਿਹਨੂੰ ਦਿੱਤਾ ਹੈ, ਤੁਸੀਂ ਉਹ ਤਾਂ ਕਿਵੇਂ ਖੋ ਸਕਦੇ ਹੋ ਬਈ? ਯਾਨੀ ਹੱਕਾਂ ਦੀ ਤਾਂ ਗੱਲ ਕਰਦੇ ਨੇ, ਇਹਨਾਂ ਨੇ ਕੀਤੀ ਹੈ। ਹੱਕ ਨਹੀਂ ਮਿਲਦੇ ਤਾਂ ਖੋਹ ਲਓ, ਡਿਊਟੀ ਦੇਣ ਦੀ ਗੱਲ ਨਹੀਂ ਕੀਤੀ, ਫਰਜ਼ ਦੀ ਗੱਲ ਛੱਡਤੀ, ਹੱਕ ਦੀ ਲੜਾਈ ਲੜ ਲਈ। ਫਰਜ਼ ਰਸ਼ੀਆ ਫੇਲ ਕਰਤਾ ਇਹਨਾਂ ਨੇ, ਚਾਈਨਾ ਵਾਲਿਆਂ ਨੇ ਸਟ੍ਰਿਕਟ ਕੀਤਾ, ਫਰਜ਼ ਪਹਿਲਾਂ ਹੱਕ ਪਿੱਛੋਂ, ਤਾਂ ਕਾਮਯਾਬ ਹੋਏ ਨੇ। ਉਹਨੇ ਕਹਿੰਦਾ ਗੱਲ ਗਲਤ ਹੈ, ਜੇ ਤੁਸੀਂ ਕੰਮ ਨਹੀਂ ਕਰਨਾ, ਰੋਟੀ ਮੰਗਣ ਦਾ ਹੱਕ ਕੀ ਹੈ ਤੁਹਾਡਾ? ਕੰਮ ਤੋਂ ਵੀ ਧੱਕਾ ਨਹੀਂ ਤੋੜਨਾ, ਕੰਮ ਤਾਂ ਅਸੀਂ ਕਰਨਾ ਨਹੀਂ, ਹੜਤਾਲਾਂ ਕਰਨੀਆਂ ਨੇ, ਰੋਟੀ ਕਿੱਥੋਂ ਆਊਗੀ? ਹੜਤਾਲ ਨਹੀਂ ਕੋਈ ਕਰ ਸਕਦਾ ਉੱਥੇ। ਫਰਜ਼ ਪਹਿਲਾਂ, ਹੱਕ ਬਾਅਦ 'ਚ। ਫਿਰ ਤਾਂ ਹੱਕ ਹੈ ਨਾ ਉਹਦਾ, ਦਿਹਾੜੀ ਨਾ ਦਿਹਾੜੀ ਲਾਈ ਆ, ਉਹਦਾ ਹੱਕ ਬਣਦਾ, ਉਹਦਾ ਹੱਕ ਬਣਦਾ, ਦੇਣਾ ਚਾਹੀਦਾ। ਜੋ ਕੰਮ ਨਹੀਂ ਕਰਦਾ ਫਿਰ ਕਾਹਦਾ ਹੱਕ ਹੈ? ਫਿਰ ਕਾਹਦਾ ਹੱਕ ਹੈਗਾ? ਕੰਮ ਨਹੀਂ ਤਾਂ ਤਨਖਾਹ ਨਹੀਂ। ਠੀਕ ਗੱਲ ਸੀ ਇਹ, ਹੱਕ ਦੀ ਗੱਲ ਹੈ, ਇਨਸਾਫ ਦੀ ਗੱਲ ਹੈ। ਉਹ ਖੱਬੂ ਤਾਂ ਕਹਿੰਦੇ ਉਹਨਾਂ ਨੂੰ। ਹਾਂਜੀ, ਤੂੰ ਮੇਰੋ ਮੇਰ ਪਰਬਤ ਤੂੰ ਮੇਰੋ ਮੇਰ ਪਰਬਤ ਹੈ ਸੁਆਮੀ, ਸੁਆਮੀ ਮੈਂ ਤੇਰੀ, ਤੂੰ ਥੇਰਾ ਥੇਰੇ, ਜਿਵੇਂ ਮੇਰ ਥੇਰਾ ਨਾ, ਇਹ ਕਹਿੰਦੇ ਨੇ ਮੇਰ ਤਾਂ ਥੇਰਾ ਹੈ ਨਹੀਂ, ਉਹ ਤਾਂ ਧਰਤੀ ਦੇ ਨਾਲੇ ਘੁੰਮਦਾ, ਧਰਤੀ ਘੁੰਮਦੀ ਉਹ ਵੀ ਘੁੰਮਦਾ ਹੀ ਹੈ, ਪਰ ਤੂੰ ਜ਼ਰੂਰ ਥੇਰਾ, ਕਿਉਂਕਿ ਤੂੰ ਆਕਾਸ਼ ਨਾਲ ਜੁੜਿਆ ਹੋਇਆ, ਮੇਰ ਆਕਾਸ਼ ਨਾਲ ਨਹੀਂ ਜੁੜਿਆ ਹੋਇਆ। ਤੂੰ ਖੜਾ ਵਿੱਚ, ਸਭ ਕੁਝ ਘੁੰਮਦਾ ਤੇਰੇ, ਤੂੰ ਮੇਰਾ ਮੇਰ ਪਰਬਤ ਹੈ ਸੁਆਮੀ। ਓਟ ਗਈ ਮੈਂ ਤੇਰੀ, ਓਟ ਗਈ ਮੈਂ ਤੇਰੀ, ਮੈਂ ਤੇਰੀ ਓਟ ਲੈ ਲਈ, ਤੇਰਾ ਆਸਰਾ ਲੈ ਲਿਆ, ਸਹਾਰਾ ਲੈ ਲਿਆ। ਨਾ ਤੁਮ ਡੋਲੋ ਨਾਮ ਗਿਰਤੇ, ਤੂੰ ਡੋਲਦਾ ਨਹੀਂ, ਰੱਖ ਲੀਨੀ ਹਰ ਮੇਰੀ। ਜੇ ਚੀਜ਼ ਕੋਈ ਡੋਲ ਜਾਵੇ ਨਾ, ਹਿੱਲ ਜਾਵੇ ਤਾਂ ਗਿਰ ਜਾਂਦਾ ਆਦਮੀ ਉੱਤੋਂ ਖੜਾ ਖੜਾ। ਨਾਮ ਗਿਰਤੇ ਦਰਖਤ ਹੈ, ਜੇ ਬਹੁਤ ਤੇਜ਼ ਹਵਾ ਚੱਲੇ ਤਾਂ ਉਹਦੇ ਝੂਲੇ ਉੱਤੋਂ ਆਦਮੀ ਗਿਰ ਸਕਦਾ, ਚੜਿਆ ਹੋਇਆ ਖੜਾ ਹੋਵੇ, ਮੁਸ਼ਕਿਲ ਆ ਉਹਨੂੰ, ਉਹ ਹਿੱਲੂਗਾ ਕਦੇ ਇਹਨੂੰ, ਕਦੇ ਇਹਨੂੰ, ਕਦੇ ਇਹਨੂੰ, ਕਦੇ ਇਹਨੂੰ, ਬੜਾ ਮੁਸ਼ਕਿਲ ਹੈ, ਬੜੇ ਯਤਨ ਨਾਲ ਉੱਥੇ ਰਹੂਗਾ ਉਹ। ਪਰ ਜਿਹੜੀ ਚੀਜ਼ ਹਿਲਦੀ ਉਹ ਨਹੀਂ ਹੈ, ਉਹ ਤਾਂ ਕਿਵੇਂ ਗਿਰੂ? ਨਾ ਤੁਮ ਡੋਲੋ ਨਾਮ ਗਿਰਤੇ, ਰੱਖ ਲੀਨੀ ਪ੍ਰਭ ਹਰ ਮੇਰੀ, ਰੱਖ ਲੀਨੀ ਹਰ ਮੇਰੀ, ਹਰ ਨੇ ਮੇਰੀ ਰੱਖ ਲਈ। ਨਾ ਥੱਲੇ ਨਹੀਂ ਗਿਰਦਾ, ਥੱਲੇ ਨਹੀਂ ਗਿਰਦਾ, ਥੱਲੇ ਨਹੀਂ ਗਿਰਦਾ, ਜ਼ਮੀਨ ਤੇ ਨਹੀਂ ਗਿਰਦਾ, ਭਵ ਸਾਗਰ ਚ ਨਹੀਂ ਗਿਰਦਾ, ਭਵ ਸਾਗਰ ਤੋਂ ਉੱਪਰ ਹੋ, ਆਕਾਸ਼ ਵਿੱਚੋਂ ਉੱਪਰ, ਥੱਲੇ ਨਹੀਂ ਗਿਰਦਾ ਜ਼ਮੀਨ ਤੇ। ਰੱਖ ਲਈ ਨਹੀਂ ਹਰ ਮੇਰੀ। ਹਾਂ, ਅਬ ਤਬ ਜਬ ਕਬ ਤੂੰ ਹੀ ਤੂੰ ਹੀ, ਅਬ ਹੁਣ, ਤਬ ਤਬ, ਤਬ ਕਦ ਜਾਂ ਸਾਹ ਨਿਕਲੂਗਾ, ਆਖਰੀ ਸਾਹ। ਅਬ ਤਾਂ ਹੁਣ, ਜਬ ਕਦ ਆਖਰੀ ਸਾਹ ਵੇਲੇ। ਤਬ ਅਬ ਤਬ ਜਬ ਕਬ, ਜਬ ਕभी ਜਦ ਵੀ ਕਦੇ ਮੌਕਾ ਆ ਜਾਵੇ, ਚਾਹੇ ਮੂਹਰੇ ਮੌਤ ਖੜੀ ਹੋਵੇ, ਕਦੇ ਵੀ ਆ ਜਾਵੇ ਮੌਕਾ, ਇਹ ਸਾਹ ਨਿਕਲਦਾ। ਤੂੰ ਹੀ ਤੂੰ ਹੀ ਤੂੰ ਹੀ, ਤੂੰ ਹੀ ਤੂੰ, ਮੇਰੇ ਖਾਤਰ ਦਾ ਤੂੰ ਹੀ ਤੂੰ ਹੀ। ਸਰੀਰ ਮੇਰੇ ਖਾਤਰ ਕੋਈ ਮਹੱਤਵ ਨਹੀਂ ਰੱਖਦਾ, ਹੁਣ ਸੰਸਾਰ ਮੇਰੇ ਖਾਤਰ ਕੋਈ ਮਹੱਤਵ ਨਹੀਂ ਰੱਖਦਾ। ਸੰਸਾਰੇ ਛੱਡਣਾ ਪੈਂਦਾ ਸਰੀਰ ਛੱਡ ਕੇ, ਜਦੋਂ ਮਰਜੀ ਮੌਤ ਆ ਜਾਵੇ, ਮੈਨੂੰ ਕੋਈ ਫਰਕ ਨਹੀਂ ਪੈਣਾ।
अब तब जब कब जब कभी भी या कदे भी आ जाए वो जब कब तू ही तू ही तू मेरे वास्ते तू ही है, होर कुछ नहीं मेरे वास्ते। अब तू प्रसाद सुखी सद ही। अब तय प्रसाद सुखी साधी, तो प्रसाद सुखी साधी, अब तो प्रसाद तय प्रसाद होऊगा फिर। तत्ते नु औंकड़ ऐड़ा आहो तय प्रसाद, तोय प्रसाद सुखी सद ही। मैं तेरे कृपा नाल सदा ही सुखी हाँ, सुखी सद ही, हमेशा ही सुख है मैनू। अब तब जब कब सब आ गया ना, चारे काल आ गए च, चारे आ गए आसा जुगासा चाहे भी सच नाल खोसी भी सच, ये चारे ने काल ये आ जुगाद है भी होसी, चारे आ गए हैं। अब कब जब तब कह के चारे करते थे पूरे। अब कब जब तब, ना अब तब जब कब, चार हो गए। तू ही चारे इत्थे ने चारे उत्थे ने। हाँ हम तुए प्रसाद सुखी सद ही। हाँ तोरे भरोसे मगर हर बसियो, मेरे तन की तपत बुझाई। तेरे भरोसे, तोरे लिखा है। हाँ तोरे तेरे, मैं तो व्याख्या कर रहा ना। तोरे भरोसे मगर बसियो, मेरे तन की तपत बुझाई। ਤੋਰਾ ਮੋਰਾ ਕਹਿੰਦੇ ਨੇ ਹਿੰਦੀ ਚ, ਹਿੰਦੀ ਹੈ ਨਾ ਭਾਸ਼ਾ ਹੈ, ਕਬੀਰ ਹਿੰਦੀ ਦੇ ਵਿੱਚ ਕਰ ਰਿਹਾ। ਤੋਰੇ ਭਰੋਸੇ ਤੇਰੇ ਭਰੋਸੇ ਮੈਂ ਮਗਰ ਜਾ ਕੇ ਬਸ ਗਿਆ। मेरे तन की ਮੈਨੂੰ ਭਰੋਸਾ ਦਵਾਇਆ ਵੀ ਉੱਥੇ ਤੈਨੂੰ ਮਿਲ ਜੂ ਭਾਈ, ਜਿਹੜੀ ਚੀਜ਼ ਤੂੰ ਚਾਹਣਾ ਮਗਰ ਮਿਲ ਜੂ। ਮੈਂ ਆ ਕੇ ਮਗਰ ਬਸ ਗਿਆ ਤੇਰੇ ਭਰੋਸੇ। मेरे तन की तपत बुझाई। ਆਹ ਹੋਇਆ ਵੀ ਠੀਕ, ਜੇ ਭਰੋਸਾ ਮੈਂ ਕੀਤਾ ਮੇਰੇ ਤਨ ਦੀ ਤਪਤ ਵੀ ਬੁਝ ਗਈ, ਮੇਰੇ ਹਿਰਦੇ ਜਿਹੜਾ ਸੀਗਾ ਜਲਣ ਹਿਰਦੇ ਦੀ, ਮੇਰੀ ਤ੍ਰਿਸ਼ਨਾ ਬੁਝ ਗਈ, ਤ੍ਰਿਸ਼ਨਾ ਦੀ ਅੱਗ ਬੁਝ ਵੀ ਗਈ। ਇਹ ਵੀ ਸੱਚ ਹੋਇਆ। ਜੇ ਮੈਂ ਤੇਰੇ ਤੇ ਭਰੋਸਾ ਕੀਤਾ ਤਾਂ ਉਹ ਸੱਚਾ ਵੀ ਨਿਕਲਿਆ, ਮੇਰੇ ਤਨ ਕੀ ਤਪਤ ਬੁਝਾਈ। पहले दर्शन मगहर पायो। ਪਹਿਲੇ ਦਰਸ਼ਨ ਮਗਰ ਪਾਇਓ। ਮੈਨੂੰ ਸਭ ਤੋਂ ਪਹਿਲਾਂ ਦਰਸ਼ਨ ਮਗਰ ਹੋਇਆ, ਕਾਸ਼ੀ ਚ ਹੋਇਆ ਹੀ ਨਹੀਂ। ਜੇ ਦਰਸ਼ਨ ਮਗਰ ਹੋਇਆ, ਕਾਸ਼ੀ ਕੀ ਕਰਨ ਭੇਜਿਆ ਇਹਨਾਂ ਨੇ ਭਾਈ ਗੁਰਦਾਸ ਨੂੰ, ਇਹ ਦੱਸਣ ਹੁਣ ਪਹਿਲਾਂ। ਕਾਸ਼ੀ ਦਾ ਜਨਮ ਖਰਾਬ ਹੋਇਆ ਕਬੀਰ ਦਾ, ਸਗਲ ਜਨਮ ਸ਼ਿਵਪੁਰੀ ਗਵਾਇਆ। ਦਰਸ਼ਨ ਮਗਰ ਚ ਹੋਇਆ। ਮਗਰ ਛੱਡ ਕੇ ਕਾਸ਼ੀ ਭੇਜਣ ਵਾਲੇ ਕੌਣ ਸੀ? ਕਾਸ਼ੀ ਦੇ ਪੰਡਤ ਪੜ੍ਹੇ ਹੋਏ ਨੇ, ਕੀਤੇ ਨੇ ਅਰਥ, ਉਹਨਾਂ ਫਿਰ ਕੀ ਕਰਨਾ ਸੀ? ਫਿਰ ਤਾਂ ਉਹੀ ਕੰਮ ਕਰਨਾ ਸੀ ਜਿਹੜਾ ਆਹੀ ਕਰਾਮਾਤ ਕਰਨੀ ਸੀ ਜਿਹੜੀ ਸਾਡੇ ਕੋਲ ਕਾਸ਼ੀ ਮਾਤਾ। ਹੁਣ ਗੱਲ ਹੈ ਮਗਰ ਵਾਲਿਆਂ ਦੀ, ਮਗਰ ਔਰ ਕਾਸ਼ੀ ਵਾਲੇ ਆਪਾਂ ਵਿਰੋਧੀ ਦੋ ਮੱਤਾਂ ਨੇ। ਇਹ ਨਾਰਦ ਦੀ ਮੱਤ ਜਿਹੜੀ ਵੈਦਿਕ ਮੱਤ ਹੈ, ਉਹਦੀ ਵੇਦ ਦੇ ਉੱਤੇ ਆਧਾਰਿਤ ਹੈ। ਉੱਥੇ ਜਾ ਕੇ ਕਬੀਰ ਨੂੰ ਪਤਾ ਲੱਗਿਆ। ਉਹ ਤਾਂ ਕਹਿ ਰਿਹਾ ਵੇਦ ਕੀ ਪੁੱਤਰੀ ਸਿਮਰਤੀ ਭਾਈ, ਸਾਂਕਲ ਜੇਬੜੀ ਲੈ ਆਈ। ਉੱਥੇ ਜਾ ਕੇ ਪਤਾ ਲੱਗਿਆ ਉਹ ਤੇਰਾ ਭਲਾ ਹੋ ਜਾ, ਆਹ ਮੱਤ ਨੂੰ ਵਿਗਾੜਿਆ ਕਾਸ਼ੀ ਵਾਲਿਆਂ ਨੇ। ਸੱਚ ਦਾ ਉੱਥੇ ਪਤਾ ਲੱਗਿਆ ਜਾ ਕੇ, ਉਹਨੇ ਸਾਰਾ ਭੇਦ ਖੋਲਤਾ। ਫਿਰ ਉਹ ਵਿਰੁੱਧ ਹੋਇਆ ਕਿਹਦੇ? ਸਨਾਤਨੀ ਮੱਤ ਦੇ। ਅਬ ਮਨ ਉਲਟ ਸਨਾਤਨ ਹੁਆ। ਉਹ ਕਹਿੰਦਾ ਹੁਣ ਮੇਰਾ ਮਨ ਸਨਾਤਨ ਧਰਮ ਤੋਂ ਉਲਟ ਹੋ ਗਿਆ, ਖਿਲਾਫ ਜੋ ਮੈਂ ਲਿਖ ਰਿਹਾ ਸਨਾਤਨ ਧਰਮ ਤੋਂ ਉਲਟ ਹੈ। ਇਹਨਾਂ ਨੇ ਅਰਥ ਪਤਾ ਕੀ ਕੀਤੇ ਨੇ? ਕਹਿੰਦਾ ਮੇਰਾ ਉਲਟ ਕੇ ਮਨ ਹੁਣ ਸਨਾਤਨ ਬਣਿਆ। ਵਾਹ ਬਈ, ਪਹਿਲਾਂ ਕੀ ਸੀ? ਪਹਿਲਾਂ ਸਨਾਤਨੀ ਨਹੀਂ ਸੀ, ਇਹਦਾ ਮਤਲਬ ਹੈ ਕਬੀਰ। ਹੁਣ ਬਣਿਆ ਉਲਟ ਕੇ ਸਨਾਤਨੀ। ਸਭ ਕੁਛ ਪੁੱਠਾ ਕਰਿਆ, ਹਾਲਾਂਕਿ ਪੁੱਠਾ ਹੋ ਹੀ ਨਹੀਂ ਸਕਦਾ ਸੀ। ਸਾਹਬ ਸੋ ਸੁੱਤਾ ਪਿਆ ਮਗਰੇ ਚਲਿਆ ਗਿਆ। ਕਿਤੇ ਕਿਤੇ ਐ ਲੱਗਦਾ ਹੁਣ ਕਿ ਸਾਹਬ ਸੋ ਨੇ ਸਿਰਫ ਉਹ ਤੇ ਮੋਹਰ ਲਾਈ ਹੈ, ਸ਼ਰਾਰਤ ਕੀਤੀ ਹੈ। ਕਿਉਂਕਿ ਪੰਡਤ ਦਾ ਕੀਤਾ ਹੋਇਆ ਟੀਕਾ ਲੋਕਾਂ ਦੇ ਗਲੇ ਤੋਂ ਨਹੀਂ ਸੀ ਉਤਰਦਾ। ਉਹਨੇ ਜਾਣ ਬੁੱਝ ਕੇ ਆਪਣੀ ਮੋਹਰ ਲਾ ਕੇ ਸ਼ਰਾਰਤ ਕੀਤੀ ਹੈ, ਫਸਾਇਆ ਸਾਨੂੰ ਉਹਨੇ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਇਮਾਨਦਾਰ ਸੀ, ਲੱਗਦਾ ਨਹੀਂ ਹੁਣ ਇਮਾਨਦਾਰ ਹੋਵੇ। ਨਹੀਂ, ਇਹ ਗੱਲਾਂ ਤਾਂ ਸਾਫ਼ ਨੇ। ਸਾਫ਼ ਗੱਲਾਂ ਵੀ ਜੇ ਉਹਨੂੰ ਨਹੀਂ ਪਤਾ ਲੱਗਿਆ, ਉਹ ਜਿਹੜੀ ਉੱਤੇ ਉੱਤੇ ਸਾਖੀਆਂ ਸੂਖੀਆਂ ਦੀ ਕਰਦਾ ਹੈ ਨਾ ਵਿਰੋਧ, ਉਹਦੀ ਹਰਾਮਜ਼ਾਦਗੀ ਹੈ। ਵੀ ਤਾਂ ਕਿ ਇਹਨਾਂ ਨੂੰ ਲੱਗੇ ਵੀ ਪੰਡਤ ਦਾ ਵਿਰੋਧ ਵੀ ਕਰ ਲਿਆ। ਜਿੱਥੇ ਸਾਫ਼ ਗੱਲ ਉੱਥੇ ਵਿਰੋਧ ਕਰਦਾ ਨਹੀਂ। ਫਿਲਾਸਫੀ ਕਰੀ ਵਿਰੋਧ ਕਿਤੇ ਵੀ ਨਹੀਂ ਕੀਤਾ ਉਹਨੇ।
ਉਹ ਜਾਣ ਬੁੱਝ ਕੇ ਕੀਤਾ ਹੋਇਆ ਉਹਨੇ ਵੀ, ਉਹ ਵੀ ਰਲਿਆ ਹੋਇਆ ਸੀ। ਸਰਕਾਰੀ ਸੀ ਨਾ, ਨੌਕਰੀ ਕਰਦਾ ਸੀ ਨਾ। ਜਿਹੜੇ ਸਰਕਾਰ ਦੇ ਵਿੱਚ ਹੁੰਦੇ ਨੇ ਬੰਦੇ ਤਨਖਾਹਦਾਰ, ਉਹ ਕੁਝ ਵੀ ਕਰ ਸਕਦੇ ਨੇ, ਵਿਦਵਾਨ ਸੀ, ਕੁਝ ਵੀ ਕਰ ਸਕਦੇ ਨੇ, ਉਹਦਾ ਅਤਵਾਰ ਨਹੀਂ ਕੀਤਾ ਜਾ ਸਕਦਾ। ਉਹਨਾਂ ਤੋਂ ਪੈਸੇ ਦੇ ਕੇ ਕੁਝ ਵੀ ਲਿਖਾ ਸਕਦੇ ਨੇ। ਬੰਦੇ ਬਹਾਦਰ ਦਾ ਸੱਚ ਆਪਾਂ ਨੇ ਪਾਇਆ ਨਾ, ਕੋਈ ਨਹੀਂ ਬੋਲਿਆ ਖਿਲਾਫ। ਹੁਣ ਉਹ BC ਹੈ ਇੱਥੇ ਆਲੂ ਵਾਲੀਆ ਜਸਵੀਰ ਸਿੰਘ, ਉਹਦੇ ਇੱਕ ਲੇਖ ਲਿਖਾ ਕੇ ਉਹਨੂੰ ਦਿੱਤਾ ਹੋਇਆ। ਤਨਖਾਹਦਾਰ ਹੈ ਵਿਚਾਰਾ, ਕੀ ਕਰੇ? ਹਾਲਾਂਕਿ ਉਹਦੀ ਆਤਮਾ ਨਹੀਂ ਮੰਨਦੀ ਹੋਣੀ ਇਹ ਲਿਖਣ ਨੂੰ, ਪਰ ਫਿਰ ਵੀ ਉਹਨੇ ਗੁੱਗੂ ਕਾਂਗੜੇ ਜਿਹਾ ਲਿਖ ਕੇ ਭੇਜਤੇ। ਜੇ ਬਸਨੇ ਕੋਈ ਨਹੀਂ ਕਿਸੇ ਗੱਲ 'ਚ ਹੈਗਾ, ਕਿਉਂ ਭੇਜੇ ਨੇ? ਉਹਨੂੰ ਪਤਾ ਤੋਂ ਹਟਾ ਨਾ ਦੇਵੇ ਬਾਦਲ ਮੈਨੂੰ। ਬਾਦਲ ਗਲਤੀ ਕਰ ਬੈਠਿਆ। ਬਾਦਲ ਦੇ ਬੰਦੇ ਖਿਲਾਫ ਸੀ ਬਹੁਤ ਸਾਰੇ ਵੀ ਇਹ ਕੰਮ ਨਾ ਕਰੋ, ਪਰ ਉਹਦੀ ਮਜਬੂਰੀ ਸੀ ਵੋਟਾਂ ਦੀ, ਸਿਆਸੀ। ਹਾਂ, ਫਤਿਹ ਦੇ ਜਿਹੜਾ ਬੰਦੇ ਬਹਾਦਰ ਦਾ ਫਤਿਹ ਦਿਵਸ ਹੈ, ਉਹਦੇ 'ਚ ਕਰ ਬੈਠਿਆ, ਐਲਾਨ ਕਰ ਬੈਠਿਆ ਚੱਪੜ ਚਿੜੀ ਉੱਥੇ ਇਹਦੇ ਬੰਦੇ ਬਹਾਦਰ ਦੀ ਯਾਦਗਾਰ ਬਣਾਉਣ ਨੂੰ। ਹੁਣ ਉਹਦੇ ਗਲੇ ਦੀ ਹੱਡੀ ਬਣ ਗਈ, ਉਹਦੇ ਹੱਕ 'ਚ ਲਗਾਇਆ ਲੇਖ ਉਹਨੇ। ਕਿਉਂ? ਜਿਹੜਾ ਆਦਮੀ ਤਨਖਾਹ ਜਾ ਰਿਹਾ ਕੁਝ ਵੀ ਕਰ ਸਕਦਾ, ਉਹਦਾ ਕੀ ਮੁਲਾਜ਼ਮ ਹੈ ਵਿਚਾਰਾ। ਇਸ ਕਰਕੇ ਜਿਹੜਾ ਸਾਧ ਸੰਗ ਹੈ ਇਹ ਤਾਂ ਐਤਵਾਰ ਨਹੀਂ ਕੀਤਾ ਜਾ ਸਕਦਾ। ਪਹਿਲਾਂ ਮੈਨੂੰ ਐਂ ਲੱਗਦਾ ਸੀ ਵੀ ਸ਼ਾਇਦ ਜਿਹੜਾ ਖਿਲਾਫ ਬੋਲੀ ਜਾਂਦਾ ਜਿਹੜੀ ਸਬਈਆਂ ਦੇ ਵਿੱਚ ਹੈ, ਉਹਨੇ ਸਾਖੀ ਲਿਖੀ, ਉਹਦਾ ਬਿਲਕੁਲ ਜਾਲੀ, ਉਹਦੇ ਤੇ ਉਹਨੇ ਟਿੱਪਣੀ ਕਿਉਂ ਨਹੀਂ? ਉਹ ਸਾਖੀ ਤੇ ਟਿੱਪਣੀ ਨਹੀਂ ਕਰਦਾ, ਸਬਈਆ ਜਿਉਂਦੇ ਤੇ ਉਹ ਲਿਖੀ ਜਾਂਦਾ। ਇਸ ਕਰਕੇ ਸਾਹਿਬ ਸਿੰਘ ਵੀ ਇਮਾਨਦਾਰ ਨਹੀਂ ਸੀ। ਜਾਣ ਬੁੱਝ ਕੇ ਉਹਨੇ ਨਹੀਂ ਸਟੈਂਡ ਲਿਆ। ਜਿਹੜੀਆਂ ਗੱਲਾਂ ਦਾ ਪਤਾ ਸੀ ਉਹ ਵੀ ਨਹੀਂ ਉਹਨੇ ਜਾਣ ਬੁੱਝ ਕੇ ਲਿਖੀ। ਉਹ ਤਾਂ ਬਹੁਤ ਸੌਖੀਆਂ ਗੱਲਾਂ ਸੀ। ਆ ਪਹਿਲੇ ਦਰਸ਼ਨ ਮਗਰ ਪਾਇਓ, ਹੁਣ ਕਾਸ਼ੀ ਵਸੇ ਆਈ। ਤੇ ਉਹਨੇ ਭਾਈ ਗੁਰਦਾਸ ਦੀਆਂ 12 ਦੇ ਖਿਲਾਫ ਸਟੈਂਡ ਕਿਉਂ ਨਾ ਲਿਆ? ਭਾਈ ਗੁਰਦਾਸ ਨੂੰ ਤਾਂ ਉੱਥੇ ਭੇਜਿਆ ਕਾਸ਼ੀ ਇਹਨਾਂ ਨੇ ਪੜ੍ਹਨ ਵਾਸਤੇ। ਆ ਤਾਂ ਸਾਫ਼ ਹੈ, ਸਗਲ ਜਨਮ ਸ਼ਿਵਪੁਰੀ ਗਵਾਇਆ ਲਿਖਿਆ। ਉਹਨੇ ਕਿਵੇਂ ਲਿਖ ਦਿੱਤਾ? ਮੱਤ ਪਈ ਥੋੜੀ, ਮੇਰੀ ਮੱਤ ਮਾਰੀ ਗਈ। ਤਾਂ ਜਿਹੜੇ ਬਨਾਰਸ ਮੱਤ ਪਈ ਥੋੜੀ ਜ਼ਿਆਦਾ ਹੈ, ਉਹਦਾ ਅਰਥ ਕਰਦਾ ਹੈ ਵੀ ਮੇਰੀ ਮੱਤ ਮਾਰੀ ਗਈ, ਮੈਂ ਕਾਸ਼ੀ ਛੱਡਤੀ। ਉਹ ਕਹਿੰਦਾ ਮੱਤ ਮੈਨੂੰ ਥੋੜੀ ਜਿਹੀ ਆ ਗਈ, ਅਕਲ ਆ ਗਈ, ਮੈਂ ਤਾਂ ਕਾਸ਼ੀ ਛੱਡਤੀ। ਇਹਨੇ ਉਲਟਾ ਅਰਥ ਕਿਵੇਂ ਕਰਤੇ? ਉਹਦੀ ਮਿਲੀ ਭੁਗਤ ਸੀ ਸਾਹਿਬ ਸਿੰਘ ਦੀ ਵੀ। ਜਿਹੜੇ ਸਾਹਿਬ ਸਿੰਘ ਦੇ ਹੁਣ ਸਕੇ ਬਣੇ ਫਿਰਦੇ ਨੇ, ਇਹਨਾਂ ਦੀ ਵੀ ਮਿਲੀ ਭੁਗਤ ਹੈ। ਇਹਨਾਂ ਦੇ ਬੜੇ ਵੱਡੇ ਨੇ, ਪਹਿਲਾਂ ਤੇ ਅੱਧੇ ਹਿੰਦੂ ਤੇ ਸਿੱਖ ਰਹੇ ਨੇ। ਇਹ ਸਿੱਖੀ 'ਚ ਆਏ ਪੈਰ ਇਹਨਾਂ ਨੇ ਸਿੱਖੀ ਵਿਗਾੜਨ ਖਾਤਰ ਰੱਖਿਆ ਸੀ। ਅੱਜ ਤਾਈਂ ਇਹਨਾਂ ਦਾ ਕੁਛ ਵੀ ਦੇਣ ਨਹੀਂ ਸਿੱਖੀ ਖਾਤਰ, ਇੱਕ ਵੀ ਸ਼ਹੀਦ ਨਹੀਂ ਇਹਨਾਂ ਦਾ ਹੋਇਆ, ਕੱਖ ਵੀ ਨੁਕਸਾਨ ਨਹੀਂ ਇਹਨਾਂ ਦਾ ਹੋਇਆ। ਇਹ ਸਾਬਤ ਕਰ ਜਿਹੜੇ ਆਦਮੀ ਬੋਲਦੇ ਨੇ ਹੱਕ, ਜਿਹੜੇ ਭੁਲੇਖੇ ਨਾਲ ਬੋਲਦੇ ਤੇ ਸਾਰੇ ਹਟ ਗਏ। ਜਿਹੜੇ ਭੁਲੇਖੇ ਨਾਲ ਬੋਲਦੇ ਤੇ ਹਟ ਗਏ, ਸਾਰੇ ਚੁੱਪ ਕਰ ਗਏ। ਜਿਨ੍ਹਾਂ ਨੇ ਹੁਣ ਸਟੈਂਡ ਲਿਆ ਹੋਇਆ ਇਹ ਸਾਰੇ ਬਾਬਲ ਦੇ ਨਾਲ ਰਲੇ ਹਨ, ਮਿਲੀ ਭੁਗਤ ਹੈ ਇਹਨਾਂ ਦੀ। ਭੁਲੇਖੇ ਨਾਲ ਬੋਲਣ ਵਾਲੇ ਸਾਰੇ ਚੁੱਪ ਕਰਕੇ, ਭੁਲੇਖਾ ਨਿਕਲ ਗਿਆ ਉਹਨਾਂ ਦਾ। ਹਾਂਜੀ, ਜੈਸਾ ਮਗਰ ਤੈਸੀ ਕਾਸ਼ੀ ਹਮ ਏਕੇ ਕਰ ਜਾਨੀ। ਜੈਸਾ ਮਗਰ ਤੈਸੀ ਕਾਸ਼ੀ, ਚਾਹੇ ਮੈਨੂੰ ਮਗਰ ਦਰਸ਼ਨ ਹੋਏ ਨੇ, ਪਰ ਮੈਂ ਜਗ੍ਹਾ ਨਾਲ ਨਹੀਂ ਜੁੜਿਆ ਵੀ ਇੱਥੇ ਹੀ ਆ ਕੇ ਸਾਨੂੰ ਕੁਛ ਹੋਊ। ਅਸੀਂ ਥੋੜ੍ਹਾ ਜਗ੍ਹਾ ਨਾਲ ਜੁੜ ਗਏ, ਕਿਤੇ ਅੰਮ੍ਰਿਤਸਰ, ਕਿਤੇ ਅਨੰਦਪੁਰ ਸਾਹਿਬ, ਕਿਤੇ ਹਜ਼ੂਰ ਸਾਹਿਬ। ਆਹ ਸ਼ਬਦ ਤਾਂ ਲਿਖਿਆ ਸੀ ਵਿੱਚ ਕਿ ਤੁਸੀਂ ਜਗ੍ਹਾ ਨਾਲ ਨਾ ਜੁੜ ਜਿਓ ਕਿਤੇ। ਅਸੀਂ ਤਾਂ ਥੋੜ੍ਹਾ ਜਗ੍ਹਾ ਨਾਲ ਜੁੜ ਗਏ ਸਿੱਖ। ਇਹ ਵੀ ਸ਼ਰਾਰਤ ਹਿੰਦੂ ਦੀ ਹੈ, ਬਾਹਮਣ ਦੀ ਸ਼ਰਾਰਤ ਹੈ। ਕੋਈ ਜਗ੍ਹਾ ਦੀ ਵੈਲਿਊ ਨਹੀਂ ਹੁੰਦੀ। ਗੁਰਬਾਣੀ ਹੈ, ਜੇ ਉਹੀ ਗ੍ਰੰਥ ਉਹਨੂੰ ਕਾਸ਼ੀ ਮਿਲ ਜਾਂਦੇ ਤਾਂ ਕਾਸ਼ੀ ਸਮਝ ਆ ਜਾਂਦੀ। ਕਾਸ਼ੀ ਦੀ ਪੜ੍ਹਾਈ ਉਲਟ ਸੀ, ਉਲਟ ਸਮਝ ਆ ਗਈ। ਉੱਥੇ ਠੀਕ ਪੜ੍ਹਾਈ ਸੀ, ਠੀਕ ਸਮਝ ਆ ਗਈ। ਜੈਸਾ ਮਗਰ ਤੈਸੀ ਕਾਸ਼ੀ ਹਮ ਏਕੇ ਕਰ ਜਾਨੇ। ਹਮ ਏਕੇ ਕਰ ਜਾਣੇ, ਮੈਨੂੰ ਬਰਾਬਰ ਨਹੀਂ ਦੋ। ਤੇ ਸਾਡੇ ਵਾਸਤੇ ਲਾਹੌਰ ਔਰ ਅੰਮ੍ਰਿਤਸਰ ਇੱਕੋ ਚਾਹੀਦੇ ਨੇ। ਫਿਰ ਹੁਣ ਤਾਂ ਇੱਕੋ ਹੀ ਮੰਨਦੇ ਹਾਂ ਅਸੀਂ, ਉੱਥੇ ਗੁਰਦੁਆਰਾ ਹੈ ਨਾ ਸਾਡਾ। ਕਿਉਂਕਿ ਲਾਹੌਰ 'ਚ ਕੀ ਹੋਇਆ ਸੀ, ਅੰਮ੍ਰਿਤਸਰ ਲਾਹੌਰ ਦਾ ਫਰਕ ਕਿਉਂ ਹੈ ਸਾਡੇ ਦਿਮਾਗ 'ਚ? ਉਹ ਕਬੀਰ ਦਾ ਕਤਲ ਨਹੀਂ ਹੋਇਆ ਕਾਸ਼ੀ ਦੇ ਵਿੱਚ, ਕਤਲ ਹੀ ਹੈ ਇਹ।
ਜਿਹਦੀ ਬੁੱਧੀ ਬਦਲਣੀ ਨਹੀਂ ਦਿੱਤੀ ਅੱਗੇ ਗਿਆਨ, ਉਹਦੀ ਸਾਰੀ ਜ਼ਿੰਦਗੀ ਖਤਮ ਕਰਤੀ ਕਾਸ਼ੀ ਨੇ। ਤੇ ਉਹਦਾ ਨਿੰਦਿਆ ਕਰਨੀ ਤੇ ਕਾਸ਼ੀ ਦੀ ਨਿੰਦਿਆ ਨਹੀਂ ਕਰ ਰਿਹਾ। ਧਰਤੀ ਦੀ ਨਿੰਦਿਆ ਕਿਉਂ ਕਰੇ? ਜਿਹਨਾਂ ਪੜ੍ਹਾਈ ਨਿੰਦਿਆ ਉਹਨਾਂ ਦੀ ਕਰੇ। ਜਿਨ੍ਹਾਂ ਨੇ ਇਹ ਗੱਲ ਦੱਸੀ ਉਹਨਾਂ ਨੂੰ ਬਨਾਰਸ ਕੇ ਠੱਗ ਕਿਹਾ। ਉਹਨਾਂ ਨੂੰ ਤਾਂ ਬਨਾਰਸ ਕੇ ਠੱਗ ਕਿਹਾ। ਬਨਾਰਸ ਨਹੀਂ ਬੁਰਾ, ਬਨਾਰਸ ਕੇ ਠੱਗ ਹੈਗੇ ਨੇ ਉਹ ਬੁਰੇ ਨੇ। ਧਰਤੀ ਹੈ ਬਨਾਰਸ ਦਾ ਕੀ ਹੈ? ਧਰਤੀ 'ਚ ਕੀ ਸ਼ੁੱਧ ਹੁੰਦਾ, ਕੀ ਅਸ਼ੁੱਧ ਹੁੰਦਾ, ਕੀ ਚੰਗਾ ਹੁੰਦਾ, ਕੀ ਮਾੜਾ ਹੁੰਦਾ। ਸਾਡੇ ਤਾਂ ਪਵਿੱਤਰ ਧਰਤੀ ਕਹੀ ਜਾਂਦੇ ਨੇ। ਉਹ ਪਵਿੱਤਰ ਧਰਤੀ ਹਿਰਦੇ ਨੂੰ ਕਿਹਾ ਹੋਇਆ। ਆਹੋ, ਉਹ ਤਾਂ ਹਿਰਦਾ ਪਵਿੱਤਰ, ਹਿਰਦਾ ਦੀ ਧਰਤੀ ਹੈ ਪਵਿੱਤਰ। ਪਵਿੱਤਰ ਹੋ ਜਾਂਦੀ ਹੈ ਹਿਰਦਾ ਧਰਤੀ। ਤਾਂ ਕਿਹਾ ਨਾਮ ਇੱਥੇ ਬੀਜਣਾ, ਇੱਥੇ ਹੀ ਨਾਮ ਜੰਮਣਾ। ਆਹ ਧਰਤੀ ਦਾ ਕੀ ਪਵਿੱਤਰ ਹੈ, ਕੀ ਅਪਵਿੱਤਰ ਹੈ? ਇਹ ਤਾਂ ਮਾਇਆ ਹੈ। ਮਾਇਆ ਪਵਿੱਤਰ ਕਿਵੇਂ ਹੋ ਜੂਗੀ? ਮਾਇਆ ਕਦੇ ਪਵਿੱਤਰ ਨਹੀਂ ਹੁੰਦੀ। ਆਹ ਸੰਤਾਂ ਦਾ ਪ੍ਰਚਾਰ ਹੈ 2 ਨੰਬਰ ਤੇ ਆਉਂਦਾ ਹੈ। ਜਿਵੇਂ ਇਹਨਾਂ ਨੇ ਤੀਰਥ ਤੂਰਥ ਬਣਾਏ ਨੇ ਕਾਸ਼ੀ ਵਾਲਿਆਂ ਨੇ, ਇਵੇਂ ਸੰਤਾਂ ਨੇ ਪ੍ਰਚਾਰ ਤੇ ਹਰੇਕ ਦੇ ਨਾਲ ਜਗ੍ਹਾ ਨਾਲ ਸਾਹਿਬ ਰੱਖਤਾ। ਰਾੜਾ ਸਾਹਿਬ, ਟੱਕੀ ਸਾਹਿਬ। ਕੀ ਮਤਲਬ ਹੈ ਇਹਦਾ? ਉਹ ਕਹਿੰਦਾ ਸਾਹਿਬ ਇੱਕ ਹੈ, ਇੱਕ ਆ ਭਾਈ, ਇੱਕ ਹੈ ਸਾਚਾ ਸਾਹਿਬ ਇੱਕ ਤੂੰ, ਜਿਹਨ ਸੱਚੋ ਸੱਚ ਵਰਤਾਇਆ। ਉਹ ਛੱਡ ਦਿੱਤਾ ਜਗ੍ਹਾ ਜਗ੍ਹਾ ਸਾਹਿਬ ਬੜੇ ਗੱਲ ਬਣਾ ਲਏ ਇਹਨਾਂ ਨੇ। ਗੁਰਬਾਣੀ ਤੋਂ ਸਭ ਵਿਰੁੱਧ ਗੱਲ ਕੀਤੀ ਹੋਈ ਹੈ ਇਹਨਾਂ ਦੀ, ਸੰਤਾਂ ਦੀ। ਗੁਰਬਾਣੀ ਦੇ ਸਾਰਾ ਹੀ ਖਤਮ ਕਰਤੀ ਜੋ ਗੱਲ ਕਹੀ ਹੋਈ ਸੀ। ਹਾਂਜੀ, ਜੈਸਾ ਮਗਹਰ ਤੈਸੀ ਕਾਸ਼ੀ, ਹਮ ਇੱਕ ਇੱਕ ਕਰ ਜਾਣੀ। ਹਮ ਇੱਕ ਇੱਕ ਕਰ ਜਾਣੀ ਕੋਈ ਗੱਲ ਹੈ, ਮਗਰ ਕਾਸ਼ੀ ਦਾ ਕੀ ਹੈ? ਜਗ੍ਹਾ ਦਾ ਉਹਦਾ ਨਾ ਕੀ ਮਤਲਬ? ਜੋ ਚੀਜ਼ ਤੁਹਾਨੂੰ ਪੜ੍ਹਨ ਨੂੰ ਮਿਲ ਗਈ, ਜਿੱਥੇ ਮਰਜ਼ੀ ਬਹਿ ਕੇ ਪੜ੍ਹ ਲਓ। ਸਵਾਲ ਤਾਂ ਸਾਨੂੰ ਮੈਟਰ ਕੀ ਹੈ ਪੜ੍ਹਾਈ ਦੇ ਵਿੱਚ? ਜੈਸੀ ਕਰ ਜਾਣੀ ਹਮ ਨਿਰਤਨ, ਜੋ ਇਹ ਤਨ ਪਾਇਆ ਮਰਤੇ ਫੂਟ ਗਮਾਨੀ। ਹਮ ਨਿਰਤਨ, ਮੈਂ ਤਾਂ ਨਿਰਤਨ ਸੀ ਜਾਂ ਕਾਸ਼ੀ ਤੋਂ ਆਇਆ, ਕੱਖ ਨਹੀਂ ਸੀ ਮੇਰੇ ਪੱਲੇ। ਇਹਦਾ ਮਤਲਬ ਇਹ ਹੋਇਆ ਇਹ ਕਾਸ਼ੀ ਪੜ੍ਹਨ ਭੇਜਿਆ ਭਾਈ ਗੁਰਦਾਸ, ਉਹ ਤੋਂ ਲਿਖਾਈਆਂ 12 ਕਾਸ਼ੀ ਪੜ੍ਹੇ ਤੋਂ ਕਰਾਏ ਅਰਥ। ਉਹ ਕਹਿੰਦਾ ਹਮ ਨਿਰਤਨ, ਕਾਸ਼ੀ 'ਚ ਮੈਂ ਨਿਰਤਨ ਰਿਹਾ, ਮੇਰੇ ਗਿਆਨ ਦਾ ਮੇਰੇ ਪੱਲੇ ਕੱਖ ਨਹੀਂ ਸੀ। ਇੱਥੇ ਆ ਕੇ ਧਨ ਪਾਇਆ। ਹਮ ਨਿਰਤਨ, ਜੋ ਇਹ ਤਨ ਪਾਇਆ, ਮੈਂ ਇੱਥੇ ਆ ਕੇ ਧਨ ਪਾਇਆ। ਮਰਤੇ ਫੂਟ ਗਮਾਨੀ। ਕਾਸ਼ੀ ਵਾਲੇ ਗਮਾਨੀ ਨੇ, ਹੰਕਾਰੀ ਨੇ। ਮੈਂ ਇਹ ਧਨ ਪਾ ਲਿਆ, ਮੇਰਾ ਮਹਿਲ ਨਹੀਂ ਢਹਿਣਾ ਫੁੱਟਣਾ ਨਹੀਂ ਹੈ। ਗਮਾਨੀਆਂ ਦਾ ਜਿਹੜਾ ਹੈਗਾ ਭਾਂਡਾ, ਗਮਾਨੀਆਂ ਦਾ ਭਾਂਡਾ ਫੁੱਟ ਜਾਂਦਾ। ਗਵਾਨੀਆਂ ਦਾ ਭਾਂਡਾ, ਉਹ ਕਹਿੰਦਾ ਭਾਂਡਾ ਫੁੱਟ ਗਿਆ। ਗਵਾਨੀਆਂ ਦਾ ਹੀ ਭਾਂਡਾ ਫੁੱਟਦਾ, ਜਿਹੜੇ ਗਵਾਨੀ ਨਹੀਂ ਹਨ ਉਹਨਾਂ ਦਾ ਭਾਂਡਾ ਫੁੱਟਦਾ ਹੀ ਨਹੀਂ। ਜਿਹਦਾ ਭਾਂਡਾ ਨਹੀਂ ਫੁੱਟਦਾ ਉਹ ਖਰਾ ਹੁੰਦਾ। ਜਿਹੜਾ ਫੁੱਟ ਗਿਆ ਉਹ ਬਾਹਰ ਸੁੱਟ ਦਿੰਦੇ ਨੇ। ਜਿਹੜਾ ਫੁੱਟਿਆ ਨਹੀਂ ਕੜਾ ਅੰਦਰ ਰੱਖ ਲਈਦਾ ਬਰਤਨ ਨੂੰ। ਕੜੇ ਅੰਦਰ ਫੁੱਟੇ ਤੇੜੇ ਥੋੜੀ ਬਾੜੀ ਦੇ ਨੇ। ਸਾਬਤ ਨੂੰ ਲੈ ਕੇ ਜਾਂਦਾ, ਜਿਹੜੇ ਸਾਬਤ ਸੂਰਤ ਦਸਤਾਰ ਸਿਰੇ ਨੇ ਉਹੀ ਜਾਂਦੇ ਨੇ ਸੱਚਖੰਡ। ਫੁੱਟੇ ਟਿਕਰੀਆਂ ਫਿਰ ਇੱਧਰ। ਹਾਂਜੀ, ਕਰੇ ਗੁਮਾਨ ਚੁਵੇ ਤਿਸ ਸੂਲਾ, ਕੋ ਕਾਢਣ ਕੋ ਨਹੀਂ। ਕਵੇ ਜਿਹੜਾ ਗੁਮਾਨ ਕਰਦਾ ਨਾ, ਹੰਕਾਰ ਕਰਦਾ, ਤਿੰਨ ਅੰਤਰ ਹੋਮੇ ਕੰਡਾ ਹੈ, ਉਹਦੇ ਸੂਰ ਚੁੱਭਦੀ ਹੈ ਅੰਦਰ। ਹੋਮੇ ਦਾ ਕੰਡਾ ਹੁੰਦਾ ਕੀ ਹੈ? ਚਿੰਤਾ। ਹੋਮੇ ਦਾ ਕੰਡਾ ਚਿੰਤਾ। ਕਰੇ ਗੁਮਾਨ ਚੁਭੇ ਤੇ ਸੂਲਾਂ, ਉਹਦੇ ਚਿੰਤਾ ਦੀਆਂ ਸੂਲਾਂ ਚੁੱਭਦੀਆਂ ਨੇ ਅੰਦਰ। ਕੋ ਕਾਢਣ ਕੋ ਨਹੀਂ, ਇਹ ਸੂਲ ਨਹੀਂ ਕਿਸੇ ਤੋਂ ਨਿਕਲਦੀ ਹੈ, ਕੱਢਣੀ ਕਿਸੇ ਨੇ ਨਹੀਂ। ਜੀ ਜਿਹੜਾ ਹੰਕਾਰ ਕਰੂਗਾ ਉਹਦੇ ਅੰਦਰ ਸੂਲਾਂ ਚੁਭਣਗੀਆਂ। ਚਿੰਤਾ ਉਹਨੂੰ ਹੈ ਹੰਕਾਰੀ ਨੂੰ। ਜਿਹੜਾ ਬੜਾ ਬਣੂ ਉਹਨੂੰ ਛੋਟਾ ਬਣਨ ਦੀ ਚਿੰਤਾ ਹੈ। ਜਿਹੜਾ ਹੈ ਉਹ ਛੋਟਾ, ਉਹਨੂੰ ਚਿੰਤਾ ਕਾਹਦੀ ਹੈ? ਜਿਹੜਾ ਬੜਾ ਉਹਨੂੰ ਛੋਟਾ ਬਣਨਾ ਚਾਹਵਾਂ ਚਿੰਤਾ ਹੈ। ਜਿਹੜਾ ਹੰਕਾਰ ਹੈ ਉਹਨੂੰ ਹੰਕਾਰ ਬਚਾਉਣ ਦੀ ਚਿੰਤਾ ਹੈ। ਜਿਹਨੇ ਸਭ ਕੁਝ ਛੱਡ ਦਿੱਤਾ ਉਹਨੂੰ ਚਿੰਤਾ ਕਾਹਦੀ ਹੈ? ਚੁਬਾ ਤੇ ਸੂਲਾਂ, ਕੋ ਕੱਢਣ ਕੋ ਨਹੀਂ, ਕੱਢਣ ਵਾਲਾ ਕੋਈ ਨਹੀਂ ਹੈ। ਇਹ ਸੂਲਾਂ ਨਹੀਂ ਨਿਕਲਦੀਆਂ ਕਿਸੇ ਤੇ। ਹਾਂ, ਅਜੇ ਸੂ ਚੋਬ
को बिलल बिलाते अजय सू चोभ को बिलल बिलाते नरके कोर पचाही। ਜਿਹੜੀਆਂ ਪਹਿਲਾਂ ਅੰਕਾਰ ਦੀਆਂ ਸੂਰਾਂ ਅੰਦਰ ਨੇ ਨਾ ਚਿੰਤਾਵਾਂ ਅਜੇ ਤਾਂ ਉਹੀ ਬਥੇਰੀਆਂ ਨੇ ਤੁਹਾਡੇ, ਨਵਾਂ ਨਾ ਕਰੋ ਅੰਕਾਰ। ਕਿਉਂਕਿ ਕਬੀਰ ਦਾ ਵਿਰੋਧ ਕਰਨ ਲੱਗੇ ਤੇ ਵੀ ਗਲਤ ਗੱਲ ਹੈ, ਮਗਰ ਤੇ ਇਹ ਜਿਹੀ ਅਵਸਥਾ ਪੈਦਾ ਹੋ ਜਾਂਦੀ। ਉਹਨਾਂ ਨੇ ਮਗਰ ਤੇ ਖਿਲਾਫ ਪ੍ਰਚਾਰ ਵਿੱਢਿਆ ਹੋਇਆ ਸੀ। ਅਸਲ 'ਚ ਇਹ ਗੱਲ ਕੀ ਹੈ, ਇਹਦੇ ਪਿੱਛੇ ਕੋਈ ਬੈਕਗਰਾਉਂਡ ਹੈ, ਇਹ ਭਗਤੀ ਦੇ ਪਿੱਛੇ ਇਤਿਹਾਸ ਹੈ। ਜਦ ਕਬੀਰ ਲੈ ਕੇ ਆਇਆ ਉਹ ਗਿਆਨ, ਕਬੀਰ ਨੇ ਸ਼ੁਰੂ ਕੀਤਾ ਗਿਆਨ, ਲੋਕਾਂ ਨੇ ਮੰਨਿਆ, ਗਿਆਨ ਚਾਨਣ ਹੋਇਆ, ਪਲਟਾ ਵੱਜ ਗਿਆ, ਨਿਊਟਰਲ ਆਦਮੀ ਸਾਰੇ ਮੰਨਣ ਲੱਗ ਗਏ ਵੀ ਗੱਲ ਠੀਕ ਹੈ। ਇੱਥੋਂ ਤੱਕ ਕਿ ਜਿਹੜਾ ਕਬੀਰ ਦਾ ਗੁਰੂ ਬਣਿਆ ਸੀ ਰਾਮਾਨੰਦ, ਉਹਨੇ ਵੀ ਮੰਨ ਲਿਆ ਵੀ ਕਬੀਰ ਠੀਕ ਕਹਿੰਦਾ। ਉਹਨੇ ਮੰਨ ਲਿਆ ਤਾਂ ਬਹੁਤ ਦੁਨੀਆ ਉੱਟ ਗਈ ਉਧਰ ਨੂੰ। ਜਿਹੜੀ ਉਹਨੇ ਗੱਲ ਕਹਿਤਾ ਵੀ ਠੀਕ ਹੈ, ਕਬੀਰ ਜੋ ਕਹਿ ਰਿਹਾ ਇਹ ਠੀਕ ਹੈ, ਵੈਦਿਕ ਧਰਮ ਹੈ, ਇਹ ਸਾਡਾ ਮੂਲ ਧਰਮ ਇਹੀ ਹੈ, ਇਹ ਠੀਕ ਕਹਿ ਰਿਹਾ, ਉਹਨਾਂ ਦਾ ਸਾਰਾ ਹਿੱਲ ਗਿਆ, ਪਾਣੇ ਸਾਰੇ ਥੱਲੇ ਤੱਕ ਹਿੱਲ ਗਏ। ਪ੍ਰਚਾਰ ਜ਼ੋਰ ਸ਼ੋਰ ਨਾਲ ਕਰਨ ਲੱਗੇ ਮਗਰ ਦੇ ਖਿਲਾਫ। ਪਹਿਲਾਂ ਵੀ ਕਰਦੇ ਤੇ, ਉਹ ਤਾਂ ਕਹਿੰਦੇ ਜੂਨ ਪੈ ਜਾਂਦਾ, ਪਹਿਲਾਂ ਮਜ਼ਾਕ ਕਰਦੇ ਤੇ ਨਾ, ਲੋਕ ਮੰਨੀ ਜਾਂਦੇ ਤੇ। ਹੁਣ ਬਾਜੀ ਪਲਟ ਗਈ, ਪ੍ਰਚਾਰ ਜ਼ੋਰ ਸ਼ੋਰ ਨਾਲ ਸ਼ੁਰੂ ਕਰਤਾ। ਉਹਦਾ ਜਵਾਬ ਦੇ ਰਿਹਾ ਕਬੀਰ ਹੁਣ ਉਹ ਪ੍ਰਚਾਰ ਦਾ। ਅਜੇ ਤਾਂ ਕਹਿੰਦਾ ਜਿਹੜਾ ਪਿਛਲਾ ਹੰਕਾਰ ਆ ਤੁਹਾਡਾ, ਉਹਦੀਆਂ ਸੂਲਾਂ ਚ ਵਧੀਆ ਨੇ, ਹੰਕਾਰ ਛੱਡ ਦੋ ਚੰਗੇ ਰਹੋਗੇ। ਇਹ ਗੱਲ ਮੰਨ ਲਓ ਜਿਹੜੀ ਮੈਂ ਕਹਿਣਾ। ਅਜੂ ਤਾਂ ਅਜੇ ਸੂ ਚੋਭ ਕੋ ਬਿਲਲ ਬਿਲਾਤੇ, ਜਿਹੜੀ ਪੁਰਾਣੀ ਚੋਭ ਹੈ ਤੁਹਾਡੇ ਪੁਰਾਣੇ ਹੰਕਾਰ ਦੀਆਂ ਜਿਹੜੀਆਂ ਅੰਦਰ ਸੂਲਾਂ ਚ ਹੋਈਆਂ ਨੇ, ਉਹਨਾਂ ਦਾ ਚੀਕਾਂ ਮਾਰਦੇ ਹੋ। ਆਹ ਗੱਲ ਸੁਣ ਕੇ ਚੀਕਾਂ ਕਿਉਂ ਮਾਰਦੇ ਹੋ? ਹੰਕਾਰ ਦੀਆਂ ਸੂਲਾਂ ਚ ਵਧੀਆ ਨੇ। ਚਿੰਤਾ ਹੋ ਗਈ ਵੀ ਸਾਡਾ ਸਾਰਾ ਕੁਝ ਫੇਲ ਹੋ ਜਾਊਗਾ, ਸਾਡਾ ਜਿਹੜਾ ਤਾਣਾ ਬਾਣਾ ਸਾਰਾ ਹੀ ਖਤਮ ਹੋ ਜਾਊਗਾ। ਮੰਦਰਾਂ ਨੂੰ ਕਿਸੇ ਨੂੰ ਨਹੀਂ ਪੁੱਛਣਾ, ਸਿਮਰਤ ਸ਼ਾਸਤਰਾਂ ਨੂੰ ਕਿਸੇ ਨੂੰ ਨਹੀਂ ਪੁੱਛਣਾ। ਇਹ ਚਿੰਤਾ ਖੜੀ ਹੋ ਗਈ ਤੁਹਾਨੂੰ। ਆਪਣੇ ਆਪ ਨੂੰ ਠੀਕ ਮੰਨੀ ਬੈਠੇ ਹੋ, ਜਾਣਦੇ ਹੋਏ ਵੀ ਅਸੀਂ ਗਲਤ ਆ ਤਾਂ ਠੀਕ ਮੰਨੀ ਬੈਠੇ। ਅਜੂ ਤਾਂ ਅਜੇ ਸੂ ਚੋਭ ਕੋ ਬਿਲਲ ਚੋਭ, ਜਿਹੜੀ ਪੁਰਾਣੀ ਚੋਭ ਹੈ, ਬਿਲਲ ਬਲਾਤੇ, ਉਹਦੀਆਂ ਚੀਕਾਂ ਪੈਂਦੀਆਂ ਨੇ। ਹਾਂ, ਨਰਕੇ ਕੋਰ ਪਚਾਹੀ। ਹੁਣ ਜੇ ਨਹੀਂ ਛੱਡਿਆ ਕੋਰ ਨਰਕ 'ਚ ਚਲੇ ਜਾਓਗੇ। ਜੇ ਹੁਣ ਵਿਰੋਧ ਕਰੋਗੇ ਕੋਰ ਨਰਕ ਦੇ ਵਿੱਚ ਜਾਣ ਨੂੰ ਤਿਆਰ ਰਹੋ। ਫਿਰ ਕੋਰੇ ਨਰਕ ਪਚਾਹੀ। ਜਦੋਂ ਸੱਚ ਪ੍ਰਗਟ ਹੁੰਦਾ, ਜਿਹੜਾ ਉਹਦਾ ਵਿਰੋਧ ਕਰੇ ਉਹਦੇ ਵਾਸਤੇ ਪੰਕਤੀ ਲਿਖੀ ਹੋਈ ਹੈ। ਉਹਨੇ ਜਦ ਸੱਚ ਪ੍ਰਗਟ ਕੀਤਾ, ਉਹਦਾ ਵਿਰੋਧ ਕੀਤਾ ਗਿਆ, ਉਹਨਾਂ ਵਿਰੋਧੀਆਂ ਵਾਸਤੇ ਪੰਕਤੀ ਹੈ ਇਹ। ਅਜੇ ਤਾਂ ਜਿਹੜੀ ਪਿਛਲੀ ਤੁਹਾਡਾ ਪਖੰਡਵਾਦ ਹੈ, ਉਹਦੀ ਚਿੰਤਾ ਖੜੀ ਹੋ ਗਈ, ਤੁਹਾਨੂੰ ਵੀ ਛੱਡਣਾ ਪੈ ਜੂ। ਜੇ ਹੁਣ ਵਿਰੋਧ ਕੀਤਾ ਕੋਰ ਨਰਕ 'ਚ ਪੈ ਜਾਓਗੇ ਜਾ ਕੇ। ਇਹ ਨਹੀਂ ਰੁਕਣਾ ਰਸਤਾ। ਕਬੀਰ ਕਹਿੰਦਾ ਰਸਤਾ ਨਹੀਂ ਰੁਕਣਾ, ਤੁਹਾਡੇ ਰੁਕਿਆ ਰੇਲ ਨਹੀਂ ਰੋਕਣੀ, ਪੈ ਜਾਓ ਪਟੜੀ ਤੇ ਉੱਤੇ ਦੀ ਰੁਕ ਜਾਂਦੀ ਹੈ। ਇਹ ਨਹੀਂ ਰੁਕਣੀ ਰੇਲ, ਇਹ ਨਹੀਂ ਰੁਕਣਾ ਹੁਣ ਰਸਤਾ। ਤਾਂ ਰੁਕਿਆ ਵੀ ਹੈ ਨਹੀਂ। ਇੱਕ ਭਗਤ 15 ਭਗਤ ਪੈਦਾ ਹੋ ਗਏ ਉਦੋਂ ਇਕੱਠੇ ਹੀ, ਬਾਂਹ ਕਰਾਤੀ ਇਹਨਾਂ ਦੀ। ਉਹ ਹਾਲਤ ਕਰਤੀ, ਅੱਜ ਤੱਕ ਪੰਡਤ ਨੂੰ ਨਹੀਂ ਕੋਈ ਪੁੱਛਦਾ। ਉਦੋਂ ਦਾ ਪੰਡਤ ਡਾਊਨ ਕੀਤਾ ਭਗਤਾਂ ਦਾ। ਇਹ ਪਹਿਲਾਂ ਪੰਡਤ ਦਾ ਬਹੁਤ ਦਬਦਬਾ ਸੀ, ਭਗਤਾਂ ਨੇ ਅਸਲ 'ਚ ਪੰਡਤ ਨੂੰ ਡਾਊਨ ਕੀਤਾ। ਇਹ ਫਿਰ ਗੁਰੂ ਘਰ ਨੇ ਡਾਊਨ ਕੀਤਾ। ਪੰਡਤ ਨਾਲ ਦੀ ਨਾਲ ਲੱਗੇ ਰਹੇ ਨੇ ਇਹ ਤੇ ਖਿਲਾਫ ਪ੍ਰਚਾਰ ਕਰਨ। ਨੈਟਵਰਕ ਬਹੁਤ ਸੀ ਪੰਡਤ ਦਾ, ਪੰਡਤ ਮੈਨ ਟੂ ਮੈਨ ਜੁੜਿਆ ਹੋਇਆ ਹੈ ਪਿੰਡਾਂ 'ਚ। ਭਗਤਾਂ ਦਾ ਨੈਟਵਰਕ ਕਿੱਥੇ ਸੀ? ਇਹਨਾਂ ਨੇ ਭਗਤਾਂ ਦੇ ਬਾਅਦ ਜਦੇ ਭਗਤ ਕਿਹੜਾ ਵਿਚਾਰੇ ਘਰ ਘਰ ਫਿਰੇ ਨੇ। ਸਾਧਨ ਕੋਈ ਨਹੀਂ ਸੀ, ਟੈਲੀਵਿਜ਼ਨ ਕੋਈ ਨਹੀਂ, ਮੋਬਾਈਲ ਕੋਈ ਨਹੀਂ, ਕੁਛ ਸਾਧਨ ਕੀ ਸੀ? ਤੁਰ ਕੇ ਫਿਰ ਕੇ ਸੰਤਾਂ ਨੇ ਪ੍ਰਚਾਰ ਕੀਤਾ। ਪੈਦਲ ਜਾ ਕੇ ਬਾਣੀ ਲਿਆਉਂਦੇ ਰਹੇ ਨੇ। ਜਦ ਕਬੀਰ ਦੀ ਭਗਤਾਂ ਦੀ ਤਾਂ ਪ੍ਰਚਾਰ ਹੋਇਆ ਇਹ, ਜਿੰਨਾ ਹੁਣ ਤੱਕ ਹੋਇਆ ਇਹ ਹੁੰਦਾ ਰਿਹਾ। ਅਰਥ ਫੇਰ ਨਹੀਂ ਪਤਾ ਲੱਗਿਆ, ਅਰਥ ਸਾਰੇ ਫੇਰ ਬਦਲਤੇ। ਫਿਰ ਗੁਰੂ ਨਾਨਕ ਦਾ ਜਨਮ ਹੋਇਆ, ਜਦ ਦੁਬਾਰਾ ਅਰਥ ਫੇਰ ਸ਼ੁਰੂ ਹੋਏ ਨੇ। ਲਾਈਨ ਫੇਰ ਢੱਕ ਦਿੱਤੀ ਇੱਕ ਵਾਰ, ਨੇਰੀ ਲਿਆਤੀ ਪੰਡਤ ਨੇ ਭਗਤਾਂ ਦੇ ਬਾਅਦ ਪ੍ਰਚਾਰ ਦੀ। ਜਿਵੇਂ ਹੁਣ ਲਿਆਂਦੀ ਹੈ ਸੰਤਾਂ ਨੇ ਨੇਰੀ ਲਿਆਂਦੀ ਹੋਈ ਹੈ ਉਲਟੇ ਪ੍ਰਚਾਰ ਦੀ।
ਉਲਟੇ ਪ੍ਰਚਾਰ ਦੀ ਹਨੇਰੀ ਹੈ। ਅਜੇ ਥੋਂ ਸੰਤ ਪੈਦਾ ਹੋਏ ਤੇ ਰੋਜ਼ ਕਾਹਦੀ ਸੀ ਉਹ? ਉਲਟ ਪ੍ਰਚਾਰ ਦੀ ਹਨੇਰੀ ਲਾਉਣ ਦੀ ਸੀ ਇਹ ਸਕੀਮ ਸਾਰੀ ਉਹ। ਪਰ ਉਹਨੂੰ ਕੌਣ ਕਰੇ? ਉਹਦਾ ਪਤੰਦਰ ਬੈਠਾ ਉੱਤੇ ਸਾਰਿਆਂ ਦੇ, ਉਹ ਪੁੱਠਾ ਕਹਿਣ ਲੱਗ ਗਿਆ ਇੱਕਦਮ। ਐਸਾ ਕਹਿਣ ਲੱਗਿਆ ਜਵਾਬ ਕਿਸੇ ਕੋਲ ਨਹੀਂ। ਸਾਰੇ ਪਰਖਲੇ ਲੋਕਾਂ ਨੇ, ਸਿਆਸਤਦਾਨ ਵੀ ਪਰਖੇ ਗਏ, ਸੰਤ ਵੀ ਪਰਖੇ ਗਏ, ਸਮਝਿਆ ਨਹੀਂ? ਹੋਰ ਅਰਥਾਂ ਵਾਲੇ ਟਕਸਾਨ ਵਾਲੇ ਵੀ ਸਾਰੇ ਪਰਖ ਲਏ। ਰਾਜ ਕਰੇਗਾ ਖਾਲਸਾ ਦੇ ਲਾਉਂਦੇ ਜੋ ਕੁਝ ਹੋਇਆ ਮੁੰਡੇ ਬਣ ਵਾਲੇ ਉਹ ਵੀ ਪਰਖੇ ਗਏ, ਸਾਰੇ ਟੇਸਟ ਲੈ ਲਏ ਸਿੱਖ ਸੰਗਤ ਨੇ। ਹੁਣ ਇਹ ਜਿਹੀ ਜਗ੍ਹਾ ਖੜੀ ਸੀ ਸਿੱਖ ਸੰਗਤ, ਕੋਈ ਰਾਹ ਨਹੀਂ ਸੀ ਮਿਲਦਾ ਇਹਨੂੰ। ਪਰਮੇਸ਼ਰ ਨੇ ਬਾਂਹ ਫੜ ਲਈ, ਪਰਮੇਸ਼ਰ ਨੇ ਬਾਂਹ ਫੜ ਲਈ, ਇਹਨਾਂ ਨੂੰ ਸੱਚ ਦਾ ਪਤਾ ਲੱਗ ਜਾਊਗਾ। ਜਿਹਨੇ ਤਰਨਾ ਤਰ ਜਾਵੇ, ਜਿਹਨੇ ਨਹੀਂ ਤਰਨਾ ਦੋਏ ਪਾਸੇ ਨੇ, ਦੋਏ ਪਾਸੇ ਨਹੀਂ ਹੈ। ਡੁੱਬਣ ਵਾਲਿਆਂ ਵਾਸਤੇ ਵੀ ਸਮੁੰਦਰ ਬਥੇਰਾ ਬੜਾ, ਤਰਨ ਵਾਲਿਆਂ ਵਾਸਤੇ ਸੱਚਖੰਡ ਬਥੇਰਾ ਬੜਾ, ਘਾਟਾ ਕਿਤੇ ਵੀ ਨਹੀਂ ਕੁਛ। ਇਹ ਹੁਣ ਆਪਣੇ ਮਰਜ਼ੀ ਦੇ ਉੱਤੇ ਖੜਾ ਗੱਲ। ਆਪਣੇ ਹੱਥੀਂ ਆਪਣਾ ਆਪੇ ਕਾਜ ਸਵਾਰਨਾ ਜਾਂ ਪੈਰ ਕੋਹੜਾ ਮਾਰਨਾ। ਸੱਚ ਦਾ ਵਿਰੋਧ ਕਰਨਾ ਤਾਂ ਪੈਰ ਕੋਹੜਾ ਮਾਰਿਆ ਗਾਫਲ ਆਪਣੇ ਹੱਥ। ਜੇ ਸੱਚ ਨੂੰ ਮੰਨਣਾ ਤਾਂ ਆਪਣੇ ਹੱਥੀਂ ਆਪਣਾ ਆਪੇ ਕਾ ਸਵਾਰੀ। ਇਹ ਕੱਲੇ ਕੱਲੇ ਆਦਮੀ ਤੇ ਨਿਰਭਰ ਹੈ। ਉਹਨੇ ਡੁੱਬਣਾ ਜਾਂ ਤਰਨਾ, ਸੱਚ ਨੂੰ ਮੰਨਣਾ ਜਾਂ ਸੱਚ ਦਾ ਵਿਰੋਧ ਕਰਨਾ। ਵਿਰੋਧ ਕਰੂ ਪੈਰ ਕੋਹੜਾ ਮਾਰਿਆ। ਜੇ ਮੰਨ ਲਊਗਾ ਸੱਚ ਨੂੰ, ਮੰਨਣਾ ਕੀ ਗੱਲ ਕਹੀ ਨਾ ਜਾਏ। ਹਾਂਜੀ, ਕਬਰ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ। ਕਬਰ ਨਰਕ ਕਿਆ ਸੁਰਗ ਵਿਚਾਰਾ, ਇਹ ਕੀ ਹੈ? ਕਾਸ਼ੀ ਵਿੱਚ ਸੁਰਗ ਨਰਕ ਦੀ ਉਹ ਗੱਲ ਹੈ ਨਾ ਇਹਨਾਂ ਕੋਲ। ਕੀ ਹੁੰਦਾ ਨਰਕ? ਦੱਸੋ ਵਿਆਖਿਆ ਕਰ ਨਰਕ ਦੀ। ਨਰਕ ਕਿੱਥੇ ਹੈ, ਹੁੰਦਾ ਕੀ ਹੈ? ਉਹ ਨਰਕ ਦੀ 84 ਲੱਖ ਜੋ ਨਾ ਫਿਰ ਇੱਥੇ ਹੀ ਹੈ। ਉਹ 84 ਹੋਈ ਹੈ ਨਰਕ, ਲੱਖ ਜੂਨ ਇੱਥੇ ਹੀ ਆ ਫਿਰ ਨਰਕ। 84 ਲੱਖ ਜੂਨ ਹੋਰ ਦਿਖਾਓ ਕਿੱਥੇ, ਦੱਸੋ ਕਿੱਥੇ? 84 ਪੈ ਜੂ ਅਸੀਂ ਕਹਿੰਦੇ ਹਾਂ, ਫਿਰ 84 ਤਾਂ ਹੀ ਇੱਥੇ। ਕੌਣ ਨਰਕ? ਕਿਆ ਸੁਰਗ ਵਿਚਾਰਾ? ਸੁਰਗ ਦੱਸੋ ਕਿੱਥੇ? ਵਿਚਾਰ ਦੱਸੋ। ਸੁਰਗ ਨੂੰ ਐਕਸਪਲੇਨ ਕਰੋ, ਨਰਕ ਨੂੰ ਐਕਸਪਲੇਨ ਕਰੋ। ਕਿਆ ਸੁਰਗ ਵਿਚਾਰਾ ਸੰਤਾਂ ਦੋ ਰਾਦੇ। ਸੰਤਾਂ ਨੇ ਦੋ ਹੀ ਰੱਦ ਕਰਤੇ। ਦੋ ਹੀ ਗਲਤ ਨੇ ਤੁਹਾਡੀਆਂ ਗੱਲਾਂ। ਪਾਪ ਔਰ ਪੁੰਨ ਦੋ ਗੱਲਾਂ ਗਲਤ ਨੇ, ਸੁਰਗ ਨਰਕ ਦੋ ਗੱਲਾਂ ਗਲਤ ਨੇ। ਇਹੀ ਅੱਜ ਪ੍ਰਚਾਰ ਹੈ ਸੰਤਾਂ ਕੋਲ। ਗੁਰਬਾਣੀ ਦੋ ਰੱਦ ਕਰਦੀ ਹੈ। ਇਹ ਪਾਪ ਪੁੰਨ ਕਿਸ ਵੇਸ ਤੇ ਬੰਦੇ ਨੇ? ਜਵਾਬ ਕੌਣ ਦੇਊਗਾ? ਸਾਫ਼ ਜ਼ਾਹਰ ਹੈ ਕਿ ਜਿਹੜੇ ਸੰਤ ਨੇ ਸਾਰੇ ਗੁਰਮਤਿ ਦੇ ਖਿਲਾਫ ਖੜੇ ਨੇ। ਨਾ ਕੀ ਰੱਖਿਆ? ਸੰਤ ਸਮਾਜ, ਸਿੱਖ ਸੰਗਤ ਨਹੀਂ ਰੱਖਿਆ ਨਾ। ਵੱਖਰਾ ਨਾ ਰੱਖਣ ਦੀ ਕਿਉਂ ਲੋੜ ਪਈ? ਇਹ ਜਵਾਬ ਦੇਣਾ ਪਊਗਾ। ਸੰਤ ਮਤ ਉਹਦੀ ਐਕਸਪਲੇਨ ਕਰੋ। ਸੰਤ ਮਤ ਵੱਡੀ ਕੀ? ਸੰਤ ਮਤ ਕੀ ਹੁੰਦੀ ਹੈ? ਗੁਰਮਤ ਤੋਂ ਵੱਖਰੀ ਹੁੰਦੀ ਹੈ ਸੰਤ ਮਤ। ਜੇ ਗੁਰਮਤ ਨਹੀਂ ਹੈ ਤਾਂ ਸੰਤ ਮਤ ਹੈ। ਦੱਸੋ ਸੰਤ ਮਤ ਔਰ ਗੁਰਮਤ ਵਿੱਚ ਕਿੱਥੇ ਅੰਤਰ ਹੈ? ਕੀ ਅੰਤਰ ਹੈ? ਸੰਤ ਮਤ ਕੀ ਹੈ, ਸੰਤ ਸਮਾਜ ਕੀ ਹੈ? ਦੋ ਗੱਲਾਂ ਦਾ ਐਕਸਪਲੇਨੇਸ਼ਨ ਦੇਣ। ਇਹ ਫਿਰ ਇਹਨਾਂ ਨੂੰ ਦੱਸਾਂਗੇ ਵੀ ਤੁਸੀਂ ਬਨਾਰਸ ਕੇ ਠੱਗੋ ਇਹ ਕੀ ਹੋ। ਇਹਦੇ ਵਿੱਚ ਹੀ ਇਹਨਾਂ ਨੂੰ ਫਸਾ ਲੈਣਾ। ਇੰਨੀ ਮਤ ਨਹੀਂ ਹੈ ਇਹਨਾਂ ਨੂੰ, ਇੰਨੀ ਬੁੱਧ ਨਹੀਂ ਹੈ, ਇੰਨੀ ਅਕਲ ਨਹੀਂ ਹੈ ਇਹਨਾਂ ਨੂੰ। ਇਹ ਤਾਂ ਵਿਦਵਾਨਾਂ ਦੇ ਵੀ ਚੇਲੇ ਨੇ। ਇੱਕ ਤਾਂ ਹੁੰਦੇ ਨੇ